ਲਓ ਜੀ ਹਾਜ਼ਰੀ ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਅਸੀਂ ਆਪਣੇ ਟਾਈਮ ਮੁਤਾਬਕ ਪਹੁੰਚ ਜਾਂਦੇ ਹਾਂ, ਕਿਉਂਕਿ ਗੱਲ ਇਹ ਆ ਵੀ ਟਾਈਮ ਦਾ ਮੁੱਲ ਹੈ ਤੇ ਟਾਈਮ ਤਾਂ ਲੰਘਣ ਵਾਲਾ ਲੰਘ ਗਿਆ ਤੇ ਆਉਣ ਵਾਲਾ ਆ ਗਿਆ, ਪਰ ਇਹ ਸਾਰੇ ਕੁਝ ਦੇ ਵਿਚਾਲੇ ਇਸ ਵਕਤ ਜਿਹੜੀ ਚੀਜ਼ ਚਰਚਾ 'ਚ ਆ ਉਹ ਹੈ ਸ਼ਰਤਾਂ। ਤੇ ਸ਼ਰਤਾਂ ਕੌਣ ਕਿਹਦੇ ਨਾਲ ਕਿਹੜੀ ਬਾਰੀ ਚਲਾ ਰਿਹਾ ਇਹਦੀ ਗੱਲਬਾਤ ਵੀ ਕਰਾਂਗੇ। ਦੂਸਰੀ ਗੱਲ, ਕੱਲ੍ਹ ਦੇ ਦਿਨ ਜਦੋਂ ਅਸੀਂ ਗੱਲ ਕਰਦੇ ਸੀ ਉਦੋਂ ਯੂਕਰੇਨ ਰਸ਼ੀਆ ਵਾਲੀ ਗੱਲਬਾਤ ਲੱਗਦੀ ਸੀ ਵੀ ਸ਼ਾਇਦ ਸੁਧਰ ਜੇ, ਅੱਜ ਥੋੜ੍ਹਾ ਜਿਹਾ ਕੰਮ ਹੋਰ ਵਿਗੜਿਆ, ਉਹਦੀ ਗੱਲ ਵੀ ਕਰਾਂਗੇ। ਫਿਰ ਖਬਰਾਂ ਕੁਛ ਗਠਬੰਧਨ ਸਰਕਾਰ ਵਾਲੀਆਂ ਵੀ ਹੋਣਗੀਆਂ ਤੇ ਕੁਛ ਗੱਲਾਂ ਬਾਤਾਂ ਹੋਰ ਕਰਾਂਗੇ। ਨਾਲ ਵੀ ਪਰਮੀਤ ਬਾਠ ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਬਹੁਤ ਵਧੀਆ ਜੀ, ਬੱਲੇ ਬੱਲੇ। ਉਹ ਇਸ ਕਰਕੇ ਵਧੀਆ ਕਿ ਅੱਜ ਮੌਸਮ ਥੋੜ੍ਹਾ ਜਿਹਾ ਠੰਡਾ, ਦਿਨ ਜਿਹੜਾ ਉੱਦਾਂ ਦਾ ਛੁੱਟੀ ਵਾਲਾ, ਤਾਂ ਫਿਰ ਕੰਮ ਹੀ ਕਰਨਾ। ਅਰੇ ਉਹ ਗੱਲ ਠੀਕ ਹੈ। ਦੇਖੋ ਪਰ ਮੌਸਮ ਇੱਥੇ ਤੇ ਆਪਾਂ ਨੂੰ ਹੋ ਸਕਦਾ ਵੀ ਕਦੀ ਧੁੱਪ ਤੇ ਫਿਰ ਅਚਾਨਕ ਹਵਾ ਤੇ ਫਿਰ ਮੀਂਹ ਕਣੀ ਤੇ ਫਿਰ ਸ਼ਾਮਾਂ ਹੀ ਇਹਨੂੰ ਬੰਦਾ ਸੋਚਦਾ ਆਹ ਕੀ ਹੋ ਗਿਆ, ਉਹ ਕਹਿੰਦੇ ਥੋੜ੍ਹੀ ਬਰਫ਼ ਡਿੱਗਦੀ ਏ। ਦਿਨ ਚੜ੍ਹਦੇ ਨੂੰ ਅੱਜ ਕਿੱਦਾਂ, ਅੱਜ ਕਹਿੰਦੇ ਸੂਰਜ ਹੈਗਾ ਹੀ। ਇੱਦਾਂ ਜੇ ਬਦਲ ਜਾਇਆ ਕਰੇ ਤੇ ਫਿਰ ਸ਼ਾਇਦ ਹੌਕਾ ਨਾ ਨਿਕਲੇ, ਪਰ ਕਿਉਂਕਿ ਹੁਣ ਦੇਖੋ ਪੰਜਾਬ ਦੇ ਵਿੱਚ ਅਗਲਾ ਕਹਿੰਦਾ ਜਦੋਂ ਇੱਕਰਾਂ ਬੱਦਲ ਆ ਗਿਆ ਤੇ ਇਹਨੇ ਹੁਣ ਟਾਈਮ ਲਾਉਣਾ, ਤੇ ਜੇ ਟਾਈਮ ਇਹਨਾਂ ਟੀਮਾਂ 'ਤੇ ਲਾਤਾ ਤੇ ਫਸਲਾਂ ਦਾ ਬੜਾ ਨੁਕਸਾਨ ਆ। ਦੇਖੋ ਸੰਧਾਲੀਆ ਸਾਹਿਬ, ਤੁਹਾਡੀ ਭਾਸ਼ਾ 'ਚ ਗੱਲ ਕਰਨ ਤਾਂ ਫਿਕਰ ਕਰਨ ਦੀ ਲੋੜ ਨਹੀਂ। ਉਹ ਵੱਖਰੀ ਗੱਲ ਹੈ ਕਿ ਮੀਂਹ ਪਿਆ, ਗੜੇਮਾਰੀ ਹੋਈ ਤੇ ਮੀਂਹ ਹੋਰ ਪੈਣ ਦੇ ਆਸਾਰ ਆ, ਉਹਦੇ ਕਰਕੇ ਕਣਕ ਜਿਹੜੀ ਹੁਣ ਐਨ ਜੋਬਨ 'ਤੇ ਹੈ ਉਹਦਾ ਵੀ ਨੁਕਸਾਨ, ਸਰੋਂ ਦਾ ਨੁਕਸਾਨ, ਸਬਜ਼ੀ ਭਾਜੀ ਦਾ ਨੁਕਸਾਨ। ਜੇ ਸਬਜ਼ੀ ਨੁਕਸਾਨੀ ਜਾਂਦੀ ਆ ਤਾਂ ਕੀਮਤਾਂ ਵਧਣਗੀਆਂ ਬਾਜ਼ਾਰ ਦੇ ਵਿੱਚ, ਰਸੋਈ ਦਾ ਬਜਟ ਗੜਬੜਾਊਗਾ। ਕਣਕ ਨੁਕਸਾਨੀ ਜਾਂਦੀ ਆ ਤਾਂ ਆਪਾਂ ਸਾਰਾ ਸਾਲ ਸੁੱਖ ਨਾਲ ਦਾਣੇ ਜਿਹੜੇ ਆ ਡਰਮ ਦੇ ਵਿੱਚ ਰੱਖ ਕੇ ਪੰਜਾਬ ਦੇ ਵਿੱਚ ਉਹੀ ਖਾਣੇ ਹੁੰਦੇ ਆ, ਤੇ ਜੇ ਮੀਂਹ ਪੈਂਦਾ ਹੈ, ਕਣਕ ਡਿੱਗਦੀ ਹੈ, ਕੁਆਲਿਟੀ ਘਟੀਆ ਹੁੰਦੀ ਆ, ਤਾਂ ਫਿਰ ਸਾਰਾ ਖਾਣ ਵਾਲਾ ਜਿਹੜਾ ਅਨਾਜ ਆ ਖਰਾਬ ਹੋ। ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਇਸ ਕਰਕੇ ਤੁਹਾਡੀ ਭਾਸ਼ਾ ਸ਼ਬਦ ਵਰਤਿਆ ਸੀ ਕਿ ਇੰਨਾ ਕੁ ਫਰਕ ਹੈ ਕਿ ਇੱਕ ਸਮੱਸਿਆ ਆਈ ਸੀ 20 ਫਰਵਰੀ ਤੋਂ ਪਹਿਲਾਂ, ਇਹ ਸਮੱਸਿਆ ਆਈ ਆ 20 ਫਰਵਰੀ ਤੋਂ ਬਾਅਦ। ਹੁਣ 20 ਫਰਵਰੀ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਇੱਕ ਸਮੱਸਿਆ ਮਾਲਵੇ ਦੇ ਖੇਤਰ ਦੇ ਵਿੱਚ ਆਈ ਸੀ ਫਸਲਾਂ ਨੂੰ ਹੀ। ਤਾਂ ਤੁਹਾਡੇ ਵਰਗੇ ਸਾਡੇ ਲੀਡਰ ਸਾਹਿਬਾਨ, ਮਾਣਯੋਗ, ਸਤਿਕਾਰਯੋਗ, ਹਰ ਇੱਕ ਯੋਗ, ਉਹ ਖੇਤ 'ਚ ਜਾਂਦੇ ਸੀ, ਚਿੱਟਾ ਕੁੜਤਾ ਪਜਾਮਾ, ਭਾਰ ਸੁੱਖ ਨਾ ਬਾਵਾ, ਉੱਥੇ ਖੇਤ ਦੇ ਵਿੱਚ ਖੜ੍ਹ ਕੇ ਕਈ ਕਿਸਾਨਾਂ ਨੂੰ ਨਾਲ ਲਾ ਕੇ ਦੱਸੋ ਜੀ ਕੀ ਹੋਇਆ। ਜਿਹੜੇ ਸੱਤਾਧਾਰੀ ਉਹ ਕਹਿੰਦੇ ਸੀ ਪੈਸੇ ਦਿਆਂਗੇ, ਤੁਹਾਡਾ ਤਾਂ ਖਰਾਬਾ ਬਹੁਤ ਹੋਇਆ, ਕਿਸਾਨ ਦੇ ਨਾਲ ਹਿੱਕ ਠੋਕ ਕੇ ਖੜ੍ਹੇ ਆ। ਜਿਹੜੇ ਵਿਰੋਧੀ ਧਿਰ ਵਾਲੇ ਸੀ ਉਹ ਕਹਿੰਦੇ ਦੇਣੇ ਚਾਹੀਦੇ ਵੈਸੇ, ਸਾਡੀ ਸਰਕਾਰ ਹੁੰਦੀ ਇੰਨੇ ਦਿੰਦੇ, ਸਾਡੀ ਸਰਕਾਰ ਉਦੋਂ ਸੀ ਇੰਨੇ ਦਿੱਤੇ। ਉਹ ਇੱਕ ਦਿਨ ਭਾਰਪੂਰ ਪਾ ਕੇ ਚਲੇ ਗਏ, ਮੁੜ ਕੇ ਪੈਸੇ ਅੱਜ ਤੱਕ ਕਿਸੇ ਨੂੰ ਮਿਲੇ ਆ ਤੇ ਕਿਸੇ ਨੂੰ ਨਹੀਂ ਮਿਲੇ। ਪਰ ਹੁਣ ਤਾਂ ਕਿਉਂਕਿ 20 ਫਰਵਰੀ ਲੰਘ ਗਈ, ਉਹ ਵੋਟਾਂ ਪੈਣ ਤੋਂ ਪਹਿਲਾ ਸਮਾਂ ਸੀ, ਘੱਟੋ ਘੱਟ ਲੀਡਰ ਖੇਤਾਂ 'ਚ ਗਏ। ਹੁਣ ਆ ਜਿਹੜਾ ਮੀਂਹ ਪੈ ਰਿਹਾ ਜਿਹਦੇ ਨਾਲ ਕਣਕ, ਸਬਜ਼ੀਆਂ ਤੇ ਸਰੋਂ ਦੀ ਫਸਲ ਦਾ ਨੁਕਸਾਨ ਹੋਇਆ, ਕਿਉਂਕਿ ਲੀਡਰ ਦਾ ਕੋਈ ਹਿਮਾਚਲ ਗਿਆ ਤੇ ਕੋਈ ਗੋਆ ਗਿਆ ਤੇ ਕੋਈ ਪਰਿਵਾਰ ਦੇ ਨਾਲ ਸਮਾਂ ਬਿਤਾ ਰਿਹਾ। ਮੈਨੂੰ ਬੜੀ ਘੱਟ ਆਸ ਹੈ ਕਿ ਚਿੱਟੇ ਕੁੜਤੇ ਪਜਾਮੇ ਵਾਲੇ ਦੇ ਦਰਸ਼ਨ ਖੇਤਾਂ ਦੀਆਂ ਵੱਟਾਂ ਨੂੰ ਦੁਬਾਰਾ ਹੋਣਗੇ। ਨਹੀਂ ਇਹੋ ਜਿਹੇ ਚਿੱਕੜ 'ਚ ਜਾ ਨਹੀਂ ਸਕਦੇ ਨਾ, ਕਿਉਂਕਿ ਕਾਰਨ ਮਹਿੰਗੇ ਬੂਟ ਹੁੰਦੇ ਆ, ਭਾਰ ਵਧੇਰੇ ਹੁੰਦਾ, ਵੱਟ ਪਹਿਲਾਂ ਹੀ ਚੂਹਿਆਂ ਨੇ ਪੋਲੀ ਕੀਤੀ ਹੁੰਦੀ ਹੈ ਨਾ, ਵੀ ਪਤਾ ਲੱਗੇ ਵੀ ਲੀਡਰ ਸਾਹਿਬ ਐਂ ਪਹਿਲਾਂ ਜੀਆਂ ਪਾਉਂਦੇ, ਬਾਹਾਂ ਜੀਆਂ ਐਂ ਕਰਦੇ, ਥੋੜ੍ਹਾ ਜਿਹਾ ਅੱਧ ਤੱਕ ਚਲੇ ਜਾਣ। ਉਦੋਂ ਬਾਅਦ ਦੋ ਕੰਮ ਹੁੰਦੇ, ਜਾਂ ਤੇ ਲੀਡਰ ਸਾਹਿਬ ਕਿਸੇ ਨਾ ਕਿਸੇ ਵੱਟ ਦੇ ਸੱਜੇ ਖੱਬੇ ਬਾਅਦ ਚੁੱਕੋ ਫੜੋ ਕੋਈ ਨਹੀਂ ਕੋਈ ਬਚਾਅ ਹੋ ਗਿਆ। ਜੇ ਉਹ ਖੁਦ ਹੀ ਨਿਕਲ ਕੇ ਆ ਜਾਣ ਤੇ ਫਿਰ ਇੱਕ ਅੱਧਾ ਬੂਟ ਗਾਰੇ 'ਚ ਰਹਿ ਜਾਂਦਾ ਹੁੰਦਾ, ਫਿਰ ਬਾਅਦ ਚੱਲ ਕੋਈ ਨਹੀਂ ਰਹਿਣ ਦੇ, ਹੁਣ ਕੱਢ ਲਿਆਓ, ਵੈਸੇ ਵੀ ਹੁਣ ਇਹਦੇ ਪੱਲੇ ਕੀ ਬਚਿਆ ਹੋਣਾ। ਪਰ ਇੱਕ ਚੀਜ਼ ਹੈ, ਇਹ ਜਿਹੜਾ ਮੌਸਮ ਵਾਲਾ ਕੰਮ ਆ ਜੀ, ਉਹ ਖੇਤੀ ਕਰਮਾ ਛੇਤੀ ਵਾਲੀ ਗੱਲ ਹੈ। ਵੀ ਦੇਖੋ ਕਾਰਨ ਆ ਵੀ ਬੰਦਾ ਤੇ ਆਪਣੇ ਵੱਲੋਂ ਵਾਹ ਸਕਦਾ, ਬੀਜ ਸਕਦਾ, ਸਾਂਭ ਸਕਦਾ, ਕੋਈ ਰੇਹ ਸਪਰੇਅ ਪਾ ਸਕਦਾ, ਪਰ ਜਿਹੜਾ ਮੌਸਮ ਆ ਉਹ ਵੱਸ 'ਚ ਨਹੀਂ। ਮੈਨੂੰ ਐਂ ਜਾਪਦਾ ਵੀ ਚਲੋ ਹੁਣ ਵਾਲੇ ਲੀਡਰ ਤਾਂ ਨਹੀਂ ਉੱਥੇ ਪਹੁੰਚੇ ਆਪਣੇ, ਹੋ ਸਕਦਾ ਇਹਨਾਂ ਦੀ ਅਗਲੀ ਪੀੜ੍ਹੀ ਜਾਂ ਉਦੋਂ ਅਗਲੀ ਪੀੜ੍ਹੀ ਉਹ ਇਹ ਵੀ ਲਾਰਾ ਲਾਇਆ ਕਰੇ ਵੋਟਾਂ ਦੇ ਨੇੜੇ ਜਾ ਕੇ, ਚਿੰਤਾ ਨਹੀਂ ਕਰਨੀ, ਜਦੋਂ ਤੁਹਾਡੀ ਫਸਲ ਪੱਕਣੀ ਹੈ ਇੱਥੋਂ ਸਰਕਾਰੀ ਜਹਾਜ਼ ਆਪਾਂ ਡਾਇਆ ਕਰਨਾ, ਉਹਨੇ ਐਂ ਜਾ ਕੇ ਸਪਰੇਅ ਕਰਦਾ ਕਰਨੀ ਬੱਦਲਾਂ ਦੇ ਉੱਪਰ ਤੇ ਬੱਦਲ ਪਾਸੇ। ਜੇ ਕਿਸੇ ਨੇ ਵੇਖਿਆ ਵੀ ਮਹਾਰਾਜ ਸੋਕੇ ਦੀ ਪ੍ਰੋਬਲਮ ਆ ਗਈ, ਚਿੰਤਾ ਨਹੀਂ ਕਰਨੀ, ਇੱਥੋਂ ਆਪਾਂ ਜਹਾਜ਼ ਡਾਇਆ ਕਰਨਾ ਸਰਕਾਰੀ, ਉਹਨੇ ਐਂ ਸਪਰੇਅ ਕਰਿਆ ਕਰਨੀ ਆ, ਬੱਦਲ ਬਣ ਜਾਇਆ ਕਰਨਾ, ਤੁਹਾਡੇ ਮੀਂਹ ਪੈ ਜਾਇਆ ਕਰਨਾ। ਇਹ ਅਜੇ ਕਿਉਂਕਿ ਵਾਅਦੇ ਲਾਰੇ ਜਿਹੜੇ ਉਹ ਬੜੇ ਐਡਵਾਂਸ ਲੱਗਦੇ ਆ, ਇਸ ਕਰਕੇ ਅਜੇ ਦੇ ਮੁਆਵਜ਼ੇ ਤੱਕ ਹੀ ਆਪਣੇ, ਪਰ ਮੈਨੂੰ ਇਹ ਯਕੀਨ ਆ ਵੀ ਗਾਂਹ ਵਾਲੀ ਪੀੜ੍ਹੀ ਨੇ ਇਹ ਵਾਅਦੇ ਕਰਨੇ। ਦੇਖੋ ਇੱਕ ਫਰਕ ਹੋਰ ਹੋਣਾ, ਅਜੇ ਆਪਣੇ ਬੰਦੇ ਕਹਿੰਦੇ ਹੁੰਦੇ ਅਸੀਂ ਅਮਰੀਕਾ ਬਣਾ ਦਿਆਂਗੇ ਪੰਜਾਬ ਨੂੰ, ਕੈਨੇਡਾ ਬਣਾ ਦਿਆਂਗੇ, ਬਲੈਤ ਬਣਾ ਦਿਆਂਗੇ। ਜਿੱਦਾਂ ਚੀਨ ਉੱਪਰਲੇ ਪਾਸੇ ਨੂੰ ਜਾਂਦਾ, ਕਿਉਂਕਿ ਚੀਨ ਦਾ ਰੌਲਾ ਪੈਂਦਾ ਸੀ ਨਾ ਕਿ ਉਹ ਨਕਲੀ ਬਣਾ ਕੇ ਬੱਦਲ ਜਾਂ ਤਾਂ ਮੀਂਹ ਪਵਾਉਂਦਾ, ਫਿਰ ਉਹ ਕਹਿੰਦਾ ਚੀਨ ਬਣਾ ਦਿਆਂਗੇ ਜੀ ਅਸੀਂ, ਵੁਹਾਨ ਬਣਾ ਦਿਆਂਗੇ ਅਸੀਂ, ਪਿੰਗ ਕੰਚੰਗ ਬਣਾ ਦਿਆਂਗੇ ਅਸੀਂ। ਉਹ ਸਾਰੀਆਂ ਚੀਜ਼ਾਂ ਇੱਦਾਂ ਦੇ ਸ਼ਹਿਰਾਂ ਦੇ ਨਾਂ ਹੁੰਦੇ ਆ। ਉਹ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਜਿਹੜੀ ਆ ਤੁਹਾਡੀ ਲੀਡਰਾਂ ਦੀ, ਉਹਨਾਂ ਨੇ ਇੱਦਾਂ ਦੇ ਵਾਅਦੇ ਕਰਿਆ ਕਰਨੇ ਆ ਕਿ ਭਾਈ ਗੱਲ ਕਿਹੜੀ, ਦੇਖੋ ਚੀਨ ਨੇ ਕੀਤਾ ਅਸੀਂ ਵੀ ਕਰ ਦਿਆਂਗੇ। ਬਾਕੀ ਸੰਧਾਲੀਆ ਸਾਹਿਬ, ਜੇ ਕਿਤੇ
ਆਪਣੇ ਲੀਡਰ ਆਪਣੀਆਂ ਗੱਲਾਂ ਸੁਣ ਕੇ ਖੇਤਾਂ ਨੂੰ ਤੁਰ ਵੀ ਪੈ ਕੇ ਭਾਈ ਉਹ ਵੱਟ ਮੜ ਜੀ ਪਹਿਲਾਂ ਦੇਖ ਲਿਓ, ਪਹਿਲਾਂ ਇੱਕ ਕੋਈ ਭਾਰ ਜਾ ਉਹਦੇ ਉੱਤੇ ਤੋਰ ਕੇ ਦੇਖ ਲਿਓ, ਭਾਰਾ ਬੰਦਾ ਕੋਈ। ਜੇ ਲੀਡਰ ਚਲੇ ਵੀ ਗਏ ਇੱਕ ਫਰਕ ਹੋਰ ਹੋਣਾ, ਵੋਟਾਂ ਤੋਂ ਪਹਿਲਾਂ ਲੀਡਰ ਜਾਂਦੇ ਸੀ ਤੇ ਬਾਹਾਂ ਐ ਰੱਖਦੇ ਸੀ, ਜਿੱਦਾਂ ਦਾ ਵੀ ਲਿਬੜਿਆ ਤਿਬੜਿਆ ਕਿਸਾਨ ਖੇਤ ਮਜ਼ਦੂਰ ਜਿਹੜਾ ਬੰਦਾ ਹੁੰਦਾ ਉਹਨੂੰ ਜੱਫੀ ਪਾ ਲੈਂਦੇ ਸੀ। ਦੇਖੋ ਜੀ ਗੱਲ ਇਹ ਹੈ, ਜਿੰਨੀ ਦੇਰ ਉੱਥੇ ਕੈਮਰਾ ਹੋਣਾ ਤਾਂ ਉਹਨੂੰ ਜੱਫੀ ਪਾ ਰੱਖਣਾ। ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਹ ਅੰਨਦਾਤੇ ਨੇ ਇਹਦਾ ਜੱਫੀ, ਕਿਉਂਕਿ ਲੀਡਰ ਬਾਵਾ ਹੁੰਦੇ ਤਾਂ ਇੰਨੀ ਕੁ ਜੱਫੀ ਜਾ ਜਾਂਦਾ ਹੁੰਦਾ ਕਿਸਾਨ ਤੇ ਮਜ਼ਦੂਰ ਜਿਹੜਾ ਨਾ, ਕਿਉਂਕਿ ਉਹਦਾ ਮਾਰਿਆ ਹੁੰਦਾ ਵਿਚਾਰਾ। ਹੁਣ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅਸੀਂ ਆਏ ਤੇ ਅਸੀਂ ਤੁਹਾਡੇ ਨਾਲ ਇਦਾਂ ਦਾ ਸਲੂਕ ਕਰਾਂਗੇ। ਹੁਣ ਜੇ ਚਲੇ ਵੀ ਗਏ ਉੱਥੇ ਤਾਂ ਬਾਹਾਂ ਇਦਾਂ ਪਿੱਛੇ ਰੱਖ ਲਿਆ, ਅੱਛਾ ਥੋੜੀ ਵੀ ਨਾ, ਅੱਛਾ ਥੋੜੀ ਹੈ, ਕਿੰਨੀ ਹੈ, ਸਾਰੀ ਹੋ ਗਈ, ਥੋੜੀ ਹੋ ਗਈ, ਕੋਈ ਨਹੀਂ ਡੀਸੀ ਸਾਹਿਬ ਨੂੰ ਚਿੱਠੀ ਲਿਖ ਦਿੰਦੇ ਆ। ਨਹੀਂ ਡੀਸੀ ਸਾਹਿਬ ਕੀ ਨਾਲ ਹੀ ਹੋਣੇ, ਇੱਕ ਅੱਧਾ ਬੰਦਾ ਵਿਚਾਰਾ ਸਰਕਾਰੀ ਪ੍ਰਸ਼ਾਸਨ ਸਰ ਕਰਦਾ। ਇਹ ਨੋਟ ਕਰ ਲਓ ਸਾਰੇ ਬੰਦਿਆਂ ਦਾ ਤੇ ਦੇਖਦੇ ਆ ਕੀ ਕਰ ਸਕਦੇ ਆ। ਬੰਦਾ ਪੁੱਛੇ ਵੀ ਜੀ ਉੱਥੇ ਬਹਿ ਕੇ ਵੀ ਇਹੀ ਕਹਿਣਾ ਸੀ ਵੀ ਦੇਖਦੇ ਤੇ ਫਿਰ ਇਹ ਦੇਖਣ ਗੱਲ ਹੀ ਆਏ ਤੁਸੀਂ, ਹੈ ਨਾ। ਪਰ ਚਲੋ ਇਹ ਵੀ ਟਾਈਮ ਕਿਤੇ ਆਊਗਾ WhatsApp ਵੀ ਕੋਈ ਇਹਨਾਂ ਚੀਜ਼ਾਂ ਦਾ ਵੀ ਹੱਲ ਹੋ ਜਾਵੇ। ਐਤਕੀ ਸੁੱਖ ਨਾਲ ਜੇ ਮੈਂ ਭੁੱਲਦਾ ਨਹੀਂ ਤੇ ਇੱਕ ਅੱਧੀ ਪਾਰਟੀ ਨੇ ਤੇ ਲਿਖਿਆ ਵੀ ਅਸੀਂ ਫਸਲਾਂ ਦਾ ਮੁਆਵਜ਼ਾ ਜਾਂ ਦਿਆ ਕਰਾਂਗੇ ਤੇ ਉਹਦੀ ਸ਼ਾਇਦ ਕਿਸ਼ਤ ਵੀ ਸਰਕਾਰ ਹੀ ਭਰ ਦਿਆ ਕਰੂਗੀ, ਕਿਸ਼ਤ ਵੀ ਤੁਹਾਡੇ ਕੋਲ ਨਹੀਂ ਲਵਾਂਗੇ। ਹਾਂ ਜੇ ਉਹ ਚੀਜ਼ ਕਿਤੇ ਸੱਚੀ ਹੋ ਜਾਵੇ ਤੇ ਹੋ ਸਕਦਾ ਕਿ ਜਿਹੜਾ ਇਸ ਵਕਤ ਜਦੋਂ ਬੰਦਾ ਕੋਈ ਦੂਰ ਬੈਠਾ ਹੁੰਦਾ ਜਿਹਦਾ ਫਸਲਵਾੜੀ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਤੇ ਹੋ ਸਕਦਾ ਬਾਰੀ ਖੋਲ੍ਹ ਕੇ ਆਖੇ ਵਾਓ ਵਾਟ ਆ ਬਿਊਟੀਫੁਲ, ਹੈ ਨਾ, ਮਤਲਬ ਵੈਦਰ। ਤੇ ਜਿਹੜੇ ਬੰਦੇ ਨੂੰ ਪਤਾ ਤੇ ਉਹਨੂੰ ਤੇ ਅੱਧੀ ਕੁ ਰਾਤ ਨੂੰ ਜਦੋਂ ਉੱਧਰੋਂ ਬੂਹੇ ਦੀ ਝੀਤ 'ਚੋਂ ਨਹੀਂ ਇੱਕ ਸੀਟੀ ਵਰਗੀ ਆਵਾਜ਼ ਆਉਂਦੀ ਹੁੰਦੀ ਵੀ ਹਵਾ ਤੇਰਾ ਭਲਾ ਜੀ ਵਗਣ ਲੱਗ ਪਈ, ਜਾਂ ਜੇ ਬੱਦਲ ਗਰਜੇ ਵੀ ਨਾ ਤੇ ਬਾਰੀ 'ਚੋਂ ਚਮਕਾਰੇ ਜਿਹੇ ਵੱਜਦੇ ਹੁੰਦੇ ਵੀ ਇੱਧਰ ਲਿਸ਼ਕਦਾ ਹੀ ਅੱਜ। ਉਹ ਭੱਜ ਕੇ ਪਾਥੀਆਂ ਵਾਲਾ ਕੰਮ ਤੇ ਚੁੱਲ੍ਹਾ ਚੌਂਕਾ ਸਾਹਮਣੇ ਵਾਲਾ ਕੰਮ ਜਿਹੜੇ ਬੰਦੇ ਕਰਨ ਵਾਲੇ, ਹੋ ਸਕਦਾ ਉਹਨਾਂ ਦਾ ਫਿਕਰ ਵੀ ਘਟੇ ਵੀ ਚੱਲ ਕੋਈ ਨਹੀਂ ਬੀਮਾ ਹੋਇਆ ਆਪਣਾ, ਸਰਕਾਰ ਨੇ ਕੀਤਾ, ਜੇ ਕੁਛ ਜਾ ਜਾਂਦੀ ਹੋਊਗੀ ਤੇ ਪੈਸੇ ਮਿਲ ਜਾਣਗੇ। ਸੰਧਾਲੀਆ ਸਾਹਿਬ ਜਿੰਨੀ ਦੇਰ ਹਵਾ ਨਹੀਂ ਵਗਦੀ ਤਾਂ ਮੀਂਹ ਪੈਂਦਾ ਬਹੁਤਾ ਫਿਕਰ ਨਹੀਂ ਹੁੰਦਾ, ਪਰ ਜਦੋਂ ਬਾਹਰ ਪਈ ਮੁੱਦੀ ਪਈ ਪਰਾਤ ਦੇ ਉੱਤੇ ਗੜਾ ਟੱਕ ਦੇਣੀ ਵੱਜਦਾ ਨਾ ਆ ਕੇ, ਉਹ ਐ ਨਹੀਂ ਲੱਗਦਾ ਕਿ ਪਰਾਤ ਤੇ ਵੱਜਿਆ, ਐਂ ਲੱਗਦਾ ਕਿ ਸਿਰ 'ਚ ਹੀ ਵੱਜਿਆ ਸਿੱਧਾ ਆ ਕੇ। ਕਿਉਂਕਿ ਉਹ ਫਿਰ ਗੜੇ ਜਦੋਂ ਪੈਂਦੇ ਆ ਤਾਂ ਫਸਲ ਦੇ ਪੱਲੇ ਕੱਖ ਨਹੀਂ ਰਹਿੰਦਾ। ਤੁਸੀਂ ਦੇਖੋ ਕਦੇ ਚਿੱਟੀ ਸੁੰਡੀ, ਚਿੱਟੀ ਮੱਖੀ, ਕੋਈ ਕਾਲਾ ਜਿਹੜਾ ਤੇਲਾ ਵੀ ਪੈ ਗਿਆ ਸੀ ਪਿਛਲੇ ਦਿਨੀ ਕਣਕ ਦੇ ਵਿੱਚ ਕੁਝ ਹਿੱਸਿਆਂ ਨੂੰ, ਕਦੇ ਕਿਸੇ ਫਸਲ ਨੂੰ ਬਿਮਾਰੀ ਪੈ ਗਈ, ਕਦੇ ਹੜ੍ਹ ਆ ਗਿਆ, ਕਦੇ ਕੁਛ ਆ ਗਿਆ, ਕਦੇ ਮੀਂਹ ਜ਼ਿਆਦਾ ਗੜੇਮਾਰੀ ਹੋ ਗਈ। ਇਹਦਾ ਮਤਲਬ ਹੈ ਕਿ ਆਪਾਂ ਸਾਲ 'ਚ 3-3 ਫਸਲਾਂ ਲੈਂਦੇ ਹਾਂ। ਸਭ ਤੋਂ ਵੱਧ ਆਰਥਿਕਤਾ ਸਾਡੀ ਉਹਦੇ 'ਤੇ ਨਿਰਭਰ ਕਰਦੀ ਹੈ। ਹਰ ਵਾਰ 3-4 ਪੱਖਾਂ ਤੋਂ ਫਸਲ ਨੁਕਸਾਨੀ ਜਾਂਦੀ ਹੈ। ਇਹਦੇ ਬਾਵਜੂਦ ਵੀ ਬੀਮੇ ਦਾ ਪ੍ਰਬੰਧ ਨਹੀਂ ਹੈਗਾ। ਜਾਣੀ ਕਿਆ ਕਮਾਲ ਦੀ ਸਾਡੀ ਲੀਡਰਸ਼ਿਪ ਹੈ ਕਿ ਜਿਹੜੀ ਚੀਜ਼ ਸਾਹਮਣੇ ਹੈ, ਪ੍ਰਤੱਖ ਹੈ, ਹਰ ਵਾਰੀ ਨੁਕਸਾਨੇ ਜਾਂਦੇ ਆ। ਜੇ ਉਹਦਾ ਵੀ ਇਹ ਤੋੜ ਨਹੀਂ ਲੱਭ ਸਕੇ, ਪੰਜਾਬ ਇਹਨਾਂ ਨੇ ਚੀਨ ਬਣਾ ਛੱਡਣਾ ਹੀ। ਚਲੋ ਵੇਖੋ, ਇਹ ਤੇ ਟਾਈਮ ਆਊਗਾ ਤੇ ਫੇਰ ਹੀ ਬਣਨਾ। ਫਿਲਹਾਲ ਤੇ ਤੁਸੀਂ ਨਾ ਭਾਲੋ ਜੇ 10 ਤਰੀਕ ਤੱਕ ਸਾਡੇ ਮਹਿਕਮੇ ਵਾਲੇ ਬੰਦੇ, ਕਿਉਂਕਿ 10 ਤੋਂ ਬਾਅਦ ਪਤਾ ਲੱਗਣਾ ਵੀ ਕੁਰਸੀ ਮਿਲਦੀ ਹੈ ਜਾਂ ਨਹੀਂ ਮਿਲਦੀ, ਜਾਂ ਅਗਲੇ ਕਹਿੰਦੇ ਨੇ ਮਿਲ ਤਾਂ ਜਾਊਗੀ, ਬਸ ਥੋੜ੍ਹਾ ਜਿਹਾ ਇੱਧਰ ਉੱਧਰ ਕਰਨਾ ਪੈਣਾ, ਤੇ ਉਦੋਂ ਫਿਰ ਵਫਾਦਾਰੀਆਂ ਨਿਭਾਉਣ ਦੀ ਗੱਲ ਆਉਣੀ ਹੈ। ਬਿਆਨ ਸਾਡੇ ਕੋਲ ਰਟਾਇਆ ਹੁੰਦਾ। ਮੈਂ ਰਹਿਣਾ ਤਾਂ ਚਾਹੁੰਦਾ ਸੀ ਪਾਰਟੀ ਦੇ ਨਾਲ, ਪਰ ਹੁਣ ਹਾਲਾਤ ਨਹੀਂ ਰਹੇ ਉਸ ਪਾਰਟੀ 'ਚ ਠੀਕ। ਮੈਂ ਕੀਤੀ ਇਹ ਸਲਾਹ ਆਪਣੇ ਵਰਕਰਾਂ ਦੇ ਨਾਲ, ਉਹਨਾਂ ਨੇ ਕਿਹਾ ਨਹੀਂ ਜੀ ਹਲਕੇ ਦੇ ਵਿਕਾਸ ਦੇ ਲਈ ਤੁਸੀਂ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹਾਂ। ਉਹ ਗੱਲ ਵੱਖਰੀ ਆ ਵੀ ਜਿਹੜੇ ਵਿਚਾਰੇ ਬੰਦੇ ਹੁੰਦੇ ਉਹਨਾਂ ਨੂੰ ਅਗਲੇ ਦਿਨ ਅਖਬਾਰ ਪੜ੍ਹ ਕੇ ਪਤਾ ਯਾਰ ਸਾਡੇ ਵਾਲਾ ਕਿੱਧਰ ਚੱਲ ਗਿਆ ਜੀ, ਉਹ ਤਾਂ ਯਾਰ ਕੱਲ੍ਹ ਹੀ ਰਾਤੀ ਜਾ ਵੜਿਆ ਸੀ ਉਹਦੇ ਟਾਈਮ ਨਾਲ। ਆਹੋ, ਉਹ ਫਿਰ ਉਹਨਾਂ ਨੂੰ ਉਦੋਂ ਨਹੀਂ ਸਮਝ ਆਉਂਦੀ ਵੀ ਇਹ ਬੰਦਾ ਕਹੀ ਜਾਂਦਾ ਵੀ ਮੈਂ ਹਲਕੇ ਦੇ ਵਰਕਰਾਂ ਨਾਲ ਸਲਾਹ ਕੀਤੀ, ਤੇ ਵਰਕਰ ਨੂੰ ਅਗਲੇ ਦਿਨ ਪਤਾ ਲੱਗਦਾ ਵੀ ਅੱਛਾ ਪਤਾ ਨਹੀਂ ਕਿਹਨਾਂ ਨਾਲ ਸਲਾਹ ਕਰ ਗਏ। ਉਹਨੂੰ ਲੈ ਮੈਂ ਫਿਰ ਕਿਤੇ ਲੀਡਰ ਤਾਂ ਨਹੀਂ ਬਣ ਗਿਆ, ਸਲਾਹ ਉਹਨਾਂ ਨੇ ਵਰਕਰਾਂ ਨਾਲ ਕਰ ਲਈ ਹੋਣੀ ਹੇਠਾਂ। ਬਾਕੀ ਸੰਧਾਲੀਆ ਸਾਹਿਬ ਕਈ ਸਤਿਕਾਰਯੋਗ ਲੀਡਰਾਂ ਨੇ ਇਤਰਾਜ਼ ਕੀਤਾ ਤੁਹਾਡੇ ਤੇ ਵੀ ਤੇ ਮੇਰੇ ਤੇ ਵੀ। ਅੱਛਾ ਜੀ। ਉਹ ਕਹਿੰਦੇ ਜੀ ਤੁਸੀਂ ਕਹੀ ਜਾਂਦੇ ਜੀ ਕੋਈ ਲੀਡਰ ਨਹੀਂ ਲੱਭਦਾ, ਸਾਰੇ ਲੀਡਰ ਨਹੀਂ ਲੱਭਦੇ, ਲੀਡਰ ਪਹਾੜਾਂ ਨੂੰ ਚਲੇ ਗਏ, ਲੀਡਰ ਗੋਆ ਨੂੰ ਚਲੇ ਗਏ, ਲੀਡਰ ਸਮੁੰਦਰੀ ਕੰਢੇ ਤੇ ਚਲੇ ਗਏ, ਲੀਡਰ ਘਰੀ ਵੜ ਗਏ। ਕਹਿੰਦੇ ਨਾ, ਉਹ ਕਹਿੰਦੇ ਅਸੀਂ ਅਜੇ ਵੀ ਲਗਾਤਾਰ ਜਨਤਾ ਦੇ ਸੰਪਰਕ 'ਚ ਹਾਂ। ਪੁੱਛੋ ਕਿਹੜੇ ਕਿਹੜੇ? ਉਹਨਾਂ ਦੇ ਵਿੱਚੋਂ ਫਿਰੋਜ਼ਪੁਰ ਇਲਾਕੇ ਦੇ ਲੀਡਰ, ਭਦੌੜ ਇਲਾਕੇ ਦੇ ਲੀਡਰ, ਸ਼੍ਰੀ ਚਮਕੌਰ ਸਾਹਿਬ ਇਲਾਕੇ ਦੇ ਲੀਡਰ, ਕਈ ਸੰਗਰੂਰ ਇਲਾਕੇ ਦੇ ਲੀਡਰ। ਉਹ ਕਹਿੰਦੇ ਜੀ ਅਸੀਂ ਤਾਂ 20 ਤਰੀਕ ਤੋਂ ਬਾਅਦ 21 ਨੂੰ ਫਿਰ ਜਨਤਾ ਦੇ ਵਿੱਚ ਹਾਜ਼ਰ ਸੀ, ਫਿਰ ਗੁਣਾ ਘਟਾਓ, ਤਕਸੀਮ, ਜਮਾ, ਜੇਬ, ਉਹ ਜਰਬਾਂ ਲਾਈਆਂ ਸਾਰੀਆਂ, ਫਿਰ ਪਤਾ ਲੱਗਾ ਅੱਛਾ। ਹੁਣ ਦੇਖੋ ਪੰਜਾਬ ਦੇ ਵਿੱਚ 10 ਮਾਰਚ ਨੂੰ ਨਤੀਜਿਆਂ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਹੋ ਸਕਦਾ ਹੈ ਕਿ ਚੋਣਾਂ ਫੇਰ ਆ ਜਾਣ, ਪਰ ਸਾਰੇ ਪੰਜਾਬ 'ਚ ਨਹੀਂ। ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਸੁਖਬੀਰ ਸਿੰਘ ਬਾਦਲ ਹੋਰੀ ਜਲਾਲਾਬਾਦ ਤੋਂ ਵਿਧਾਇਕੀ ਦੀ ਚੋਣ ਲੜ ਰਹੇ ਆ। ਜੇ ਜਲਾਲਾਬਾਦ ਤੋਂ ਜਿੱਤ ਕੇ MLA ਬਣਦੇ ਆ ਤੇ ਇਹਦਾ ਮਤਲਬ ਹੈ ਕਿ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਅਸਤੀਫਾ ਦੇਣਾ ਪਊ। ਜੇ ਅਸਤੀਫਾ ਦਿੰਦੇ ਆ ਤਾਂ 6 ਮਹੀਨਿਆਂ ਦੇ ਅੰਦਰ ਉੱਥੇ ਚੋਣ ਕਮਿਸ਼ਨਰ ਨੂੰ ਚੋਣ ਕਰਾਉਣੀ ਪਊ। ਇਹਦਾ ਮਤਲਬ ਹੈ ਕਿ ਮਾਰਚ ਦੇ ਵਿੱਚ ਜੇ ਅਸਤੀਫਾ ਦਿੱਤਾ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਜਾਣੀ ਕਿ ਭਰ ਗਰਮੀਆਂ ਦੇ ਵਿੱਚ
ਫਿਰੋਜ਼ਪੁਰ ਲੋਕ ਸਭਾ ਸੀਟ ਦੇ ਲਈ ਵੋਟਾਂ ਪੈ ਸਕਦੀਆਂ। ਫਿਰ ਅਕਾਲੀ ਦਲ ਦਾ ਉਮੀਦਵਾਰ, ਫਿਰ ਭਾਜਪਾ ਦਾ ਉਮੀਦਵਾਰ, ਫਿਰ ਕਾਂਗਰਸ ਦਾ ਉਮੀਦਵਾਰ, ਫਿਰ ਆਮ ਆਦਮੀ ਪਾਰਟੀ ਦਾ ਉਮੀਦਵਾਰ। ਜਾਣੀ ਕਿ ਫਿਰੋਜ਼ਪੁਰ ਇਲਾਕੇ ਦੇ ਜਿਹੜੇ ਲੀਡਰਾਂ ਨੂੰ ਆਸ ਹੈ ਕਿ ਜੇ ਇੱਥੇ ਜ਼ਿਮਨੀ ਚੋਣ ਹੋ ਗਈ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਤਾਂ ਕਿਸੇ ਨਾ ਕਿਸੇ ਨੂੰ ਤਾਂ ਉਮੀਦਵਾਰ ਬਣਾਉਣਾ ਹੀ ਆ। ਇਸੇ ਝਾਕ ਦੇ ਵਿੱਚ ਕਈ ਲੀਡਰਾਂ ਨੇ ਕਹਿੰਦੇ ਟਿਕਟਾਂ ਨਾ ਮਿਲਣ ਕਰਕੇ ਗੁੱਸੇ ਹੋਣਾ ਸੀ, ਉਹ ਹੋਏ ਨਹੀਂ। ਇਹ ਅਜੇ 6 ਮਹੀਨੇ ਉਹਨਾਂ ਨੇ ਨਹੀਂ ਹੋਣਾ, ਪਰ ਇਹਦੇ 'ਚ ਇੱਕ ਹੁੰਦੀ ਆ। ਮੰਨ ਲਓ ਵੀ ਜਲਾਲਾਬਾਦ ਸੀਟ ਸੁਖਬੀਰ ਬਾਦਲ ਸਾਹਿਬ ਜਿੱਤ ਜਾਂਦੇ, ਜਿਹੜੀ ਕਿ ਉਹ ਕਹਿੰਦੇ ਵੀ ਅਸੀਂ ਜਿੱਤ ਜਾਣੀ ਆ। ਉਹ ਤਾਂ ਕੀ ਕਹਿੰਦੇ, ਉਹਨਾਂ ਦੇ ਤਾਂ ਕਹਿੰਦੇ ਵਿਰੋਧੀ ਪਾਰਟੀਆਂ ਵਾਲੇ ਵੀ ਕਹਿੰਦੇ ਵੀ ਜਿੱਤ ਹੀ ਜਾਣੀ ਇਹਨਾਂ ਨੇ। ਠੀਕ ਹੈ। ਅੱਛਾ, ਦੂਜੀ ਗੱਲ ਇਹ ਆ ਵੀ ਉਹ ਜਿੱਤ ਤੇ ਜਾਣਗੇ। ਹੁਣ ਦੂਜੇ ਪਾਸੇ ਸਰਕਾਰ ਵਾਲਾ ਦਾ ਨਾਂ ਲੱਗਾ। ਹੁਣ ਮੈਨੂੰ ਨਹੀਂ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਸਾਹਿਬ MP ਵਾਲੀ ਛੱਡ ਕੇ ਤੇ MLA ਵਾਲੀ ਰੱਖਣਗੇ। ਇਹ ਵੀ ਇੱਕ ਘੁੰਡੀ ਹੈ। ਦੂਜੇ ਪਾਸੇ ਜੇ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਉਹ ਇਹ ਸੋਚਣਗੇ ਵੀ ਯਾਰ ਮੁੱਖ ਮੰਤਰੀ ਵਾਲੀ ਗੱਲਬਾਤ ਵੱਖਰੀ ਹੈ, MP ਬਣ ਕੇ ਆਪਾਂ ਕੀ ਲੈਣਾ। ਮਤਲਬ ਇਹਦੇ 'ਚ ਵੀ ਇੱਕ ਘੁੰਡੀ ਆ ਵੀ ਜਲਾਲਾਬਾਦ ਵਾਲੀ ਹੁੰਦੀ ਆ ਕਿ ਫਿਰੋਜ਼ਪੁਰ ਵਾਲੀ ਹੁੰਦੀ ਹੈ। ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਸਰਕਾਰ ਅਕਾਲੀ ਦਲ ਦੀ ਬਣੇ ਨਾ ਬਣੇ, ਜੇ ਸੁਖਬੀਰ ਸਿੰਘ ਬਾਦਲ ਹੋਰੀ ਜਿੱਤ ਗਏ ਤਾਂ ਉਹ ਆਉਣਗੇ ਜਲਾਲਾਬਾਦ ਦੀ, ਤਾਂ ਜ਼ਿਮਨੀ ਚੋਣ ਫਿਰੋਜ਼ਪੁਰ ਦੀ ਹੋਏਗੀ। ਉਹਦੇ ਪਿੱਛੇ ਕਾਰਨ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੁਣ ਸੂਬੇ ਦੀ ਸਿਆਸਤ ਦੇ ਵਿੱਚ ਬਹੁਤਾ ਲੰਬਾ ਸਮਾਂ ਸਰਗਰਮ ਨਹੀਂ ਰਹਿ ਸਕਦੇ। ਉਹਨਾਂ ਨੇ ਤਾਂ ਐਤਕੀ ਵੀ ਕਿਹਾ ਸੀ ਕਿ ਮੈਂ ਚੋਣ ਨਹੀਂ ਸੀ ਲੜਨੀ ਚਾਹੁੰਦਾ, ਪਰ ਪਾਰਟੀ ਦਾ ਫੈਸਲਾ ਸਿਰ ਮੱਥੇ ਹੈ। ਜੇ ਇਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਭਾਜਪਾ ਦੇ ਨਾਲੋਂ ਗੱਠਜੋੜ ਟੁੱਟਿਆ, ਜਿਸ ਤਰੀਕੇ ਢੀਂਡਸਾ ਸਾਹਿਬ ਸਰਗਰਮ ਹੋਏ ਨੇ, ਕੈਪਟਨ ਸਾਹਿਬ ਦਾ ਉਧਰਲੇ ਪਾਸੇ ਗੱਠਜੋੜ ਹੋਇਆ, ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਮਾਲਵੇ ਦੇ ਵਿੱਚ ਹੰਬਲਾ ਮਾਰਿਆ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸੂਬੇ ਦੀ ਸਿਆਸਤ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਉਹ ਵੀ ਉਸ ਵੇਲੇ ਜਦੋਂ ਬਿਕਰਮ ਸਿੰਘ ਮਜੀਠੀਆ ਹੋਰੀ ਕਾਨੂੰਨੀ ਦਾਅ ਪੇਚ ਦੇ ਵਿੱਚ ਉਲਝੇ ਹੋਏ ਹੈ। ਇਸ ਕਰਕੇ ਅਕਾਲੀ ਦਲ ਦੀ ਸਰਕਾਰ ਬਣੇ ਨਾ ਬਣੇ, ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਲਾਲਾਬਾਦ ਤੋਂ ਜੇ ਵਿਧਾਇਕ ਚੁਣੇ ਗਏ ਤਾਂ ਫਿਰੋਜ਼ਪੁਰ ਦੀ MPਸ਼ਿਪ ਜਿਹੜੀ ਉਹ ਛੱਡਣਗੇ। ਚਲੋ ਇਹ ਤਾਂ ਹੁਣ ਟਾਈਮ ਦੱਸੂਗਾ ਵੀ ਅਗਲੇ ਕੀ ਕਰਦੇ, ਪਰ ਮਤਲਬ ਇਹ ਆਪਾਂ ਉਹ ਦੱਸ ਰਹੇ ਹਾਂ ਵੀ ਆਹ ਸਿਨੈਰੀਓ ਹੋਇਆ ਤਾਂ ਇਦਾਂ ਹੋਊਗਾ ਜੀ, ਆਹ ਹੋਇਆ ਤਾਂ ਇਦਾਂ ਹੋਊਗਾ। ਪਰ ਜਿਹੜੀਆਂ ਦੂਜੀਆਂ ਦੋ ਸੀਟਾਂ ਸ੍ਰੀ ਚਮਕੌਰ ਸਾਹਿਬ ਤੇ ਭਦੌੜ ਵਾਲੀ, ਉਹਦੇ 'ਚ ਕੁਛ ਮਰਜ਼ੀ ਹੋ ਜਾਵੇ, ਦੋਵਾਂ 'ਚੋਂ ਇੱਕ ਹਲਕੇ ਨੂੰ ਤੇ ਜ਼ਿਮਨੀ ਚੋਣ ਦਾ ਸਾਹਮਣਾ ਕਰਨਾ ਹੀ ਪੈਣਾ। ਜ਼ਰੂਰੀ ਨਹੀਂ। ਕਿਉਂ ਜੀ? ਮੰਨ ਲਓ ਜੇ ਚੰਨੀ ਸਾਹਿਬ ਇੱਕ ਸੀਟ ਤੋਂ ਹੀ ਜਿੱਤਦੇ ਆ ਫਿਰ। ਅੱਛਾ, ਤੁਸੀਂ ਹਰਾ ਦਿਓਗੇ? ਨਹੀਂ, ਮੈਂ ਹਰਾਉਂਦਾ ਨਹੀਂ। ਨਹੀਂ, ਚੰਨੀ ਸਾਹਿਬ ਨੂੰ ਹਰਾਤਾ ਤੁਸੀਂ? ਨਹੀਂ, ਮੈਂ 111 ਦਿਨਾਂ ਦਾ ਕੰਮ ਮਿੱਟੀ ਕਰਤਾ WhatsApp ਤੋਂ ਹੀ। ਨਹੀਂ, ਇੱਥੇ 5 ਸਾਲਾਂ ਦਾ ਵੀ ਹੁੰਦਾ। ਨਹੀਂ, ਇੱਥੇ 15 ਸਾਲਾਂ ਦਾ ਵੀ ਹੋ ਜਾਂਦਾ, ਨਹੀਂ ਤਾਂ ਬੀਬੀ ਸ਼ੀਲਾ ਦੀਕਸ਼ਤ ਹੁੰਦੇ ਸਰਕਾਰ ਚੰਗੀ ਸਰਕਾਰ ਨਹੀਂ ਸੀ ਮਤਲਬ। ਨਹੀਂ, ਇਹ ਤਾਂ ਤੁਹਾਨੂੰ ਪਤਾ ਹੋਊਗਾ ਨਾ। ਮੈਂ ਤੇ ਕਹਿਣ ਡਿਆ ਵੀ ਦੋਵਾਂ ਸੀਟਾਂ ਤੋਂ ਉਹਨਾਂ ਜਿੱਤਣਾ। ਇਹ ਤਾਂ ਦੱਸ ਦੇਣਗੇ ਪਰਿਵਾਰ ਦੇ ਮੈਂਬਰ। ਮੈਂ ਤਾਂ ਨਹੀਂ ਕਹਿੰਦਾ, ਮੈਂ ਕਾਹਨੂੰ ਕਹਿਣਾ, ਨਾਲ ਸਾਨੂੰ ਕੀ। ਇਹੋ ਜੀ ਗੱਲ ਕਰਕੇ ਮੈਂ ਤਾਂ ਕਹਿਣਾ ਵੀ ਜੇ ਨਤੀਜਾ ਨਹੀਂ ਆਇਆ ਕਿਉਂ 10 ਤਰੀਕ ਤੱਕ ਉਹਨੇ ਇਹਦਾ ਕਹਿਣਾ ਤੁਸੀਂ ਜੇਤੂ ਜੀ। ਨਹੀਂ, ਮੇਰੀ ਗੱਲ ਸੁਣੋ, ਜੇ ਇਦਾਂ ਕਹਿ ਦਈਏ ਕਿ ਦੋਨੇ ਸੀਟਾਂ ਤੋਂ ਜਿੱਤਦੇ ਆ, ਉਧਰੋਂ ਲਾਭ ਸਿੰਘ ਹੋਰੀ ਤੰਗ ਪਰੇਸ਼ਾਨ ਹੋਣਗੇ, ਉਧਰਲੇ ਪਾਸੇ ਨਾਲ ਹੀ ਹੋਰ ਬੰਦੇ ਕਈ ਨੇ ਉਹ ਵੀ ਪਰੇਸ਼ਾਨ ਹੋਣਗੇ। ਕਿਉਂਕਿ ਮੈਂ ਨਹੀਂ ਕਹਿੰਦਾ, ਅਰਵਿੰਦ ਕੇਜਰੀਵਾਲ ਕਹਿੰਦੇ ਆ, ਉਹ ਕਹਿੰਦੇ ਜੀ ਦੋਨੇ ਸੀਟਾਂ, ਉਹਨਾਂ ਨੇ ਤਾਂ ਵੋਟਾਂ ਵੀ ਦੱਸੀਆਂ ਸੀ, ਤੁਸੀਂ ਫੇਕ ਹੀ ਜਾਂਦੇ ਹੋ ਵੀ ਇੰਨੀਆਂ ਸੀਟਾਂ ਦਾ ਵੋਟਾਂ ਨਾਲ ਭਦੌੜ ਤੋਂ ਹਰਦੇ ਨੇ। ਚਲੋ ਜੇ ਚੰਨੀ ਸਾਹਿਬ ਦੋਨਾਂ ਸੀਟਾਂ ਤੋਂ ਜਿੱਤਦੇ ਆ ਤੇ ਫਿਰ ਇੱਕ ਹੋਰ ਸਿਨੈਰੀਓ ਹੈ। ਹਾਂਜੀ, ਚਲੋ ਛੱਡੋ, ਮੈਂ ਉਹ ਰਹਿਣ ਨਹੀਂ ਦਿੰਦੇ। ਨਹੀਂ, ਤੁਸੀਂ ਰਹਿਣ ਦਿਓ, ਨਹੀਂ ਫਿਰ ਤੁਸੀਂ ਜ਼ਿਆਦਾ ਤੰਗ ਕਰਨਾ। ਮੈਂ ਚਲੋ ਨਹੀਂ ਸਮਝ ਹੀ ਗਏ ਸਾਰੇ ਜਣੇ। ਕਾਹਨੂੰ ਵੀ ਆਪਾਂ ਕਾਹਨੂੰ ਕਹਿਣਾ। ਸੰਧਾਲੀਆ ਸਾਹਿਬ, ਕਈ ਬੰਦੇ ਝਾਕ ਦੇ ਵਿੱਚ ਨੇ। ਦਰਬਾਰਾ ਸਿੰਘ ਗੁਰੂ ਅਕਾਲੀ ਦਲ ਦੇ ਵਿੱਚ ਹੁੰਦੇ ਸੀ। ਆਸ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸੀ ਕਿ ਚਲੋ ਅਕਾਲੀ ਦਲ ਨੇ ਟਿਕਟ ਤਾਂ ਦਿੱਤੀ ਨਹੀਂ, ਜੇ ਚੰਨੀ ਸਾਹਿਬ ਦੋਨਾਂ ਸੀਟਾਂ ਤੋਂ ਜਿੱਤ ਗਏ ਤਾਂ ਉਹ ਫਿਰ ਭਦੌੜ ਸੀਟ ਜੇ ਖਾਲੀ ਕਰ ਦੇਣਗੇ ਤਾਂ ਫਿਰ ਆਪਾਂ ਆ ਜਾਾਂਗੇ। ਪਿਰਮਲ ਸਿੰਘ ਖਾਲਸਾ ਹੋਰੀ ਵੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ, ਕਿਸੇ ਗੱਲ ਨਹੀਂ ਹੋਏ ਸੀ, ਟਿਕਟ ਉਹਨਾਂ ਦੀ ਕੱਟ ਕੇ ਭਦੌੜ ਤੋਂ ਚੰਨੀ ਸਾਹਿਬ ਨੂੰ ਦੇਤੀ ਹੈ। ਉਹ ਵੀ ਇੱਕ ਅੱਧਾ ਦਿਨ ਗੁੱਸੇ ਰਿਹਾ, ਮੁੜ ਕੇ ਚੰਨੀ ਸਾਹਿਬ ਘਰ ਜਾ ਕੇ ਮਨਾ ਕੇ ਲਿਆਏ ਸੀ ਤੇ ਕੁਝ ਕਹਿ ਕੇ ਹੀ ਆਏ ਹੋਣੇ ਆ। ਇਸ ਕਰਕੇ ਭਦੌੜ ਦੇ ਉੱਤੇ ਅੱਖ ਬਹੁਤ ਸਾਰਿਆਂ ਦੀ ਹੈ। ਤੇ ਬਾਕੀ ਇਹ ਨਹੀਂ ਪਤਾ ਕਿ ਜੇ ਚਮਕੌਰ ਸਾਹਿਬ ਨੂੰ ਉਹ ਛੱਡਦੇ ਆ, ਕਿਉਂਕਿ ਭਾਈ ਸਾਹਿਬ ਦਾ ਦਾਅ ਲੱਗ ਸਕਦਾ ਸੀ, ਉਹ ਡੇਰਾਬੱਸੀ ਤੋਂ ਉਮੀਦਵਾਰ ਨੇ। ਇਸ ਕਰਕੇ ਕਿਤੇ ਨਾ ਕਿਤੇ ਇਹ ਦੋ ਪਾਸਿਆਂ ਤੇ ਨਜ਼ਰਾਂ ਨੇ, ਜਿੱਥੇ ਕਿ ਚੋਣਾਂ ਤੋਂ ਬਾਅਦ ਫਿਰ ਚੋਣਾਂ ਦੇ ਲਈ ਢੋਲ ਤੇ ਡਗਾ ਲੱਗ ਸਕਦਾ ਹੈ। ਤੀਸਰੀ ਗੱਲ ਰਹੀ ਭਗਵੰਤ ਮਾਨ ਸਾਹਿਬ ਦੀ। ਸੰਗਰੂਰ ਤੋਂ MP ਨੇ, ਭਦੌੜ ਤੋਂ ਧੂਰੀ ਤੋਂ ਚੋਣ ਲੜ ਰਹੇ ਹੈ। ਤੇ ਧੂਰੀ ਤੋਂ ਜਦੋਂ ਚੋਣ ਲੜ ਰਹੇ ਤੇ ਜੇ ਜਿੱਤ ਜਾਂਦੇ ਨੇ ਫਿਰ ਸੰਗਰੂਰ ਤੋਂ ਫਿਰ ਸੰਗਰੂਰ ਵਾਲਿਆਂ ਨੂੰ ਹੋ ਸਕਦਾ ਨਵਾਂ MP ਲੱਭਣਾ ਪਵੇ। ਤੇ ਜੇ ਮੰਨ ਲਓ ਜਿੱਤ ਵੀ ਜਾਂਦੇ ਨੇ ਤੇ ਉਧਰ ਨਹੀਂ ਕੰਮ ਪੂਰਾ ਹੁੰਦਾ ਨਾਠਾਂ ਵਾਲਾ, ਫਿਰ ਹੋ ਸਕਦਾ ਉਹ ਕਹਿਣ ਵੀ ਨਹੀਂ ਕੋਈ ਨਹੀਂ ਯਾਰ ਮੈਂ MP ਠੀਕ ਆ, ਇੱਥੋਂ ਕੋ ਮੁੰਡਾ ਹੋਰ ਲੜਾ ਲੈਂਦੇ ਆ। ਨਹੀਂ, ਮੈਨੂੰ ਐਂ ਲੱਗਦਾ ਸੰਧਾਲੀਆ ਸਾਹਿਬ, ਜਿੱਦਾਂ ਮੈਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਲੱਗਦਾ, ਉਦਾਂ ਹੀ ਭਗਵੰਤ ਮਾਨ ਹੋਰਾਂ ਦਾ ਲੱਗਦਾ ਕਿ ਭਗਵੰਤ ਮਾਨ ਹੋਰਾਂ ਦੀ ਜੇ ਜਿੱਤਦੇ ਆ, ਜੇ ਸਰਕਾਰ ਦੇ ਵਿੱਚ ਘੂਣਤਾ ਹੀ ਰਹਿੰਦੀ ਵੀ ਹੈ, ਉਹ ਰਹਿਣਗੇ ਸੂਬੇ ਦੀ ਰਾਜਨੀਤੀ 'ਚ। ਵੈਸੇ ਚਾਹੀਦਾ ਵੀ ਹੈ, ਕਿਉਂਕਿ ਜਦੋਂ MP ਬਣੇ ਸੀ ਉਦੋਂ ਕੋਈ MP ਪੰਜਾਬ 'ਚ ਲੱਭਦਾ ਥੋੜ੍ਹੀ ਹੁੰਦਾ ਸੀ ਬਹੁਤਾ। ਉਹਨਾਂ ਨੇ ਜਾ ਕੇ ਦੱਸਤਾ ਜੀ ਭਾਸ਼ਣ ਐਂ ਦਈਦਾ ਹੈ, ਸਵਾਲ ਐਂ ਪੁੱਛੀਦੇ ਆ, ਸਰਗਰਮੀ ਐਂ ਕਰੀਦੀ ਹੈ। ਉਹ ਮੜ ਜਾ ਵਿਧਾਨ ਸਭਾ ਵਾਲਿਆਂ ਨੂੰ ਵੀ ਦੱਸ ਜਾਣ 5 ਸਾਲ ਗੱਲ ਕਿਹੜੀ ਹੈ,
ਨਹੀਂ ਉਹ ਕਾਰਨ ਪਤਾ ਕੀ ਹੈ, ਦੇਖੋ ਉਹ ਸੈਸ਼ਨ ਜਿਹੜਾ ਉੱਪਰਲਾ ਉਹ ਤੇ ਚੱਲਦਾ ਫਿਰ ਵੀ ਕੁਝ ਦਿਨ ਸਾਲ 'ਚ ਵੀ ਪਤਾ ਵੀ 15 ਦਿਨ ਹੁਣ ਬੈਠੇ, ਫਿਰ 15 ਦਿਨਾਂ ਨੂੰ ਬੈਠੇ ਹੋਣਾ ਨਾ। ਦੇਖੋ ਜੇ 10 ਨੂੰ ਨਤੀਜਾ ਆਉਣਾ, 14 ਨੂੰ ਫਿਰ ਉਧਰੋਂ ਪਾਰਲੀਮੈਂਟ ਜੁੜ ਜਾਣੀ ਹੈ। ਪਰ ਰਹੀ ਗੱਲ ਆਪਣੀ ਪੰਜਾਬ ਵਿਧਾਨ ਸਭਾ ਦੀ, ਇੱਥੇ ਦੇ ਕੰਮ ਇੱਦਾਂ ਹੁੰਦਾ ਵੀ ਜਦੋਂ ਕਹਿੰਦੇ ਵੀ ਸੈਸ਼ਨ ਲੰਘ ਗਿਆ ਜੀ, ਆ ਜਿਹੜਾ ਐਤਕੀ ਲੰਘਿਆ ਸੀਗਾ ਸ਼ੁਰੂ ਜਿਹੇ ਦੇ ਵਿੱਚ, ਉਦੋਂ ਕੀ ਚਰਚਾ ਚੱਲੀ, ਉਹ ਜੀ ਕੈਪਟਨ ਸਾਹਿਬ ਨੂੰ ਕਹੋ ਜੀ ਉਹ ਮਹਾਰਾਜ ਉਹ ਸੈਸ਼ਨ ਕਰਾਉਣਾ ਭੁੱਲ ਹੀ ਗਿਆ ਜੀ। ਫਿਰ 2 ਦਿਨ ਰੌਲਾ ਰੱਪਾ ਪਿਆ, ਖਬਰਾਂ 'ਚ ਵੀ ਆਇਆ, ਉਹ ਕਿਸੇ ਨੇ ਗੱਲ ਕਹਿ ਦੇਣੀ ਜੀ ਉਹ ਵਾਕਈ ਆਪਾਂ ਭੁੱਲ ਗਏ। ਅੱਛਾ ਫਿਰ ਚਲੋ ਸੱਦੋ, ਫਿਰ ਪੂਰੇ 1 ਦਿਨ ਦਾ ਸੱਦ ਲਓ, ਫਿਰ ਖੁੱਲ੍ਹਾ ਟਾਈਮ ਲਾ ਲੈਂਦੇ ਹਾਂ। ਹੁਣ 1 ਦਿਨ ਦਾ ਸੈਸ਼ਨ ਤੇ ਉੱਥੇ ਵੀ ਅੱਧਾ 1 ਦਿਨ ਬੰਦੇ ਪਹੁੰਚਦੇ ਆ, ਉਦੋਂ ਬਾਅਦ ਸ਼ਰਧਾਂਜਲੀਆਂ, ਤੇ ਜਿੰਨੇ 'ਚ ਇਹਨੂੰ ਵਾਰੀ ਆਉਂਦੀ ਬੰਦਾ ਗਲਾ ਸਾਫ਼ ਕਰਦਾ, ਉਹ ਕਹਿੰਦਾ ਵੀ ਕੋਈ ਨਹੀਂ ਹੁਣ ਠੀਕ ਆ ਵੀ ਫੇਰ ਮਿਲਾਂਗੇ। ਇੱਥੇ ਥੋੜ੍ਹਾ ਵਾਰੀ ਆਉਣੀ ਕਿਸੇ ਦੀ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ, ਪਰ ਆਪਣੇ ਉੱਥੇ ਇੱਕ ਪ੍ਰੋਵੀਜ਼ਨ ਹੁੰਦਾ ਕਿ ਜੇ ਅੰਦਰ ਨਹੀਂ ਗੱਲ ਸੁਣਦੇ ਬਾਹਰ ਚਲਾ ਲਓ ਆਪਣਾ, ਕਿਉਂਕਿ ਅੰਦਰਲਾ ਦਾ ਪਤਾ ਨਹੀਂ ਲਾਈਵ ਚੱਲੇ ਨਾ ਚੱਲੇ, ਜਿਹੜਾ ਵਿਧਾਨ ਸਭਾ ਦੇ ਬਾਹਰ ਚੱਲਦਾ ਉਹ ਲਾਈਵ ਚੱਲਦਾ ਹੁੰਦਾ। ਇਹ ਹੈਗਾ ਹੈ ਨਾ, ਚਾਹੇ ਅਕਾਲੀ ਚਲਾਉਣ, ਕਾਂਗਰਸੀ ਚਲਾਉਣ, ਆਪ ਵਾਲੇ ਚਲਾਉਣ। ਹਾਂ ਨਹੀਂ ਲੋਕ ਇਨਸਾਫ ਪਾਰਟੀ ਵਾਲਾ ਵੀ ਚੱਲਦਾ, ਨਹੀਂ ਉਹ ਵੀ ਚੱਲਦਾ। ਇੱਕ ਸਾਰੇ ਇਹ ਗੱਲ ਹੈਗੀ ਆ ਵੀ ਪੰਜਾਬ ਵਿਧਾਨ ਸਭਾ ਸੈਸ਼ਨ ਚੱਲੇ ਨਾ ਚੱਲੇ, ਉਹਦੇ ਬਾਹਰ ਲਾਈਵ ਬੜੇ ਚੱਲਦੇ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਰਿਕਾਰਡ ਬੋਲਦੇ ਹੁੰਦੇ ਕਈ ਵਾਰੀ, ਤੇ ਪੰਜਾਬ ਦੇ ਵਿੱਚ ਵੀ ਜੇ ਕੋਈ ਸੱਜਣ ਹਿੰਮਤ ਕਰੇ, ਹੌਸਲਾ ਕਰੇ, ਤਾਂ ਪਿਛਲੇ 20 ਸਾਲਾਂ ਦੇ ਰਿਕਾਰਡ ਕਢਾਵੇ ਕਿ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਤੇ ਆਖਰੀ 2-3 ਘੰਟਿਆਂ ਦੇ ਵਿੱਚ ਕਿੰਨੇ ਮਤੇ ਪਾਸ ਹੋ ਜਾਂਦੇ। ਆਹ ਬਿੱਲ ਲਿਆਂਦਾ ਜੀ ਪਾਸ, ਆਹ ਬਿੱਲ ਲਿਆਂਦਾ ਜੀ ਪਾਸ, ਵਿਰੋਧੀ ਧਿਰ ਵਾਕਆਊਟ ਪਾਸ। ਜਾਣੀ ਬਹੁਤ ਸੰਵੇਦਨਸ਼ੀਲ ਮਸਲਿਆਂ ਦੇ ਉੱਤੇ ਵੀ ਜਿਹੜੇ ਮਤੇ ਲੈ ਕੇ ਆਉਂਦੇ ਆ, 3 ਮਿੰਟ ਬਹਿਸ, 1.5 ਮਿੰਟ ਦੇ ਵਿੱਚ ਪਾਸ। ਤੇ ਜਦੋਂ ਸਾਡੇ ਕੋਲ ਰਿਕਾਰਡ ਇਦਾਂ ਦੇ ਆ, ਫਿਰ ਮੈਨੂੰ ਲੱਗਦਾ 117 ਬੰਦੇ ਚੁਣਨ ਦੀ ਲੋੜ ਨਹੀਂ, ਟੈਲੀਫੋਨ ਤੇ ਪੁੱਛ ਲਿਆ ਕਰਨ ਉਹਨਾਂ ਨੂੰ। ਪਤਾ ਹੀ ਗੱਲ ਬਾਟ ਸਾਹਿਬ, ਇਹ ਜ਼ਰੂਰੀ ਹੁੰਦਾ। ਦੇਖੋ ਜਦੋਂ ਦੇ ਬੰਦੇ ਆਉਂਦੇ ਆ ਉਦੋਂ ਆਉਂਦੇ ਤਾਜ਼ਾ ਦਮ, ਅੰਦਰ ਜਦੋਂ ਮਾੜਾ ਜਿਹਾ ਮਤਾ ਲਿਆਉਣਾ ਕਿ ਮਤੇ ਦੀ ਮਾੜੀ ਜਿਹੀ ਗੱਲ ਹੈ ਜੇ ਮਗਰੋਂ ਛੇੜਨੀ, ਨਾਲ ਹੀ ਮੁਰਦਾਬਾਦ। ਫਿਰ ਆਪਣੇ ਜਿਹੜੇ ਮਾਰਸ਼ਲ ਵੀਰ ਉੱਥੇ ਰੱਖੇ ਆ, ਉਹਨਾਂ ਦਾ ਕੰਮ ਹੀ ਨਾਲ ਹੀ ਚੱਲ ਪੈਂਦਾ। ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, 6 ਮਹੀਨੇ 3-4 ਲੀਡਰ ਹੀ ਚੁੱਕ ਕੇ ਬਾਹਰ ਰੱਖਣੇ ਹੁੰਦੇ, ਆਪਾਂ ਰੱਖ ਆਈਦੇ। ਉਹ ਟਾਈਮ ਨਾਲ ਜੱਫਾ ਮਾਰਦੇ ਤੇ ਚਲੋ ਜੀ ਚੁੱਕ ਕੇ ਬਾਹਰ। ਜੇ ਕੋਈ ਜੱਫੇ ਵਾਲਾ ਨਾ ਵੀ ਹੋਵੇ ਤੇ ਫਿਰ ਬਿਲਕੁਲ ਹੀ ਚੱਕ ਲੈਂਦੇ ਪੈਰਾਂ ਤੋਂ ਵੀ, ਚੁੱਕ ਕੇ ਲੈਣ ਕੇ ਬਾਹਰ ਰੱਖਦੇ ਨੇ ਉਹਨਾਂ ਨੇ। ਫਿਰ ਇੱਕ ਵਾਰ ਦੁਬਾਰਾ ਗਿਣਤੀ ਮਾਰਦੇ, ਵੇਖੋ ਕੋਈ ਵਿਰੋਧੀ ਵਾਲਾ ਰਹਿ ਦੇਣਗੇ, ਨਹੀਂ ਹੁਣ ਆਪਣੇ ਹੀ ਬੰਦੇ ਆ, ਸ਼ੁਰੂ ਕਰੋ ਫਿਰ ਤੁਸੀਂ। ਲਓ ਫਿਰ ਕਹਿੰਦੇ 15 ਮਿੰਟ ਜੇ ਤੇ 17 ਮਤੇ ਪਾਸ ਕਰਨੇ, ਕਹਿੰਦੇ ਆਉਣ ਦਿਓ ਫਿਰ ਬਸ, ਨਾਲ ਟਾਈਮਰ ਲਾ ਕੇ ਸ਼ੁਰੂ ਹੋ ਜਾਂਦੇ ਆ। ਹੋ ਸਕਦਾ ਵਿਚਾਰੇ ਜਿਹੜੇ ਉੱਥੇ ਵਿਚਾਰੇ ਉਹ ਸਟੈਨੋ ਟਾਈਪਿਸਟ ਬੰਦੇ ਵਿਚਾਰੇ, ਜਿਹੜਾ ਥੱਲੇ ਵਾਲਾ ਅਮਲਾ ਫੈਲਾ, ਉਹ ਵਿਚਾਰੇ ਟਾਈਪ ਕਰਦੇ ਭੁੱਲ ਕਿਹੜਾ ਲੰਘ ਗਿਆ, ਕਿਹੜਾ 13 ਨੰਬਰ 13 ਅੱਛਾ ਯਾਰ ਮੈਂ ਜੇ 12ਵਾਂ ਟਾਈਪ ਕਰਨ ਡਿਆ। ਵੈਸੇ ਸੰਧਾਲੀਆ ਸਾਹਿਬ ਹੈ ਤਾਂ ਧੱਕਾ ਹੀ ਆ ਨਾ। ਜਾਣੀ ਤੁਹਾਡੇ ਵਰਗਾ ਬੰਦਾ ਤੇ ਚਲੋ ਹੋ ਸਕਦਾ, ਮੰਨ ਲਓ ਕਿ ਮਾਰਸ਼ਲ ਦੇ ਲਈ ਪੋਸਟਾਂ ਨਿਕਲਣ, ਮੈਂ ਮੰਨ ਲਓ ਅਪਲਾਈ ਕਰਦਾ, ਤੁਸੀਂ ਵੀ ਕਰਦੇ ਹੋ, ਮੈਨੂੰ ਤਾਂ ਉਹਨੇ ਰੱਖਣਾ ਹੀ ਕਹਿਣਾ, ਤੇਤੋਂ ਨਹੀਂ ਕੋਈ ਚੁੱਕਿਆ ਜਾਣਾ ਯਾਰ। ਨਹੀਂ ਮੈਂ ਵੈਸੇ ਗੱਲ ਹੀ ਕਰਦਾ, ਪਤਾ ਨਹੀਂ ਮੈਂ WhatsApp ਉੱਥੇ ਮਾਰਸ਼ਲ ਥੋੜਾ ਲੱਗਣਾ, ਮੈਂ ਤਾਂ ਖੁਦ ਅੰਦਰ ਜਾਣਾ। ਮੈਂ ਹਾਂ ਤੁਹਾਡੀ ਸਿਫਾਰਿਸ਼ ਕਰਾਂਗਾ, ਮੈਂ ਅੱਛਾ ਵੀ ਇਹਨੂੰ ਰੱਖ ਲਓ, ਹਾਂ ਇਹਨੂੰ ਰੱਖ ਲਵੋ। ਤੇ ਮੈਂ ਕਹਿਣਾ ਵੀ ਮੈਂ ਤੋਂ ਚੱਕ ਦੇਣਾ, ਮੈਂ ਰਾਹ ਦੱਸਦਾ ਕਿੱਧਰ ਦੀ ਲਿਆਉਣਾ ਜਾ ਕੇ। ਨਹੀਂ ਸਾਡਾ ਤਰੀਕਾ ਸਟਾਈਲ ਬੜਾ ਵਧੀਆ ਨਾ, ਉੱਥੇ ਜਾ ਕਹਿਣਾ ਵੀਰ ਬਣ ਕੇ ਬਾਹਰ ਆ ਜਾਓ, ਇਦਾਂ ਠੀਕ ਨਹੀਂ ਲੱਗਦਾ, ਇੱਕ ਵਾਰੀ ਆ ਜਾਓ, ਹੈ ਨਾ, ਬਹੁਤੀ ਗੱਲ ਹੈ। ਤੇ ਆਹੀ ਗੱਲ ਕਰਨੀ ਆਪਾਂ ਬਾਹਰ ਜਾ ਕੇ, ਮੈਂ ਤੁਹਾਡੇ ਨਾਲ ਖੜਨਾ। ਲੋਕ ਪੱਖੀ ਗੱਲ ਕਰਨੀ, ਇਹਦੇ 'ਚ ਕਿਹੜੀ ਗੱਲ ਨਹੀਂ। ਉਹਨਾਂ ਕਹਣਾ ਅਸੀਂ ਨਹੀਂ ਆਣਾ, ਉਹ ਇੱਥੇ ਕਿਹੜਾ ਲਾਈਵ ਚੱਲਦਾ, ਬਾਹਰ ਲਾਈਵ ਚੱਲਦਾ। ਫਿਰ ਮੈਨੂੰ ਨਹੀਂ, ਫਿਰ ਮੈਂ ਮਗਰ ਜਾਣਾ, ਫਿਰ ਲੀਡਰ ਨਹੀਂ ਮਤਲਬ ਆਪਾਂ ਥੋੜਾ ਜਿਹਾ ਆਈਡੀਆ ਆਪਣੇ ਪੰਜਾਬ ਦੇ, ਕਿਉਂਕਿ ਹੁਣ ਤੱਕ ਤਾਂ ਪਤਾ ਲੱਗ ਹੀ ਆ ਹੋਣਾ ਵੀ ਜਿਹੜੇ ਮੁੱਖ ਮੰਤਰੀ ਦੇ 3 ਚਿਹਰੇ ਨੇ ਲਗਭਗ ਜੀ, 3 ਦੇ 3 ਚਿਹਰੇ ਹੀ ਜਿੱਥੇ ਇਸ ਵਕਤ ਫਸੇ ਨੇ, ਉਹਨਾਂ ਚੋਂ ਕੋਈ ਮੁੱਖ ਮੰਤਰੀ ਬਣ ਜੇ, ਚਾਹੇ ਚੰਨੀ ਸਾਹਿਬ ਬਣ ਜਾਣ, ਭਗਵੰਤ ਮਾਨ ਹੋਰੀ ਬਣ ਜਾਣ, ਚਾਹੇ ਸੁਖਬੀਰ ਸਿੰਘ ਬਾਦਲ ਸਾਹਿਬ ਬਣ ਜਾਣ, ਪੰਜਾਬ ਦੇ ਵਿੱਚ ਜ਼ਿਮਨੀ ਚੋਣ ਹੋਣੀ। ਜੇ ਚੰਨੀ ਸਾਹਿਬ ਇੱਕ ਥਾਂ ਤੋਂ ਲੜਦੇ ਫਿਰ ਸ਼ਾਇਦ ਗੱਲ ਬਣ ਜਾਂਦੀ, ਜਾਂ ਫਿਰ ਜਿਹੜੀ ਗੱਲ ਤੁਸੀਂ ਕਹੀ ਜੇ ਉਹ ਸਿਨੈਰੀਓ ਹੋ ਗਿਆ ਫਿਰ ਸ਼ਾਇਦ ਨਾ ਹੋਵੇ। ਚਲੋ ਬਾਕੀ ਸੰਧਾਲੀਆ ਸਾਹਿਬ ਇਹ ਤਾਂ ਹੁਣ 10 ਤਰੀਕ ਜਾਣੇ ਕਿ ਕਿਹਨੂੰ ਕਿੱਦਾਂ ਦਾ ਫਤਵਾ ਜਿਹੜਾ ਦੇਣਾ ਹੈ। ਰੌਲੇ ਬਹੁਤ ਨੇ, ਜਾਣੀ ਪੰਜਾਬ ਦੇ ਨਾ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਬੰਦਾ, ਕਈ ਵਾਰੀ ਕੋਈ ਹੱਟੀ ਹੁੰਦੀ ਆ ਤੇ ਉਹਦੇ ਨੇੜੇ ਸੱਥ ਜੀ ਬਣੀ ਹੁੰਦੀ ਆ, ਉੱਥੇ ਵੀ ਹੁਣ 12 ਟਾਣੀ ਘੱਟ ਪਾਉਂਦੇ ਆ, ਸਰਕਾਰ ਵੱਧ ਪਾਉਂਦੇ ਆ। ਉਹ ਇੱਕ ਨੇ ਐਂ ਕਰਨਾ, ਐ ਮਾਰ ਜਾ ਐਂ ਕਰਕੇ, ਨਹੀਂ ਤੈਨੂੰ ਨਹੀਂ ਪਤਾ, ਲਿਆ ਕੱਖ ਜਿਹਾ ਮੈਨੂੰ ਫੜਾ, ਇਦਾਂ ਇਹਨੂੰ ਇੰਨੀਆਂ ਇਹਦੀ ਸਰਕਾਰ ਬਣਨੀ ਆ। ਉਧਰਲੇ ਪਾਸੇ ਦੂਜੇ ਪਾਸੇ ਆਉਂਦਾ, ਉਹਨੇ ਪਰਨਾ ਝਾੜ ਕੇ, ਉਹ ਨਹੀਂ ਇਦਾਂ ਨਹੀਂ, ਉਹਨੇ ਐ ਉਹਨੂੰ ਰੋਲ ਕੇ ਆ ਕੱਖ ਜਿਹਾ ਮੈਨੂੰ ਫੜਾ, ਉਹ ਇਹਦੀ ਬਣਨੀ ਆ, ਤੈਨੂੰ ਬਹੁਤ ਪਤਾ। ਮੈਂ ਕੱਲ ਖਬਰਾਂ ਸੁਣੀਆਂ, 2 ਮੁੰਡੇ ਉੱਥੇ ਬੋਲਦੇ ਸੀ। ਨਹੀਂ ਇਹ ਫਰਕ ਹੈਗਾ, ਤੇ ਸਾਰੇ ਕੁਛ ਦੇ ਵਿੱਚ ਆਪਾਂ ਜ਼ਿਕਰ ਕਰ ਲਈ, ਚਲੋ ਆਪਾਂ ਪਰਟੀਕੂਲਰ ਜ਼ਿਕਰ ਨਹੀਂ ਕਰਦੇ। ਮੋਟੀ ਸ਼ਰਤ ਜਿਹੜੀ ਸਾਹਮਣੇ ਆਈ, ਜੇ ਤੁਹਾਡੇ ਵੀ ਧਿਆਨ 'ਚ ਕੋਈ ਹੋਈ ਤਾਂ ਤੁਸੀਂ ਟਿੱਪਣੀ 'ਚ ਲਿਖ ਦਿਓ ਵੀ ਸਾਡੇ ਲਾਗੇ ਬੰਨੇ ਜਾਂ ਕਿਤੇ ਨਜ਼ਰ 'ਚ ਆਹ ਸ਼ਰਤ ਲੱਗੀ ਹੈ। ਇੱਕ ਸ਼ਰਤ ਲੱਗੀ ਸ਼ਾਇਦ 10 ਕਿੱਲਿਆਂ ਦੀ ਜੀ, ਇੱਕ ਸ਼ਰਤ ਲੱਗੀ ਆ ਲੱਖ ਰੁਪਈਏ ਦੀ, ਇੱਕ ਮੈਂ ਸ਼ਰਤ ਸੁਣੀ 5-5 ਲੱਖ ਦੀ, ਇੱਕ ਸ਼ਰਤ ਸ਼ਾਇਦ ਥੋੜ੍ਹੇ ਹਜ਼ਾਰ ਦੀ ਵੀ ਸੀ, 30-40 ਹਜ਼ਾਰ 50 ਹਜ਼ਾਰ ਦੀ ਸ਼ਰਤ। ਇੱਕ ਸ਼ਰਤ ਮੈਂ ਸੁਣੀ ਆ
ਮੁੰਦੀ ਦੀ ਸੋਨੇ ਵਾਲੀ ਮੁੰਦੀ ਦੀ, ਉਹ ਵੀ ਕਿਸੇ ਨੇ ਪਾਈ ਸੀ ਤੇ ਉਹ ਕਹਿੰਦਾ ਵੀ ਹਾਂ ਆ ਮੁੰਦੀ ਮੈਂ ਤੈਨੂੰ ਦੇ ਦੂੰ, ਤੇ ਉਹ ਕਹਿੰਦਾ ਵੀ ਉਦੋਂ ਤੂੰ ਕਿਹੜਾ ਮੰਨਣਾ, ਤੂੰ ਇੱਥੇ ਫੜਾ ਤੀਜੇ ਬੰਦੇ ਨੂੰ। ਉਹ ਸ਼ਾਇਦ ਉਦੋਂ ਦੀ ਲਾ ਕੇ ਫੜਾਈ ਆ ਬੰਦੇ ਨੂੰ। ਉਹ ਤੀਜਾ ਬੰਦਾ ਕੋਈ ਲੀਡਰ ਤਾਂ ਨਹੀਂ ਜਾਨੀ ਦੋਨੇ ਜਾਂਦੇ ਰਹੇ। ਇੰਨੀਆਂ ਕੁ ਸ਼ਰਤਾਂ ਜੇ ਚਰਚਾ ਦੇ ਨੇ, ਬਾਕੀ ਸੋਸ਼ਲ ਮੀਡੀਆ ਤੇ ਅਜੇ ਘੱਟ ਆਈਆਂ ਹੋਣਗੀਆਂ, ਟਿੱਪਣੀ ਤੁਸੀਂ ਜ਼ਰੂਰ ਦੱਸਿਓ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਇਹੋ ਜਿਹਾ ਟਾਈਮ ਹੀ ਆ ਗਿਆ ਕਿ ਵੀ ਲੋਕ ਸ਼ਰਤਾਂ ਲਾਉਣ ਲੱਗ ਪਏ ਵੀ ਲੈ ਵੀ ਐਤਕੀ ਫਲਾਨਾ ਆਊਗਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਫਿਰ ਵੀ ਫਰਕ ਤਾਂ ਫਰਕ ਹੀ ਆ ਨਾ, ਜਿੰਨਾ ਮਰਜ਼ੀ ਕਹੀਏ ਜੀ ਕਿ ਸਾਰਾ ਕੁਝ ਸਮਾਨ ਹੋ ਗਿਆ, ਨਹੀਂ, ਇਹ ਆਮ ਲੋਕਾਂ ਦੀਆਂ ਸ਼ਰਤਾਂ ਨੇ। ਤੁਸੀਂ ਜਿੰਨੀਆਂ ਗਿਣੀਆਂ ਮੈਂ ਨਾਲ ਨਾਲ ਨਾ ਇਹਨਾਂ ਨੂੰ ਜੋੜਦਾ ਸੀ। ਇੱਕ ਵਿਧਾਨ ਸਭਾ ਹਲਕੇ ਦੇ ਚੰਗੀ ਪਾਰਟੀ ਦੇ ਇੱਕ ਉਮੀਦਵਾਰ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਜੇ ਸਾਰੀਆਂ ਜੋੜ ਲਈਏ। ਫਰਕ ਹੈ ਆਮ ਲੋਕਾਂ ਦੀਆਂ ਸ਼ਰਤਾਂ ਨੇ, ਮੁੰਦੀ ਦੇ ਦੂੰ ਓਏ, 5 ਲੱਖ ਹੋਏ, 50,000 ਹੋਏ, ਇਹਨੂੰ ਫੜਾ ਦੇ ਓਏ। ਜੇ ਤੁਸੀਂ ਸ਼ਰਤਾਂ ਲਾਓ ਨਾ ਲੀਡਰ, ਠੀਕ ਆ ਫਲਾਨੀ ਖੱਡ ਫਿਰ ਤੈਨੂੰ ਦੇ ਦੂੰ ਮੈਂ, ਆ ਠੀਕ ਆ ਜੀ ਆ ਹੋਟਲ 2 ਤੇਰੇ ਬਈ, ਜਾਨੀ ਪੱਧਰ ਦਾ ਬੜਾ ਫਰਕ ਹੈ। ਨਹੀਂ ਬਾਟ ਸਾਹਿਬ ਇਹੀ ਫਰਕ ਹੈ। ਹੁਣ ਮੈਂ ਚਾਹੁੰਦਾ ਨਹੀਂ ਹੁੰਦਾ ਆਪਣੇ ਰਾਜ਼ ਖੋਲਣੇ, ਪਰ ਪਤਾ ਨਹੀਂ ਕਿਉਂ ਦੇ ਝੱਗਾ ਚਕਾਉਂਦੇ ਰਹਿੰਦੇ ਆ। ਲੀਡਰ ਬੰਦੇ ਕਦੀ ਸ਼ਰਤ ਨਹੀਂ ਲਾਉਂਦੇ, ਉਹ ਡੀਲ ਕਰਦੇ ਆ। ਮੰਨ ਲਓ ਆਪਾਂ ਦੋਵੇਂ ਖਲੋਤੇ ਆ, ਤੁਸੀਂ ਇੱਕ ਪਾਰਟੀ ਲਓ ਮੈਂ ਦੂਜੀ ਪਾਰਟੀ ਲਓ, ਤੁਸੀਂ ਕਹਿੰਦੇ ਵੀ ਮੇਰੀ ਸਰਕਾਰ ਆਉਣੀ, ਮੈਂ ਕਹਿੰਦਾ ਮੇਰੀ ਆਉਣੀ। ਆਪਾਂ ਲੜਨਾ ਥੋੜਾ, ਆਪਾਂ ਨਾ ਵੀਰ ਜੇ ਤੇਰੀ ਆ ਗਈ 75 ਤੇਰੇ 25 ਮੇਰੇ, ਜੇ ਮੇਰੀ ਆ ਗਈ 75 ਮੇਰੇ 25 ਤੇਰੇ, ਖੱਡ ਦੋਵਾਂ। ਇੱਕ ਸ਼ਰਤ ਹੋਰ ਵੀ ਹੁੰਦੀ ਆ, ਉਹ ਪਹਿਲਾਂ ਲੱਗਦੀ ਹੈ ਇਹ ਤੋਂ ਵੀ, 50 ਤੇਰੇ ਤੇ 50 ਮੇਰੇ, ਉਹਨੂੰ ਹਰਾਉਣਾ ਹੀ, ਉਹਨੇ ਨਹੀਂ ਖਾਣ ਦੇਣੇ ਨੇ, ਹੁੰਦਾ ਕਿ ਨਹੀਂ? ਉਹ ਤੇ ਤਾਂ ਕਰਨੀ ਪੈਣੀ ਆ ਵੀ ਜੇ 75 25 ਲਿਆਉਣਾ, ਤੇ ਜੇ ਉਹ ਨਾ ਕੀਤੀ ਤੇ ਹੋ ਸਕਦਾ ਵੀ 75 25 ਇਹਨਾਂ ਚੋਂ, ਉਹਦੇ 'ਚ ਵੀ ਕੋਈ ਰੌਲੇ ਵਾਲੀ ਗੱਲ ਨਹੀਂ। ਫਿਰ ਉਹਦੇ 'ਚ ਕਹਿਣਾ ਵੀ 75 ਮੇਰੇ 25 ਉਹਦੇ ਸੌਦਾ ਸਾਰੇ ਪਾਸੇ ਮਾਰਨਾ, ਸੌਦਾ ਬਰਾਬਰ। ਸੋ ਇਹ ਜੇ ਅਸੀਂ ਝੂਠ ਕਹਿੰਦੇ ਆ ਤੇ ਤੁਸੀਂ ਜ਼ਰੂਰ ਟਿੱਪਣੀ ਕਰਿਆ ਕਰੋ। ਜੇ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ ਗੱਲਬਾਤ, ਤੇ ਤੁਸੀਂ ਟਿੱਪਣੀ ਜ਼ਰੂਰ ਕਰਿਆ ਕਰੋ ਵੀ ਹਾਂਜੀ ਇਦਾਂ ਹੀ ਚੱਲਦਾ। ਐਂਡ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਦਾ ਐਤਕੀ ਪੰਜਾਬ ਦੇ ਲੋਕਾਂ ਨੂੰ ਪਤਾ ਸੀ, ਕਿਉਂਕਿ ਆਪਾਂ ਆਮ ਦੇਖਿਆ, ਆਪਣੇ ਪਰਿਵਾਰ ਦੇ ਮੈਂਬਰ ਵੀ ਗਏ, ਹੋਰ ਵੀ ਜਿੰਨੇ ਵੀ ਚੈਨਲਾਂ ਵੱਲੋਂ ਜਾ ਕੇ ਲੋਕਲ ਆਮ ਲੋਕਾਂ ਨਾਲ ਗੱਲਾਂ ਕੀਤੀਆਂ ਗਈਆਂ, ਮੂੰਹ ਜਿਹੜੀਆਂ ਗੱਲਾਂ ਲੋਕਾਂ ਨੇ ਕੀਤੀਆਂ ਵੀ ਯਾਰ ਆਹ ਕੁਛ ਕਰਦੇ ਸੀ ਤੇ ਅਸੀਂ ਹੁਣ ਫਿਰ ਇਦਾਂ ਕਰਨਾ ਹੀ। ਸੰਧਾਲੀਆ ਸਾਹਿਬ ਲੋਕਾਂ ਦੀ ਸਿਆਣਪ ਦਾ ਸਿਰਾ ਲੱਗਾ ਪਿਆ ਨਾ, ਹੁਣ ਵੋਟਾਂ ਪੈ ਵੀ ਗਈਆਂ, ਹੁਣ ਤਾਂ ਕੈਮਰੇ ਵੀ ਉੱਥੇ ਨਹੀਂ। ਇੱਕ ਫੋਨ ਕਰਕੇ ਪੁੱਛਿਆ ਬਈ ਹਾਂਜੀ ਤਾਇਆ ਜੀ ਕੀ ਹਾਲ ਨੇ, ਵੋਟ ਫੇ ਪਾਈ ਪੁੱਤ, ਅੱਛਾ ਫਿਰ ਕਿਹਨੂੰ ਪਾਤੀ? ਉਹ ਵੋਟ ਹੀ ਪਾਉਣੀ ਹੀ, ਪਾਤੀ ਨਾਲ ਤੁਸੀਂ ਕੀ ਲੈਣਾ ਯਾਰ, ਛੱਡੋ। ਨਹੀਂ ਉੱਦਾਂ ਫਿਰ ਕਿਹਨੂੰ ਪਾਈ? ਉੱਥੇ ਝਾੜੂ ਦਾ ਵੀ ਸੋਚ ਸੀਗਾ, ਅੱਛਾ ਉਹਨੂੰ ਭਾਈ, ਨਹੀਂ ਉੱਥੇ ਹੱਥ ਵਾਲੇ ਵੀ ਸੀ, ਤੱਕੜੀ ਵਾਲੇ ਵੀ ਸੀਗੇ, ਉੱਥੇ ਉਹ ਮੰਜਾ ਵੀ ਸੀਗਾ, ਫਿਰ ਪਾਤੀ ਨੇ ਕਮਲ ਦਾ ਫੁੱਲ ਵੀ ਸੀਗਾ, ਉੱਥੋਂ ਹੀ ਦੱਬ ਦੁੱਬ ਦਿੱਤਾ ਵਿੱਚੋਂ ਹੀ ਕਿਸੇ ਨੂੰ। ਨਹੀਂ ਫਿਰ ਤਾਂ ਪਾਈ ਕਿਹਨੂੰ? ਉਹ ਇਹਨਾਂ ਦੇ ਵਿੱਚੋਂ ਹੀ ਕਿਸੇ ਨੂੰ ਪਾਤੀ। ਜਾਣੀ ਉਹਨੇ ਨਹੀਂ ਬੰਦੇ ਨੇ ਗੰਢ ਖੋਲੀ, ਜਾਣੀ ਉਹ ਬੰਦੇ ਜਿਹੜੇ ਪਹਿਲਾਂ ਠੋਕ ਕੇ ਕਹਿੰਦੇ ਹੋਏ ਜੀ ਇੰਨਾ ਚਿਰ ਹੋ ਗਿਆ ਪਾਰਟੀ ਦੇ ਨਾਲ ਆ, ਪਾਰਟੀ ਨੂੰ ਪਾਉਣੀ ਆ, ਜਿਹੜੇ ਜਾ ਕੇ ਤੰਬੂ 'ਚ ਬਹਿੰਦੇ ਹੁੰਦੇ ਉਹਨਾਂ ਨੇ 5-7 ਸਵਿੱਚ ਤਾਂ ਦੱਸ ਦਿੰਦੇ ਆ, ਪਰ ਇਹ ਨਹੀਂ ਦੱਸਦੇ ਦੱਬੇ ਅੱਗੇ। ਨਹੀਂ ਹੋਰ ਇੱਕ ਗੱਲ ਮੇਰੇ ਵੀ ਸੁਣਨ ਚ ਆਈ ਹੈ, ਉਹ ਤਾਈ ਕਿਸੇ ਦੀ, ਉਹ ਆਂਦੇ ਵੀ ਉਹਦਾ ਵੱਖਰਾ ਅਲਾਰਮ ਆ ਵੀ ਐਤਕੀ ਮੈਂ ਤੁਹਾਡੇ ਕਹਿਣ ਤੇ ਨਹੀਂ ਵੋਟ ਪਾਉਣੀ। ਮਤਲਬ ਉਹਨੂੰ ਕਲੀਅਰ ਸੀ ਵੀ ਜਿਹੜੇ ਪਾਸੇ ਟੱਬਰ ਨੇ ਕਿਹਾ ਮੈਂ ਉੱਧਰ ਨਹੀਂ, ਉਹ ਕਿਤੇ ਹੋਰ ਪਾਸੇ ਸੀ ਉਹਦਾ ਮਨ, ਆਪਾਂ ਉਹ ਵੀ ਗੱਲ ਗੋਲ ਰੱਖਦੇ। ਇਹਨਾਂ ਨੂੰ ਇਹ ਸੀ ਵੀ ਹਾਂ ਹੁਣ ਪੁੱਛਣਾ ਵੀ ਕਿੱਦਾਂ ਗੱਲਬਾਤ ਹੈ ਨਾ। ਉਹ ਜਦੋਂ ਬਾਅਦ 'ਚ ਨੂੰ ਪੁੱਛਿਆ ਤੇ ਉਹਨੇ ਉਹਨਾਂ ਨੂੰ ਨਹੀਂ ਦੱਸਿਆ ਕਾਰਨ, ਕਿਉਂ ਆਖੇ ਵੀ ਹਾਏ ਅੰਤਰੀ ਐਨ ਕੀ ਘਰੇ ਰਹਿ ਗਈ, ਮੈਨੂੰ ਤਾਂ ਦਿਸਿਆ ਨਹੀਂ ਕੁਝ। ਅੱਛਾ ਉਹ ਬਾਅਦ 'ਚ ਕਿਤੇ ਉਹਨੇ ਕਿਤੇ ਆਂਦੇ ਵੀ ਇੱਧਰ ਉੱਧਰ ਕਿਤੇ ਗੱਲ ਕਰ ਦਿੱਤੀ ਜਿਹਦੇ ਨਾਲ ਉਹਦੀ ਕੋਈ ਰਾਏ ਮਿਲਦੀ, ਵਾਂਢਣ ਗੁਆਂਢਣ ਨਾ ਵੀ ਰਲ ਕੇ ਪਾਈਆਂ ਭੈਣਾਂ ਨੇ, ਭੈਣ ਗਾਂ ਗੱਲ ਨਾ ਕਰੀ। ਆਹੋ ਕਹਿੰਦੀ ਐਨ ਕਿਤੇ ਮੇਰੇ ਕੋਲ ਹੈਗੀ, ਮੈਂ ਨਿਆਣਿਆਂ ਨੂੰ ਇਦਾਂ ਹੀ ਆਖਦੇ ਮੇਰੇ ਕੋਲ ਐਨਕ ਨਹੀਂ, ਮੈਂ ਚੁੰਨੀ 'ਚ ਲਕੋ ਜਾ ਕੇ ਲੈ ਆਈ। ਇਹ ਵੀ ਕਿੱਡਾ ਬਹਾਨਾ ਨਾ, ਪਰ ਚਲੋ ਇਹ ਗੱਲ ਵਧੀਆ, ਕਿਉਂਕਿ ਦੇਖੋ ਜੇ ਬਜ਼ੁਰਗ ਵੀ ਆਪਣੇ ਇਸ ਗੱਲ ਨੂੰ ਸਮਝਦੇ ਆ ਵੀ ਯਾਰ ਆਪਾਂ ਗੋਲ ਹੀ ਰੱਖਣਾ ਕੰਮ, ਵੀ ਕਿਉਂਕਿ ਕੀ ਲੋੜ ਪਈ ਆ ਕਾਹਨੂੰ ਅਗਲੇ ਦਾ ਨਾਂ ਲੈ ਕੇ ਆਪਾਂ ਆਖੇ ਜੀ ਫਲਾਨੇ ਨੂੰ, ਮੁੜ ਕੇ ਕੋਈ ਹੋਰ ਆ ਜਾਵੇ ਤਾਂ ਅਗਲਾ ਗੱਲ ਤੇ ਗੂਠ ਰੱਖੀ। ਫਿਰ ਇੱਕ ਵੀਡੀਓ ਵੀ ਤੁਰੀ ਫਿਰਦੀ ਨਾ 2000 ਵਾਲੀ ਜੀ, ਸਰਪੰਚਾਂ ਦਾ ਕੱਢ 2000 ਰੁਪਏ ਇਹ ਵਾਪਸ ਲੈਣਾ ਹੀ, ਹੁਣ ਉਹ ਕੰਮ ਨਾ ਹੋਵੇ ਘੱਟੋ ਘੱਟ। ਨਹੀਂ ਕਈ ਪਿੰਡਾਂ ਦੇ ਵਿੱਚ ਹੋਣ ਲੱਗ ਪਿਆ, ਪਰ ਲੋਕ ਉੱਥੇ ਇਕੱਠੇ ਹੋ ਜਾਂਦੇ, ਉਹ ਕਹਿੰਦੇ ਸਬੂਤ ਦਿਖਾ ਲਓ, ਤੈਨੂੰ ਕਿੱਦਾਂ ਪਤਾ ਅਸੀਂ ਨਹੀਂ ਪਾਈਆਂ, ਅਸੀਂ ਤਾਂ ਪਾਈਆਂ ਹੀ, ਅਗਲੀ ਵਾਰੀ ਫਿਰ ਵੋਟਾਂ ਲੈਣ ਆ ਜੀ। ਉਹ ਫਿਰ ਬੰਦਾ ਕਹਿੰਦਾ ਯਾਰ ਜਿਮਣੀ ਚੋਣੀ ਨਾ ਹੋ ਜਾਏ, ਮੁੜ ਕੇ ਫੇਰ ਤੁਰੇ ਫਿਰਾਂਗੇ। ਬਾਕੀ ਸੰਧਾਲੀਆ ਸਾਹਿਬ 10 ਤਰੀਕ ਦੇ ਵਿੱਚ ਅਜੇ ਦਿਨ ਆ, ਤੇ ਅਸੀਂ ਉਮੀਦ ਕਰਦੇ ਹਾਂ ਕਿ 10 ਤਰੀਕ ਤੋਂ ਕਾਫੀ ਸਮਾਂ ਪਹਿਲਾਂ ਹੀ ਠੰਡ ਢੰਡੌਰਾ ਜਿਹਾ ਹੋ ਜਾਏ, ਕਿਉਂਕਿ ਜਿਹੜਾ ਕੰਮ ਰੂਸ ਤੇ ਯੂਕਰੇਨ ਦੇ ਵਿਚਾਲੇ ਇਸ ਵੇਲੇ ਚੱਲਦਾ ਹੈ, 3 ਦਿਨ ਯੁੱਧ ਦੇ ਜਿਹੜੇ ਉਹ ਸਮਾਪਤ ਹੋ ਚੁੱਕੇ ਆ, ਤੇ ਇਸ ਵੇਲੇ ਰੂਸ ਦੀਆਂ ਫੌਜਾਂ ਜਿਹੜਾ ਨੇ ਉਹ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਪਹੁੰਚ ਗਈਆਂ। ਜੇ ਪਹਿਲਾਂ ਆਪਾਂ ਯੁੱਧ ਦੀ ਸਥਿਤੀ ਤੇ ਨਜ਼ਰ ਮਾਰਨੀ ਹੋਵੇ ਤਾਂ ਜਿਹੜਾ ਇਲਾਕਾ ਤਾਂ ਯੂਕਰੇਨ ਦਾ ਰੂਸ ਦੇ ਨੇੜੇ ਸੀ, ਉੱਥੋਂ ਦਾ ਰੂਸ ਦੀਆਂ ਫੌਜਾਂ ਭੱਜੀਆਂ ਆਈਆਂ, ਟੈਂਕ ਭੱਜੇ ਆਏ, ਕਿਉਂਕਿ 2 ਤਰੀਕੇ ਨਾਲ, ਪਹਿਲਾਂ ਉਹ ਮਿਜ਼ਾਈਲਾਂ ਸਿੱਟਦੇ ਆ, ਉੱਪਰੋਂ ਬੰਬਾਰੀ ਕਰਦੇ ਆ, ਥੋੜ੍ਹੀ ਜੀ ਉਹਨਾਂ ਦੇ ਸੈਨਿਕ ਟਿਕਾਣਿਆਂ ਦੀ ਤਬਾਹੀ ਕਰਦੇ ਆ, ਤੇ ਨਾਲ ਹੀ ਫਿਰ ਜਿਹੜੀ ਥਲ ਸੈਨਾ ਹੈ ਸੜਕੀ ਰਸਤੇ ਅੱਗੇ ਵੱਧਦੀ ਹੈ। ਹੁਣ ਜਦੋਂ ਉਹ ਰਾਜਧਾਨੀ ਦੇ ਕੋਲ ਪੁੱਜੇ ਆ,
ਉੱਥੇ ਜਾ ਕੇ ਉਹਨਾਂ ਦੀ ਅੱਗੇ ਵਧਣ ਦੀ ਗਤੀ ਥੋੜੀ ਜਿਹੀ ਘੱਟ ਹੋ ਗਈ। ਉਹਦੇ 2-3 ਕਾਰਨ ਨੇ। ਹੁਣ ਪਹਿਲਾਂ ਤਾਂ ਰੂਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਹਥਿਆਰ ਸਿੱਟ ਦਿਓ, ਤਖਤਾ ਪਲਟ ਦਿਓ, ਅਸੀਂ ਜੰਗ ਬੰਦ ਕਰ ਦਿੰਨੇ ਆ। ਉਹਨਾਂ ਨੇ ਹਥਿਆਰ ਵੀ ਨਹੀਂ ਸਿੱਟੇ ਤੇ ਉਹ ਕਹਿੰਦੇ ਜੀ ਇਸ ਸ਼ਰਤ ਦੇ ਉੱਤੇ ਗੱਲਬਾਤ ਨਹੀਂ ਹੋਏਗੀ। ਫਿਰ ਇਹ ਰੌਲਾ ਪੈ ਗਿਆ ਜੀ, ਯੂਕਰੇਨ ਦਾ ਰਾਸ਼ਟਰਪਤੀ ਭੱਜ ਗਿਆ, ਉਹਨੇ ਵੀਡੀਓ ਜਾਰੀ ਕੀਤੀ, ਕਹਿੰਦੇ ਇੱਥੇ ਆ ਤੇ ਇੱਥੇ ਹੀ ਰਹੂੰਗਾ। ਯੂਕਰੇਨ ਦੀ ਸਰਕਾਰ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਜਿੱਥੋਂ ਵੀ ਕਿਤੋਂ ਹੁਣ ਤੁਹਾਨੂੰ ਲੱਗਦਾ ਕਿ ਰਾਜਧਾਨੀ ਕੀਵ ਤੇ ਹੋਰ ਇਲਾਕਿਆਂ 'ਚ ਰੂਸ ਦੇ ਟੈਂਕ ਆ ਰਹੇ ਆ, ਸੜਕਾਂ ਪੁੱਟ ਦਿਓ ਆਪ, ਉਹਨਾਂ ਦੇ ਟਾਇਰਾਂ 'ਚ ਗੋਲੀਆਂ ਮਾਰੋ ਜਿਹੜੀਆਂ ਹੋਰ ਗੱਡੀਆਂ ਨੇ, ਆਪਣਾ ਬਚਾਅ ਕਰੋ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿੱਥੋਂ ਕਿਤੋਂ ਵੀ ਟੈਂਕ ਆਉਂਦੇ ਆ ਉੱਥੇ ਦਰਖਤਾਂ ਨੂੰ, ਜੰਗਲਾਂ ਨੂੰ ਅੱਗ ਲਾ ਦਿਓ, ਕਿਉਂਕਿ ਟੈਂਕ ਆਉਂਦਾ ਤੇ ਟੈਂਕ ਦੇ ਪਿੱਛੇ ਤੇਲ ਵਾਲੀਆਂ ਗੱਡੀਆਂ ਨੇ, ਟੈਂਕ 'ਚ ਤੇਲ ਵੀ ਪੈਂਦਾ, ਉਹਨਾਂ ਨੂੰ ਆਪਣੇ ਆਪ ਅੱਗ ਲੱਗ ਜੂਗੀ। ਇਹਨਾਂ ਸਾਰੇ ਹਾਲਾਤਾਂ ਦੇ ਕਰਕੇ ਰੂਸ ਦੀ ਫੌਜ ਅੱਗੇ ਵਧ ਰਹੀ ਹੈ, ਪਰ ਰਫ਼ਤਾਰ ਥੋੜੀ ਜਿਹੀ ਘਟ ਗਈ। ਇੱਕ ਗੱਲ ਹੋਰ, ਹੁਣ ਉੱਥੋਂ ਜਿੰਨੇ ਵੀ ਦਿਸ਼ਾ ਸੂਚਕ ਬੋਰਡ ਲੱਗੇ ਹੋ ਸੀ ਜੀ, ਲੁਧਿਆਣਾ ਆਏ ਨੂੰ, ਜਲੰਧਰ ਆਏ ਨੂੰ ਜਿਹੜੇ ਲੱਗੇ ਹੁੰਦੇ ਆ, ਸਾਰੇ ਪੱਟ ਤੇ ਯੂਕਰੇਨ ਵਾਲਿਆਂ ਨੇ। ਉਹ ਕਹਿੰਦੇ ਇਹਦੇ ਨਾਲ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਹੁਣ ਕਿੱਧਰਲੇ ਪਾਸੇ ਨੂੰ ਜਾਣਾ ਹੈ। ਹੁਣ ਜਦੋਂ ਬੋਰਡ ਕੋਈ ਨਹੀਂ, ਸੜਕ ਐ ਨੂੰ ਵੀ ਜਾਂਦੀ, ਐ ਨੂੰ ਵੀ ਜਾਂਦੀ, ਕਿੱਦਾਂ ਪਤਾ ਲੱਗੂਗਾ? ਇਹਦੇ ਤੋਂ ਇਲਾਵਾ ਇੱਕ ਵੀਡੀਓ ਸਾਰਿਆਂ ਨੇ ਦੇਖੀ ਹੋਣੀ ਹੈ ਕਿ ਇੱਕ ਟੈਂਕ ਕਾਰ ਦੇ ਉੱਤੇ ਚੜਾਤਾ ਗਿਆ। ਕਾਰ ਆਉਂਦੀ ਹੈ, ਇੱਧਰਲੇ ਪਾਸੇ ਟੈਂਕ ਆਉਂਦਾ, ਉਹਦੇ ਉੱਪਰ ਚੜਾਤਾ। ਕੋਈ ਬੰਦਾ 0% ਵੀ ਨਹੀਂ ਮੰਨ ਸਕਦਾ, 1% ਤਾਂ ਬਹੁਤ ਦੂਰ ਦੀ ਗੱਲ ਕਿ ਬੰਦਾ ਬਾਜੂ, ਪਰ ਉਹਦੇ ਵਿੱਚ ਵੀ ਬਜ਼ੁਰਗ ਕਾਰ ਦੀ ਸੀਟ ਦੇ ਨਾਲ ਚਿਪਕਿਆ ਸੀ ਤੇ ਬਾਅਦ ਚ ਲੋਕਾਂ ਨੇ ਜਿਉਂਦਾ ਕੱਢ ਲਿਆ। ਹੁਣ ਐਨ ਰਾਜਧਾਨੀ ਦੇ ਵਿੱਚ ਲੜਾਈ ਹੋ ਰਹੀ ਹੈ। ਚਰਚਾ ਇਹ ਵੀ ਚੱਲੀ ਜਾਂਦੀ ਹੈ ਕਿ US ਵਾਲਿਆਂ ਦੀ ਜਿਹੜੀ ਏਜੰਸੀ ਹੈ ਉਹ ਕਿਸੇ ਵੇਲੇ ਵੀ ਯੂਕਰੇਨ ਦੇ ਰਾਸ਼ਟਰਪਤੀ ਨੂੰ ਏਅਰਲਿਫਟ ਕਰ ਸਕਦੀ ਹੈ ਸਮੇਤ ਪਰਿਵਾਰ, ਕਿ ਭਾਈ ਤੂੰ ਨਿਕਲਿਆ। ਪਰ ਹਾਲਾਤ ਥੋੜ੍ਹੇ ਜਿਹਾ ਮਾੜੇ ਨੇ, ਲਗਾਤਾਰ ਬੰਬਾਰੀ ਹੋ ਰਹੀ ਹੈ ਤੇ ਭਾਰਤੀ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿਦਿਆਰਥੀ ਫਸੇ ਹੋ ਆ। ਵਿਦਿਆਰਥੀਆਂ ਵਾਲਾ ਕੰਮ ਤੇ ਥੋੜਾ ਜ਼ਿਆਦਾ ਔਖਾ ਲੱਗ ਰਿਹਾ। ਹਾਲਾਂਕਿ ਲੋਕਲ ਲੈਵਲ ਦੇ ਉੱਪਰ ਜਿਹਨੂੰ ਜੋ ਬੱਸ ਮਿਲਦੀ ਉਹ ਬੱਸ ਕਰਕੇ, ਜਿਹਨੂੰ ਕੋਈ ਟੈਕਸੀ ਮਿਲਦੀ ਟੈਕਸੀ ਕਰਕੇ ਆਪਣੇ ਵੱਲੋਂ ਨਿਕਲ ਰਹੇ ਨੇ ਜੀ। ਐਂਡ ਉਹ ਜਿਹੜਾ ਤਰੀਕਾ ਦੱਸਿਆ ਗਿਆ ਸੀਗਾ, ਸੁਝਾਇਆ ਗਿਆ ਸੀਗਾ ਕਿ ਤੁਸੀਂ ਤਿਰੰਗਾ ਜਿਹੜਾ ਹੈ ਜੀ ਉਹ ਤੁਸੀਂ ਆਪਣੀ ਬੱਸ ਤੇ ਜਾਂ ਜਿਸ ਵੀ ਗੱਡੀ ਤੇ ਤੁਸੀਂ ਆ ਰਹੇ ਹੋ ਲਾ ਕੇ ਆਓ, ਉਹਦੇ ਨਾਲ ਤੁਹਾਨੂੰ ਉੱਥੋਂ ਲਾਂਘਾ ਮਿਲ ਜੂਗਾ। ਪਰ ਉਹਦੇ ਵਿੱਚ ਗਿਣਤੀ ਅਜੇ ਘੱਟ ਦੱਸੀ ਜਾ ਰਹੀ ਹੈ, ਕਿਉਂਕਿ ਜਿਹੜੇ ਲੋਕ ਬਾਰਡਰਾਂ ਤੋਂ ਦੂਰ ਫਸੇ ਆ ਜਾਂ ਜਿਹੜੇ ਜਵਾਕ ਅਜੇ ਵੀ ਰਿਲਾਈ ਕਰਦੇ ਵੀ ਸਾਨੂੰ ਯੂਨੀਵਰਸਿਟੀ ਵੱਲੋਂ ਜਾਂ ਹੋਰ ਕਿਸੇ ਵੀ ਅਦਾਰੇ ਵਾਲੇ ਪਾਸਿਓਂ ਸਾਨੂੰ ਕੋਈ ਨਾ ਕੋਈ ਇਨਫੋਰਮੇਸ਼ਨ ਆਊਗੀ, ਅਸੀਂ ਉਹਦੇ ਹਿਸਾਬ ਨਾਲ ਚੱਲਣਾ। ਕਿਉਂਕਿ ਇੱਕ ਹੁੰਦਾ ਨਾ ਵੀ ਇੱਕ ਝੁੰਡ ਹੈ ਬੱਚਿਆਂ ਦਾ ਜਾਂ ਇੱਕ ਜੱਥਾ ਹੈ, ਉਹਨਾਂ ਨੂੰ ਸਮਝਿਆ, ਉਹਨਾਂ ਦੇ ਵਿੱਚੋਂ ਅੱਗੇ ਦੇ ਕੋਈ ਨਾ ਕੋਈ ਬਾਂਹ ਫੜਨ ਵਾਲਾ ਮਿਲ ਪਿਆ, ਉਹ 'ਤੇ ਤੁਰ ਪਏ। ਕਿਸੇ ਵੇਲੇ ਹੁੰਦਾ ਵੀ ਯਾਰ ਬੰਦੇ ਉਹ ਥੋੜ੍ਹੇ ਨੇ ਅਤੇ ਉਹਨਾਂ ਦੇ ਵਿੱਚ ਵੀ ਬਹੁਤੇ ਵਿਚਾਰੇ ਉਹੋ ਜਿਹੇ ਜਿਨ੍ਹਾਂ ਦਾ ਕੋਈ ਜਾਂ ਤਾਂ ਸੰਪਰਕ ਨਹੀਂ ਹੋ ਰਿਹਾ, ਜਾਂ ਉਹ ਕਿਸੇ ਵੇਲੇ ਹੁੰਦਾ ਵੀ ਅਗਲਾ ਕਹਿੰਦਾ ਤੁਰੀਏ, ਉਹ ਕਹਿੰਦਾ ਨਹੀਂ ਨਹੀਂ ਯਾਰ ਤੂੰ ਇੱਥੇ ਹੀ ਬਹਿ ਜਾ, ਘੱਟੋ ਘੱਟ ਆਪਾਂ ਬਚੇ ਤੇ ਹੈਗੇ। ਉਹਨਾਂ ਦਾ ਕਰਕੇ ਇਹ ਵੀ ਕਿਤੇ ਨਾ ਕਿਤੇ ਵੀਡੀਓ ਸਾਹਮਣੇ ਆਉਂਦੀਆਂ ਪਈਆਂ ਵੀ ਸ਼ਾਇਦ ਉਹ ਜਿੱਥੇ ਫਸੇ ਉੱਥੇ ਉਹਨਾਂ ਲਈ ਖਾਣ ਪੀਣ ਦਾ ਕੰਮ ਹੀ ਘਟ ਗਿਆ ਹੁਣ, ਅਤੇ ਇੱਧਰ ਉੱਧਰ ਜਿਹੜਾ ਸੰਪਰਕ ਹੈ ਉਹ ਨਹੀਂ ਹੋ ਰਿਹਾ। ਹਾਂ, ਇੱਕੋ ਹੀ ਸੰਪਰਕ ਆ ਵੀ ਵੀਡੀਓ ਬਣਾਉਂਦੇ ਆ ਅਤੇ ਉਸ ਤੋਂ ਬਾਅਦ ਬੇਨਤੀ ਕਰਦੇ ਆ ਵੀ ਮਹਾਰਾਜ ਇੱਥੇ ਫਸੇ ਆ ਅਤੇ ਸਾਨੂੰ ਇੱਥੋਂ ਕੱਢ ਲਓ। ਸੰਧਾਲੀਆ ਸਾਹਿਬ, ਗੱਲ ਤੁਹਾਡੀ ਠੀਕ ਹੈ, ਕਿਉਂਕਿ 3-3.5 ਦਿਨ ਹੋ ਗਿਆ ਲੜਾਈ ਚੱਲਦੇ ਨੂੰ, ਅਤੇ ਬਹੁਤੇ ਲੋਕਾਂ ਦੇ ਲਈ ਇਹ ਖਬਰ ਆ। ਪਰ ਤੁਸੀਂ ਇਹ ਦੇਖੋ ਕਿ ਸਾਡੀਆਂ 18-18, 20-20, 22-22 ਸਾਲ ਦੀਆਂ ਕੁੜੀਆਂ, ਪੰਜਾਬ ਦੀਆਂ, ਹਰਿਆਣੇ ਦੀਆਂ, ਭਾਰਤ ਦੀਆਂ, ਬਾਕੀ ਦੇਸ਼ਾਂ ਦੀਆਂ, ਜਦੋਂ ਤੱਕ ਤਾਂ ਯੂਨੀਵਰਸਿਟੀ 'ਚ ਸੀ, ਫੀਸ ਦਿੱਤੀ ਹੈ, ਯੂਨੀਵਰਸਿਟੀ ਪੜ੍ਹਨਾ, ਹੋਸਟਲ 'ਚ ਰਹਿਣਾ, ਮੈਸ 'ਚ ਰੋਟੀ ਪੱਕਦੀ ਆ, ਉਹਨਾਂ ਦਾ ਬਾਹਰਲੀ ਦੀਨ ਦੁਨੀਆ ਦੇ ਨਾਲ ਬਹੁਤਾ ਲੈਣਾ ਦੇਣਾ ਨਹੀਂ। ਵੈਸੇ ਵੀ ਉਹ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਤਾਂ ਸਾਰਾ ਧਿਆਨ ਉੱਧਰ ਹੈ, ਮੁੰਡੇ ਵੀ ਇੱਦਾਂ ਹੀ ਨੇ। ਹੁਣ ਅਚਾਨਕ ਜਦੋਂ ਹਮਲਾ ਹੋ ਗਿਆ, ਕਿਉਂਕਿ ਹਰ ਸਾਲ ਉੱਥੇ ਰੌਲਾ ਪੈਂਦਾ ਸੀ ਰੂਸ ਨੇ ਹਮਲਾ ਕਰ ਦੇਣਾ, ਸਬੰਧ ਤਾਂ ਇਦਾਂ ਦੇ ਹੀ ਸੀ। ਹਮਲਾ ਕਦੇ ਹੁੰਦਾ ਨਹੀਂ ਸੀ, ਐਤਕੀ ਵੀ ਸਾਰਿਆਂ ਨੂੰ ਲੱਗਦਾ ਸੀ ਕਿ ਭਾਈ ਇਹ ਘੁੱਗੂ ਜਿਹਾ ਵੱਜਦਾ ਹੀ ਹੁੰਦਾ, ਰਹਿ ਜਾਣਾ, ਪਰ ਹਮਲਾ ਹੋ ਗਿਆ। ਹੁਣ 2 ਤਰ੍ਹਾਂ ਦੀਆਂ ਖਬਰਾਂ ਨੇ। ਇੱਕ ਤਾਂ 219 ਵਿਦਿਆਰਥੀਆਂ ਨੂੰ ਲੈ ਕੇ ਰੋਮਾਨੀਆ ਤੋਂ ਜਹਾਜ਼ ਇੱਕ ਮੁੰਬਈ ਪੁੱਜਾ, 250 ਵਿਦਿਆਰਥੀਆਂ ਨੂੰ ਲੈ ਕੇ ਰੋਮਾਨੀਆ ਤੋਂ ਜਹਾਜ਼ ਇੱਕ ਦਿੱਲੀ ਪੁੱਜਾ। ਸਾਡੇ ਕੇਂਦਰ ਸਰਕਾਰ ਦੇ ਮੰਤਰੀ ਉਹਨਾਂ ਦਾ ਸਵਾਗਤ ਕਰ ਰਹੇ। ਆਪਰੇਸ਼ਨ ਗੰਗਾ ਚਲਾਇਆ ਜਾ ਰਿਹਾ ਉੱਥੋਂ ਲੋਕਾਂ ਨੂੰ ਕੱਢਣ ਨੂੰ, ਫਿਲਮਾਂ ਵੀ ਬਣ ਗਈਆਂ ਆਉਣ ਵਾਲੇ ਸਮੇਂ 'ਚ। ਜਦੋਂ ਤਾਂ ਉਹ ਵੀਡੀਓਜ਼ ਦੇਖਦੇ ਆ ਤਾਂ ਲੱਗਦਾ ਕਿ ਭਾਈ ਬਹੁਤ ਰਫ਼ਤਾਰ ਦੇ ਨਾਲ ਵਧੀਆ ਕੰਮ ਹੋ ਰਿਹਾ, ਸੁੱਖ ਦਾ ਸਾਹ, ਪਰ ਬੰਦਾ ਉੱਥੇ 20,000 ਹੈ, ਆਇਆ ਵੱਧ ਤੋਂ ਵੱਧ ਹੋਰ 2 ਘੰਟਿਆਂ ਨੂੰ 1000 ਬੰਦਾ ਆ ਜਾਊਗਾ। ਇਹਦਾ ਮੰਨ ਲਓ 18-19 ਹਜ਼ਾਰ ਅਜੇ ਵੀ ਉੱਥੇ ਹੈ। ਜਿਹੜੇ ਤਾਂ ਬੱਚੇ ਪੋਲੈਂਡ ਦੇ, ਹੰਗਰੀ ਦੇ, ਰੋਮਾਨੀਆ ਦੇ, ਸਲੋਵਾਕੀਆ ਦੇ ਬਾਰਡਰ ਦੇ ਨੇੜੇ ਯੂਕਰੇਨ 'ਚ ਨੇ, ਯੂਕਰੇਨ ਦੀ ਫੌਜ ਪੂਰਾ ਕੋਆਪਰੇਟ ਕਰ ਰਹੀ ਹੈ ਕਿ ਭਾਈ ਤੁਸੀਂ ਜਾਣਾ ਹੈ, ਆਪਦੀਆਂ ਗੱਡੀਆਂ 'ਚ ਵੀ ਬਹਾ ਕੇ, ਜੇ ਗੱਡੀ ਕਿਤੇ ਜਾਂਦੀ ਹੈ ਤਾਂ ਲੈ ਜਾਂਦੇ ਆ। ਬਿਲਕੁਲ ਫੌਜ ਨਹੀਂ ਰੋਕ ਰਹੀ। ਇਹ ਗੱਲ ਸਾਨੂੰ ਮਨਜ਼ੂਰ ਕਰਨੀ ਚਾਹੀਦੀ ਹੈ, ਤਸਦੀਕ ਕਰਨੀ ਚਾਹੀਦੀ ਹੈ। ਜਿੰਨੀਆਂ ਵੀ ਵੀਡੀਓਜ਼ ਆਈਆਂ, ਮੇਰੀ ਕਈ ਬੱਚਿਆਂ ਦੇ ਨਾਲ ਗੱਲ ਹੋਈ ਫੋਨ ਤੇ। ਦੂਸਰੇ ਪਾਸੇ ਰੂਸ ਨੂੰ ਵੀ ਭਾਰਤ ਸਰਕਾਰ ਨੇ ਬੇਨਤੀ ਕੀਤੀ ਸੀ ਜੀ, ਸਾਡੇ ਬੱਚੇ ਨੇ ਉੱਥੇ, ਉਹ ਕਹਿੰਦੇ ਸੀ ਕੋਈ ਗੱਲ ਨਹੀਂ, ਤੁਸੀਂ ਆਪ ਦਾ ਝੰਡਾ ਲਾ ਕੇ ਤਾਂ ਨਿਕਲ ਜਾਣ ਬੱਚੇ ਤੁਹਾਡੇ, ਅਸੀਂ ਕੁਝ ਨਹੀਂ ਕਹਿੰਦੇ। ਇੱਕ ਵੀ ਖਬਰ ਇਦਾਂ ਦੀ ਨਹੀਂ ਆਈ ਕਿ ਕਿਸੇ ਵਿਦਿਅਕ ਅਦਾਰੇ ਨੂੰ ਦੋਨਾਂ ਦੇਸ਼ਾਂ ਦੀਆਂ ਫੌਜਾਂ ਦੇ ਵਿੱਚੋਂ ਕਿਸੇ ਨੇ ਨਿਸ਼ਾਨਾ ਬਣਾਇਆ ਹੋਵੇ। ਇਹ ਚੰਗੀ ਗੱਲ ਹੈ, ਪਰ ਕਿਉਂਕਿ ਬੰਬ ਡਿੱਗੇ ਨੇ, ਸੜਕਾਂ ਟੁੱਟੀਆਂ। ਦੂਸਰੀ ਗੱਲ ਹੈ ਕਿ ਜਿਹੜੇ ਬੱਚੇ ਯੂਨੀਵਰਸਿਟੀਆਂ 'ਚ ਰਹਿ ਰਹੇ ਨੇ, ਥੱਲੇ ਬੰਕਰਾਂ ਦੇ ਵਿੱਚ, ਸੁਰੰਗਾਂ ਦੇ ਵਿੱਚ ਵੜ ਗਏ, ਉਹ ਬੱਚਿਆਂ ਦੇ ਲਈ ਬਹੁਤ ਔਖਾ ਹੈ
ਕਿ ਉਹ ਸ਼ਹਿਰ ਦੇ ਅੰਦਰ ਜਾਣ, ਜਾ ਕੇ ਕਿਸੇ ਬੱਸ ਵਾਲੇ ਨੂੰ ਲੱਭਣ, ਜਾ ਕੇ ਕਿਸੇ ਗੱਡੀ ਵਾਲੇ ਨੂੰ ਲੱਭਣ ਕਿ ਅਸੀਂ 1000 ਬੰਦੇ ਆ ਜੀ, ਸਾਨੂੰ ਲੈ ਜਾਓ। ਹੁਣ ਕਿੱਥੇ ਲੈ ਕੇ ਜਾਣਾ ਹੈ? ਸੜਕ ਟੁੱਟੀ ਹੈ ਕਿ ਨਹੀਂ ਟੁੱਟੀ? ਰਾਹ ਦੇ ਵਿੱਚੋਂ ਪੈਟਰੋਲ ਡੀਜ਼ਲ ਮਿਲਣਾ ਕਿ ਨਹੀਂ ਮਿਲਣਾ? ਫਿਰ ਜਿਹੜੇ ਬੰਦੇ ਨੇ ਬੱਸ ਚਲਾ ਕੇ ਜਾਣਾ ਉਹਦਾ ਵੀ ਟੱਬਰ, ਉਹ ਕਹਿੰਦਾ ਮੈਂ ਕਿਉਂ ਜਾਵਾਂ, ਹਰ ਇੱਕ ਬੰਦਾ ਆਪਣੀ ਜਾਨ ਬਚਾ ਰਿਹਾ। ਇਸ ਕਰਕੇ ਵਿਦਿਆਰਥੀਆਂ ਦਾ ਤੇ ਇਹ ਮੰਨਣਾ ਸੀ ਕਿ ਸਾਨੂੰ ਯੂਨੀਵਰਸਿਟੀ ਦਾ ਸਥਾਨਕ ਪ੍ਰਸ਼ਾਸਨ ਭਾਰਤੀ ਅੰਬੈਸੀ ਦੀ ਮਦਦ ਲੈ ਕੇ ਖੁਦ ਬਾਰਡਰ ਤੱਕ ਛੱਡ ਕੇ ਆਵੇ। ਇਹ ਕੰਮ ਨਹੀਂ ਹੋ ਰਿਹਾ, ਵਿਦਿਆਰਥੀਆਂ ਨੂੰ ਖੁਦ ਪਹੁੰਚਣਾ ਪੈ ਰਿਹਾ। ਤੇ ਇਹ ਵੀ ਹੈ ਕਿ ਥੋੜੀ ਦੂਰ ਤੱਕ ਜੇ ਗੱਡੀ ਚਲੇਗੀ, 12 ਘੰਟਿਆਂ 'ਚ 34 ਕਿਲੋਮੀਟਰ ਦੂਰ ਪਹੁੰਚੇ, 12 ਘੰਟਿਆਂ 'ਚ, ਜਾਣੀ ਇੰਨਾ ਜ਼ਿਆਦਾ ਰਸ਼ ਹੈ। ਜਿਨ੍ਹਾਂ ਨੂੰ ਕਿਤੇ ਬੱਸ ਕਾਰ ਕੋਈ ਮਿਲ ਵੀ ਗਈ, ਫਿਰ ਅੱਗੇ 30-30 ਕਿਲੋਮੀਟਰ ਪੈਦਲ ਜਾਣਾ ਪੈ ਰਿਹਾ। ਜਦੋਂ ਪੈਦਲ ਜਾਣਾ ਪੈ ਰਿਹਾ, ਕਿਸੇ ਦਾ ਫੋਨ ਚਾਰਜ ਆ, ਕਿਸੇ ਦਾ ਨਹੀਂ। ਤੁਹਾਡਾ ਆਪਦੇ ਬੱਚੇ ਦੇ ਨਾਲ 10-12 ਘੰਟੇ ਸੰਪਰਕ ਨਾ ਹੋਵੇ, ਮੁੰਡਾ ਹੋਵੇ ਭਾਵੇਂ ਕੁੜੀ ਹੈ, ਉੱਥੇ ਲੜਾਈ ਲੱਗੀ ਆ, ਹਥਿਆਰ ਚੱਲ ਰਹੇ ਨੇ, ਗੋਲੇ ਡਿੱਗ ਰਹੇ ਨੇ, ਧਮਾਕੇ ਹੋ ਰਹੇ ਆ, ਉਹ 12 ਘੰਟੇ ਉਸ ਟੱਬਰ ਦੇ ਕਿਵੇਂ ਲੰਘਦੇ ਆਏ ਤਾਂ ਉਹਨਾਂ ਨੂੰ ਹੀ ਪਤਾ। ਪਾਣੀ ਦੀ ਸਪਲਾਈ ਦੇ ਵਿੱਚ ਵੀ ਥੋੜਾ ਜਿਹਾ ਹੁਣ ਘਾਟ ਆ ਰਹੀ ਹੈ, ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਵੀ ਆ ਰਹੀ ਹੈ। ਤੇ ਪਰ ਜਿਹੜੀਆਂ ਦੋ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਨੇ, ਫਰਾਂਸ ਵਾਲਿਆਂ ਨੇ ਰੂਸ ਦਾ ਇੱਕ ਸ਼ਿਪ ਕਬਜ਼ੇ 'ਚ ਲੈ ਲਿਆ। ਇਸੇ ਤਰੀਕੇ ਇੱਕ ਹੋਰ ਸ਼ਿਪ ਦੇ ਉੱਤੇ ਮਿਜ਼ਾਈਲ ਡਿੱਗੀ ਆ ਤੇ ਉਹਦੇ ਬਾਰੇ ਮੰਨਿਆ ਜਾ ਰਿਹਾ ਕਿ ਰੂਸ ਨੇ ਸਿੱਟੀ। ਉਹ ਦੋਨੋਂ ਨਾਟੋ ਦੇ ਮੈਂਬਰ ਨੇ। ਇਸੇ ਤਰੀਕੇ ਜੇ ਆਪਾਂ ਅੱਗੇ ਚੱਲੀਏ ਤਾਂ ਫਿਨਲੈਂਡ ਤੇ ਸਵੀਡਨ ਦੋ ਦੇਸ਼ ਨੇ, ਯੂਰਪ ਦੇ ਉੱਪਰਲੇ ਪਾਸੇ ਅੱਜ ਨਕਸ਼ਾ ਦੇਖੀਏ ਤਾਂ ਰੂਸ ਦੇ ਨਾਲ ਲੱਗਦੇ ਉਧਰਲੇ ਪਾਸਿਓਂ। ਉਹ ਦੋਨੋਂ ਦੇਸ਼ ਅਜੇ ਤੱਕ ਨਾਟੋ ਦੇ ਮੈਂਬਰ ਨਹੀਂ। ਰੂਸ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਆ ਕਿ ਜੇ ਤੁਸੀਂ ਨਾਟੋ ਦੇਸ਼ਾਂ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੇਖ ਲਿਓ, ਕਿਉਂਕਿ ਉਹਨਾਂ ਦੋਨਾਂ ਦੇਸ਼ਾਂ ਦੇ ਵਿੱਚੋਂ ਵੀ ਇੱਕ ਦੀ ਮੁਖੀਆ ਨੇ, ਬੀਬੀ ਨੇ ਕਿਹਾ ਸੀ ਕਿ ਅਸੀਂ ਸੋਚ ਰਹੇ ਹਾਂ ਕਿ ਅਸੀਂ ਨਾਟੋ ਦੇਸ਼ਾਂ ਦਾ ਹਿੱਸਾ ਬਣ ਲਈਏ। ਹੁਣ ਜੇ ਰੂਸ ਨੂੰ ਜਿੱਦਾਂ ਯੂਕਰੇਨ ਵਾਲੇ ਪਾਸਿਓਂ ਖਤਰਾ ਸੀ, ਫਿਰ ਉੱਪਰਲੇ ਪਾਸਿਓਂ ਖਤਰਾ ਪੈਦਾ ਹੋ ਜੂ ਕਿ ਭਾਈ ਨਾਟੋ ਦੀਆਂ ਫੌਜਾਂ ਤੋਂ ਸਿਰ ਤੇ ਆ ਕੇ ਬਹਿ ਗਈਆਂ, ਕਿਉਂਕਿ ਨਾਲ ਲੱਗਦਾ ਕੰਮ। ਇਸ ਕਰਕੇ ਜਿਸ ਤਰੀਕੇ ਫਰਾਂਸ ਦੇ ਉੱਤੇ ਦੋਸ਼ ਲੱਗਦਾ ਹੈ ਕਿ ਭਾਈ ਉਹਨਾਂ ਨੇ ਕੋਈ ਸ਼ਿਪ ਕਬਜ਼ੇ 'ਚ ਲੈ ਲਿਆ, ਹਾਲਾਂਕਿ ਉਹ ਜੰਗੀ ਸ਼ਿਪ ਨਹੀਂ ਹੈ, ਰੂਸ ਨੇ ਇਤਰਾਜ਼ ਕੀਤਾ ਹੈ। ਇੱਕ ਹੋਰ ਨਾਟੋ ਦੇਸ਼ ਦੇ ਸ਼ਿਪ ਦੇ ਉੱਤੇ ਜਿਹੜਾ ਮਿਜ਼ਾਈਲ ਡਿੱਗੀ ਆ, ਤਬਾਹ ਹੋ ਗਿਆ, ਉਧਰਲੇ ਪਾਸੇ ਇਹਨਾਂ ਦੋ ਦੇਸ਼ਾਂ ਦੇ ਨਾਲ ਰੌਲਾ ਪੈ ਗਿਆ। ਉਹ ਸਾਰੀ ਪ੍ਰਕਿਰਿਆ ਤੋਂ ਸੰਧਾਲੀਆ ਸਾਹਿਬ, ਇੱਕ ਤਾਂ ਸਿਨੈਰੀਓ ਇਹ ਹੈ ਕਿ 2-4 ਦਿਨਾਂ ਦੇ ਵਿੱਚ ਲੜਾਈ ਮੁੱਕ ਜਾਏ, ਦੂਸਰਾ ਇਹ ਕਿ ਕਿਤੇ ਵੱਧ ਨਾ ਜਾਵੇ, ਕਿਉਂਕਿ ਜੇ ਲੜਾਈ ਵਧਣ ਵਾਲੇ ਪਾਸੇ ਨੂੰ ਚਲੇ ਗਏ ਨਾ, ਫਿਰ ਕੰਮ ਖਰਾਬ ਹੋ ਜਾਊਗਾ। ਨਹੀਂ, ਜਿਹੜੀ ਉਹ ਗੱਲ ਬਾਅਦ ਦੇ ਵਿੱਚ ਆਈ ਆ, ਜੇ ਆਪਾਂ ਯੂਕਰੇਨ ਦੇ ਮੁਖੀਆ ਦੀ ਗੱਲ ਕਰੀਏ, ਉਹ ਜਿੱਦਾਂ ਉਹਨਾਂ ਨੇ ਗੱਲ ਕੀ ਹੈ ਵੀ ਹਾਂ ਭਾਈ ਸਾਹਿਬ ਅਸੀਂ ਆਖਰੀ ਦਮ ਤੱਕ ਲੜਨਾ, ਮਤਲਬ ਐਡੀ ਛੇਤੀ ਆਪਾਂ ਹਾਰ ਮੰਨਣ ਵਾਲੇ ਹੈ ਨਹੀਂ। ਪਲੱਸ ਜਿਹੜੀ ਗੱਲ ਤੁਸੀਂ ਪਹਿਲਾਂ ਦੱਸ ਕੇ ਹਟੇ ਵੀ ਆਪਣੇ ਲੋਕਾਂ ਨੂੰ ਉਹਨਾਂ ਨੇ ਕਹਿਤਾ ਵੀ ਹੁਣ ਤਾਂ ਦੇਸ਼ ਤੇ ਭੀੜ ਬਣੀ ਹੈ ਤੇ ਇਸ ਕਰਕੇ ਦੇਸ਼ ਭਗਤੀ ਵਿਖਾਉਣ ਦਾ ਮੌਕਾ ਲੋਕ ਕਰ ਵੀ ਰਹੇ ਨੇ ਜਿਹੜੇ ਉੱਥੋਂ ਦੇ। ਕਿਉਂਕਿ ਕੋਈ ਵੀ ਬੰਦਾ, ਜੇ ਆਪਾਂ ਹੁਣ ਆਪਣੀ ਗੱਲ ਕਰ ਲਈਏ ਇੰਡੀਆ ਦੀ, ਤੇ ਇੰਡੀਆ ਦੇ ਜਿਹੜੀਆਂ ਪਹਿਲੀਆਂ ਜੰਗਾਂ ਲੱਗੀਆਂ ਸੀ, ਉਹ ਕਿੰਨੀ ਵਾਰ ਲੋਕ ਦੱਸਦੇ ਆ ਵੀ ਹਾਂ ਭਾਈ ਸਾਹਿਬ ਉਹ ਤਾਂ ਕਹਿੰਦੇ ਬਿਆਸ ਤੋਂ ਪਿੱਛੇ ਜਾ ਕੇ ਆਪਾਂ ਬਹਿਣਾ, ਭਾਈ ਸਾਹਿਬ ਅੱਗੇ ਛੱਡ ਦਿਓ ਸਾਰਾ ਕੁਝ, ਪਿੰਡ ਵਾਲੇ ਲੜੇ ਸੀਗੇ। ਹੁਣ ਇਹੀ ਕੰਮ ਉੱਥੇ ਵੀ ਹੋਊਗਾ। ਹੁਣ ਦੂਜੀ ਗੱਲ ਇਹ ਆ ਵੀ ਜੇ ਇਹ ਸਾਰਾ ਕੁਝ ਇੱਥੇ ਫਸ ਜਾਂਦਾ, ਹੋ ਸਕਦਾ ਆਪਾਂ ਨਹੀਂ ਆਂਦੇ ਵੀ ਯੂਕਰੇਨ ਮਾੜਾ, ਪਰ ਜਿਸ ਹਿਸਾਬ ਨਾਲ ਸਿਨੈਰੀਓ ਹੈ, ਰਸ਼ੀਆ ਇੱਕ ਤਾਕਤ ਹੈਗੀ ਹੈ। 2 ਦਿਨ 3 ਦਿਨ 4 ਦਿਨ ਜਿੰਨੇ ਦਿਨ ਵੀ ਮੰਨ ਲਓ ਵੀ ਉਹ ਆਖਣ ਵੀ ਅਸੀਂ ਲੜਨਾ, ਉਹਦੇ ਦੌਰਾਨ ਜਿਹੜਾ ਨੁਕਸਾਨ ਹੋ ਗਿਆ ਨਾ, ਉਹ ਪੂਰਾ ਨਹੀਂ ਜਾ ਸਕਦਾ ਬਾਅਦ 'ਚ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਵੈਸੇ ਵੀ ਸੰਧਾਲੀਆ ਸਾਹਿਬ, ਹਰ ਇੱਕ ਬੰਦੇ ਨੇ ਘਰ ਦੇ ਵਿੱਚ ਸ਼ੀਸ਼ੇ ਲਵਾਏ ਹੁੰਦੇ ਆ। ਜੇ 2 ਧਿਰਾਂ ਦਾ ਨੁਕਸਾਨ ਹੈ, ਪਰ ਨੁਕਸਾਨ ਉਹਦਾ ਵੱਧ ਹੈ ਜਿਹਦੇ ਘਰ ਦੇ ਵਿਹੜੇ 'ਚ ਲੜਾਈ ਹੋ ਰਹੀ ਹੈ, ਕਿਉਂਕਿ ਵੱਟੇ ਉਹਦੇ ਸ਼ੀਸ਼ਿਆਂ 'ਚ ਵੱਜਣੇ ਆ। ਹੁਣ ਰੂਸ ਦੇ ਅੰਦਰ ਤਾਂ ਇੱਕ ਗੋਲੀ ਵੀ ਨਹੀਂ ਚੱਲੀ, ਸਾਰੇ ਚਾਹੇ ਮਿਜ਼ਾਈਲਾਂ ਡਿੱਗੀਆਂ, ਤੋਪ ਦੇ ਗੋਲੇ ਡਿੱਗੇ ਆ, ਟੈਂਕ ਦੇ ਗੋਲੇ ਡਿੱਗੇ, ਉਹ ਤਾਂ ਸਾਰੇ ਯੂਕਰੇਨ 'ਚ ਡਿੱਗੇ ਆ। ਹੁਣ ਯੂਕਰੇਨ ਦੇ ਹਾਲਾਤ ਤਾਂ ਇਹ ਨੇ, ਦੇਖੋ ਬਹੁਤ ਵਾਰ ਹੁੰਦਾ ਕਿ ਅਸੀਂ ਛੱਡ ਕੇ ਨਹੀਂ ਜਾਣਾ, ਅਸੀਂ ਨਹੀਂ ਕਹਿੰਦੇ ਯੂਕਰੇਨ ਦੇ ਪ੍ਰਧਾਨ ਮੰਤਰੀ ਨੂੰ ਉੱਦਾਂ ਕਰਨਾ, ਪਰ ਆਪਾਂ ਅਫਗਾਨਿਸਤਾਨ 'ਚ ਦੇਖਿਆ, ਜਦੋਂ US ਵਾਲਿਆਂ ਨੇ ਆਪਣੀਆਂ ਫੌਜਾਂ ਵਾਪਸ ਕਰਨੀਆਂ ਸੀ, ਇੱਕ ਸਮਾਂ ਦਿੱਤਾ ਸੀ, ਤਾਲਿਬਾਨ ਵਾਲੇ ਵਧੀਆ ਆਉਂਦੇ ਸੀ, ਤਾਂ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਬਣਾਇਆ ਸੀ ਅਫਗਾਨਿਸਤਾਨ ਦਾ, ਉਹ ਵੀ ਤਾਂ ਇਹੀ ਕਹਿੰਦਾ ਇਹ ਇੱਥੇ ਹੀ ਲੜਾਂਗੇ, ਕੁਛ ਨਹੀਂ ਹੁੰਦਾ। ਪਤਾ ਉਦੋਂ ਲੱਗਾ ਜਦੋਂ ਆਪ ਹੈਲੀਕਾਪਟਰ ਤੇ ਚੜ੍ਹ ਕੇ ਉਹ ਗਿਆ ਤੇ ਰੌਲਾ ਹੀ ਪੈਂਦਾ ਸੀ, ਨਾਲ ਇਹਨੇ ਪੈਸੇ ਲੈ ਗਿਆ। ਬਿਲਕੁਲ ਅਸੀਂ ਯੂਕਰੇਨ ਦੇ ਨਾਲ ਅਫਗਾਨਿਸਤਾਨ ਦੀ ਤੁਲਨਾ ਨਹੀਂ ਕਰਦੇ, ਪਰ ਆਮ ਲੋਕਾਂ ਨੂੰ ਕਿਸੇ ਨੇ ਏਅਰਲਿਫਟ ਨਹੀਂ ਕਰਨਾ। ਸਾਡੇ ਬੱਚੇ ਜੇ ਆ ਵੀ ਜਾਣਗੇ, ਹੁਣ ਯੂਕਰੇਨ ਦੇ ਵਿੱਚ ਤੁਸੀਂ ਦੇਖੋ ਕਿ ਸੜਕਾਂ ਕਦੋਂ ਬਣ ਗਈਆਂ, ਜਿਹੜੀ ਹਵਾਈ ਪੱਟੀਆਂ ਤਬਾਹ ਹੋ ਗਈਆਂ ਉਹ ਕਦੋਂ ਬਣ ਗਈਆਂ, ਤੇ ਜਿਨ੍ਹਾਂ ਨੇ ਬਣਾਉਣਾ ਸਾਨ ਨਹੀਂ ਕਰਨਾ, ਉਹਨਾਂ ਨੇ ਕਰਜ਼ੇ ਦੇਣੇ ਆ। ਉਹ ਸੜਕਾਂ ਬਣਾ ਕੇ ਪਤਾ ਨਹੀਂ ਦੇਸ਼ ਦੇ ਕਿੰਨੇ ਕੁਦਰਤੀ ਸਾਧਨ ਕਿੰਨੇ ਦਹਾਕਿਆਂ ਤੱਕ ਆਪਣੇ ਕਬਜ਼ੇ 'ਚ ਰੱਖਣੇ ਆ। ਯੂਕਰੇਨ 20 25 40 50 ਸਾਲ ਪੈਰਾਂ ਤੇ ਨਹੀਂ ਆਉਂਦਾ, ਇਹ ਗੱਲ ਪੱਕੀ ਹੈ। ਮੰਡੀ ਬਣ ਕੇ ਰਹਿ ਜਾਊਗਾ, ਮਾਲਕ ਨਹੀਂ ਹੁਣ ਬਣ ਸਕਦਾ। ਇਹ ਗੱਲ ਕਲੀਅਰ ਆ, ਪਰ ਇਹ ਜੋ ਕੁਝ ਵੀ ਹੋਇਆ ਮਾੜਾ ਹੋਇਆ, ਤੇ ਆਪਾਂ ਇਹੀ ਆਸ ਦੁਆ ਕਰਦੇ ਆਂ ਵੀ ਇਹ ਚੀਜ਼ ਜਿੱਥੇ ਹੈਗੀ ਉੱਥੇ ਠੱਲ ਜਵੇ, ਰੁਕ ਜਵੇ। ਦੂਜੀ ਗੱਲ ਇਹ ਵੀ ਆ ਕਿ ਵੀ ਹੁਣ ਜਿਹੜੀਆਂ ਆਪਾਂ ਚਲੋ ਨਾ ਕਿਸੇ ਦੇਸ਼ ਦਾ ਨਹੀਂ ਲੈਂਦੇ, ਪਰ ਜਿਸ ਹਿਸਾਬ ਨਾਲ ਅਜੇ ਵੀ ਇੱਧਰੋਂ ਉੱਧਰੋਂ ਕੋਈ ਬੰਦਾ ਕਹਿੰਦਾ ਨਾ ਵੀ ਹਾਂ ਠੀਕ ਹੈ, ਲੈ ਵੀ ਉੱਧਰ ਬਸੰਤਰ ਆ, ਕਿਉਂਕਿ ਆਪਣੇ ਘਰ ਨਹੀਂ ਲੱਗੀ ਇਸ ਕਰਕੇ ਲੋਕਾਂ ਨੂੰ ਅੱਗ ਨਹੀਂ ਬਸੰਤਰ ਜਾਪਦੀ ਹੈ, ਉਹ ਚੀਜ਼ ਮਾੜੀ ਹੈ।
ਕਿਉਂਕਿ ਪਤਾ ਨਹੀਂ ਕਿਉਂ ਕਾਰਨ ਕਈ ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਜਾਂਦਾ ਨਾ ਵੀ ਕਿਉਂਕਿ ਹਥਿਆਰ ਵੀ ਤੇ ਆਪਣੇ ਆਪ ਦੇ ਵਿੱਚ ਕਾਰੋਬਾਰ ਹੀ ਆ ਨਾ, ਵੀ ਜੇ ਮੰਨ ਲਓ ਵੀ ਕਿਤੇ ਗੋਲੀ ਉਹ ਚੱਲੀ ਤੇ ਕਿਤੇ ਤੇ ਘਟੀ ਆ ਨਾ, ਹੁਣ ਜਿੰਨੇ ਚਲਾਤੀ ਉਹਨੂੰ ਦੁਬਾਰਾ ਚਾਹੀਦੀ ਹੈ ਤੇ ਮਿਲਣੀ ਕਿੱਥੋਂ, ਮੰਡੀ 'ਚੋਂ। ਮੰਡੀ 'ਚ ਕਿਹੜਾ ਵੀ ਆਪਣੇ ਆਪ ਪੈਦਾ ਹੋਣੀ, ਕਿਤੇ ਤੇ ਬਣਦੀ ਆ ਤੇ ਜਿਹਦੀ ਬਣਦੀ ਉਹ ਕਿਸੇ ਨਾ ਕਿਸੇ ਦਾ ਕਾਰੋਬਾਰ ਤੇ ਹੈਗਾ ਹੀ ਆ। ਇਹ ਘੁੰਮਦੀ ਘਮਾਉਂਦੀ ਗੱਲ ਕਈਆਂ ਥਾਵਾਂ ਤੇ ਜਾ ਕੇ ਜੁੜਦੀ ਆ, ਪਰ ਇਹ ਜੇ ਸਾਰਾ ਕੁਝ ਇਸੇ ਚੀਜ਼ ਦੇ ਨਾਲ ਹੀ ਚੱਲਦਾ ਰਿਹਾ, ਪਤਾ ਨਹੀਂ ਕਿਉਂ ਲੋਕ ਭੁੱਲ ਜਾਂਦੇ ਵੀ ਯਾਰ ਆਪਾਂ ਵੀ ਇੱਥੇ ਰਹਿਣਾ, ਗਾਂ ਨਿਆਣਿਆਂ ਨੇ ਵੀ ਉੱਥੇ ਰਹਿਣਾ, ਜਾਂ ਤੇ ਇਦਾਂ ਕਰਨ ਜਿਹੜੇ ਬੰਦੇ ਇਹ ਕਾਰੋਬਾਰ ਕਰਦੇ ਆ ਵੀ ਇੱਕ ਅੱਧਾ ਗ੍ਰਹਿ ਲਾ ਕੇ ਹੋਰ ਲੈ ਲੈਣ ਕਿ ਆਪਾਂ ਕਾਰੋਬਾਰ ਧਰਤੀ ਤੇ ਕਰਿਆ ਕਰਨਾ, ਆਪ ਅਸੀਂ ਇਸ ਗ੍ਰਹਿ ਤੇ ਰਹਿਣਾ, ਫਿਰ ਤਾਂ ਠੀਕ ਹੈ। ਫਿਰ ਤਾਂ ਠੀਕ ਹੈ। ਬਾਕੀ ਸੰਧਾਲੀਆ ਸਾਹਿਬ ਇਹ ਵੀ ਹੈ ਕਿ ਭਗਵੰਤ ਮਾਨ ਹੋਰਾਂ ਨੇ ਦਾਅਵਾ ਕੀਤਾ ਕਿ ਤਕਰੀਬਨ 2000 ਜਿਹੜੇ ਬੱਚੇ ਉੱਥੇ ਫਸੇ ਆ, ਉਹਨਾਂ ਦਾ ਨਾਮ ਕੀ ਹੈ, ਕਿੱਥੇ ਫਸੇ ਹੋਏ ਨੇ, ਟੈਲੀਫੋਨ ਨੰਬਰ ਕੀ ਹੈ, ਪਾਸਪੋਰਟ ਨੰਬਰ ਕੀ ਹੈ। ਉਹ ਕਹਿੰਦੇ ਜੇ ਅਸੀਂ ਕੇਂਦਰ ਸਰਕਾਰ ਨੂੰ ਉਹ ਸਾਰੀ ਜਾਣਕਾਰੀ ਲਿਖਤੀ ਅੱਪੜਦੀ ਕਰ ਦਿੱਤੀ ਹੈ ਵਿਦੇਸ਼ ਮੰਤਰਾਲੇ ਨੂੰ, ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਬੰਦੇ ਛੇਤੀ ਕੱਢੋ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂਬਰ ਪਾਰਲੀਮੈਂਟ ਸਾਹਿਬ, MLA ਸਾਹਿਬ ਆਪਣੇ ਪੱਧਰ ਤੇ ਲੱਗੇ ਆ, ਪਰ ਕੰਮ ਲਿਸਟਾਂ ਤਿਆਰ ਕਰਨ ਤੱਕ ਸੀਮਤ ਰਹਿਣਾ, ਪਰ ਇਹ ਵੀ ਠੀਕ ਕੰਮ ਹੈ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ, ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਜੀ, ਸਾਡੇ ਪੰਜਾਬ ਦੇ ਇੰਨੇ ਬੱਚੇ ਨੇ, ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਪਰ ਜਿੱਥੇ ਆਪਾਂ ਗੱਲ ਕੱਲ੍ਹ ਛੱਡੀ ਸੀ, ਕਿਉਂਕਿ ਇਹਨੂੰ ਵਧਾਉਣਾ ਪਊਗਾ, ਸਵਾਲ ਉਹੀ ਹੈ, ਅਜੇ ਤੱਕ ਵੀ ਕੋਈ ਬੰਦਾ ਨਹੀਂ ਬੋਲ ਰਿਹਾ। ਪਹਿਲਾਂ ਮੈਨੂੰ ਲੱਗਦਾ ਸੀ 2 4 5 7 8 10 20 25 40 ਬੱਚੇ ਹੋਣਗੇ ਪੰਜਾਬ ਦੇ, ਕਿਉਂਕਿ ਬਹੁਤਾ ਸੁਣਨ ਦੇ ਵਿੱਚ ਨਹੀਂ ਸੀ ਆਉਂਦਾ ਜਿਹੜੇ ਯੂਕਰੇਨ ਪੜ੍ਹਾਈ ਕਰਨ ਗਏ ਆ। ਪਰ ਹੁਣ ਜਦੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਿਕਲੇ, ਹਰ ਜ਼ਿਲ੍ਹੇ 'ਚ, ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚੋਂ, ਗੁਆਂਢੀ ਪਿੰਡਾਂ ਦੇ ਵਿੱਚੋਂ ਬੱਚੇ ਯੂਕਰੇਨ ਪੜ੍ਹਨ ਗਏ ਹੋਏ ਨੇ, ਜਦੋਂ ਇੱਕ ਪਰਿਵਾਰ 'ਚੋਂ 2 ਬੱਚੇ ਗਏ ਹੋਏ ਆ। ਸਵਾਲ ਉੱਥੇ ਹੀ ਆ ਗਿਆ ਕਿ ਬੱਚਿਆਂ ਨੇ ਯੂਕਰੇਨ ਰਹਿਣਾ ਨਹੀਂ, ਸਿਰਫ ਪੜ੍ਹਨ ਗਏ ਆ, ਤੇ ਪੜ੍ਹਾਉਣ ਦੇ ਲਈ ਕੀ ਚਾਹੀਦਾ ਹੁੰਦਾ? ਇੱਕ ਇਮਾਰਤ, ਉਹਦੇ ਵਿੱਚ ਪੜ੍ਹਾਉਣ ਵਾਲੇ ਬੰਦੇ, ਉਹਦੇ ਵਿੱਚ ਲੈਬੋਰਟਰੀ, ਉਹਦੇ ਵਿੱਚ ਲਾਇਬ੍ਰੇਰੀ, ਹੋਸਟਲ, ਮੈਸ, ਤੇ ਪੜ੍ਹਨ ਵਾਲੇ ਬੱਚੇ ਪੜ੍ਹਨ ਵਾਲੇ ਸਾਡੇ ਕੋਲ ਹੈਗੇ ਆ। ਜੇ ਯੂਕਰੇਨ ਵਰਗਾ ਮੁਲਕ ਜਿਹੜਾ ਕਿ 1991-92 ਦੇ ਵਿੱਚ ਜਦੋਂ ਸੋਵੀਅਤ ਸੰਘ USSR ਵੰਡ ਹੋਇਆ, ਉਹਦੇ ਵਿੱਚੋਂ ਦੁਬਾਰਾ ਆਜ਼ਾਦ ਹੋਇਆ, ਉਹ 1992 ਦੇ ਵਿੱਚ ਆਜ਼ਾਦ ਹੋ ਕੇ 2022 ਦੇ ਵਿੱਚ ਸਾਡੇ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾ ਸਕਦਾ ਹੈ। ਅਸੀਂ 1947 ਦੇ ਆਜ਼ਾਦ ਹੋਏ ਹਾਂ। ਸਾਡੇ ਕੋਲ ਇਮਾਰਤ ਨਹੀਂ ਬਣਦੀ, ਸਾਡੇ ਕੋਲ ਪ੍ਰੋਫੈਸਰ ਨਹੀਂ ਭਰਤੀ ਹੁੰਦੇ, ਸਾਡੇ ਕੋਲ ਲੈਬੋਰਟਰੀ ਨਹੀਂ ਬਣਦੀ, ਸਾਡੇ ਕੋਲ ਲਾਇਬ੍ਰੇਰੀ ਨਹੀਂ ਬਣਦੀ, ਲੈਬੋਰਟਰੀ ਅਟੈਂਡੈਂਟ ਨਹੀਂ ਬਣਦੇ, ਸਾਰਾ ਕੁਝ ਹੈਗਾ। ਇਹਦੇ ਬਾਵਜੂਦ ਵੀ ਜੇ ਸਾਡੇ ਨਿਆਣੇ ਅੱਜ ਯੂਕਰੇਨ ਦੇ ਵਿੱਚ ਧੱਕੇ ਖਾ ਰਹੇ ਆ ਜੰਗ ਵਾਲੇ ਮਾਹੌਲ ਦੇ ਵਿੱਚ, ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਸਾਡੀ ਸਿਆਸੀ ਲੀਡਰਸ਼ਿਪ ਨੂੰ ਲੈਣੀ ਚਾਹੀਦੀ ਹੈ। ਉਹ ਤੁਸੀਂ ਪਿਛਲੀ ਜ਼ਿੰਮੇਵਾਰੀ ਨਹੀਂ ਲੈਣੀ, ਮੂੰਹੋਂ ਇਹ ਹੀ ਫੁੱਟ ਦਿਓ ਕਿ ਭਾਈ ਅਸੀਂ 2-4 ਸਾਲ ਦੇ ਵਿੱਚ ਪ੍ਰਬੰਧ ਕਰਾਂਗੇ ਕਿ ਘੱਟੋ ਘੱਟ ਉੱਥੇ ਨਾ ਜਾਣਾ ਪਵੇ। ਤੇ ਕੀਤਾ ਤਾਂ ਹੈਗਾ, 20 ਤੋਂ ਪਹਿਲਾਂ ਕੀ ਕੀਤਾ, ਇਹੋ ਕੁਝ ਕੀਤਾ। ਉਦੋਂ ਆਪਾਂ ਇਹੋ ਹੀ ਦੇਖਦੇ, ਉਦੋਂ ਤਾਂ ਆਪਾਂ ਕਿੰਨੀ ਵਾਰ, ਉਦੋਂ ਤੇ ਕਿਉਂਕਿ ਯੂਕਰੇਨ ਰਸ਼ੀਆ ਵਾਲੀ ਗੱਲਬਾਤ ਜੇ ਚੱਲੀ ਵੀ ਨਹੀਂ ਸੀ, ਆਪਾਂ ਤਾਂ ਉਦੋਂ ਵੀ ਬੇਨਤੀ ਕਰਦੇ ਵੀ ਸਦਕੇ ਤੁਹਾਡੇ ਵੀ 7 ਦਹਾਕੇ ਲਗਾਉਣ ਤੋਂ ਬਾਅਦ ਉਹਦੇ ਵਿੱਚੋਂ ਵੀ ਕਈ ਲੀਡਰ ਸਾਹਿਬ ਤਾਂ ਐਸੇ ਨੇ ਜਿਨ੍ਹਾਂ ਨੇ ਮਤਲਬ ਕਈ ਦਹਾਕੇ ਖੁਦ ਰਾਜ ਕੀਤਾ ਜੀ। ਉਹ ਕਹਿੰਦੇ ਵੀ ਹੁਣ ਐਤਕੀ ਸਾਡਾ ਪਲਾਨ ਆ ਵੀ ਆਪਾਂ ਸਿੱਖਿਆ ਦੀ ਗੱਲ ਕਰਨੀ। ਹੁਣ ਬੰਦਾ ਸੋਚੇ ਵੀ ਜੇ ਹੁਣ ਪਲਾਨ ਹੋਇਆ, ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਜਵਾਕ ਵਿਚਾਰਾ ਜੰਮ ਕੇ ਪੜ੍ਹ ਕੇ ਡਿਗਰੀਆਂ ਤੇ ਹੁਣ ਧੱਕੇ ਵੀ ਖਾਂਦਾ ਫਿਰਦਾ, ਹੋਰ ਹੋ ਸਕਦਾ 3-4 ਵਾਰ ਉਹਨੇ ਬੇਰੁਜ਼ਗਾਰੀ ਵਾਲੇ ਰਜਿਸਟਰ 'ਚ ਵੀ ਨਾਂ ਲਿਖਾਇਆ ਹੋਵੇ ਤੇ ਆਸ ਉਡੀਕ ਕਰਦਾ ਹੋਵੇ ਵੀ ਬੇਰੁਜ਼ਗਾਰੀ ਭੱਤਾ ਮਿਲੂਗਾ, ਉਹ ਵੀ ਹਾਰ ਕੇ ਆਖਿਆ ਵੀ ਚੱਲ ਕੋਈ ਨਾ ਕੋਈ ਕੰਮ ਕਰ ਲਈ ਵੀਰ, ਇੱਥੇ ਕੁਛ ਨਹੀਂ ਮਿਲਣਾ ਜੀ। ਉਹਨਾਂ ਦੀ ਜ਼ਿੰਦਗੀ ਤੇ ਖਾਧੀ ਗਈ ਨਾ ਇੱਕ ਤਰ੍ਹਾਂ, ਕਿਉਂਕਿ ਜੇ ਇਹੀ ਕੰਮ ਮੰਨ ਲਓ ਵੀ ਅੱਜ ਤੋਂ 20-25 ਸਾਲ ਪਹਿਲਾਂ ਕਿਤੇ ਕੀਤਾ ਹੁੰਦਾ ਤੇ ਹੋ ਸਕਦਾ ਵੀ ਅੱਜ ਯੂਕਰੇਨ ਦੇ ਵਿੱਚ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਜਿਹੜੇ ਆਪਣੇ ਜਵਾਕ ਜਾਂਦੇ, ਜੇ ਆਪਾਂ ਇੱਧਰ ਵੀ ਗੱਲ ਕਰ ਲਈ ਵੀ ਠੀਕ ਆ ਨਿਆਣੇ ਇੱਧਰ ਵੀ ਆਉਂਦੇ ਨੇ, ਪਰ ਇੱਧਰ ਕਿਹੜਾ ਵੀ ਭਾਈ ਸਾਹਿਬ ਹਰੇਕ ਚੀਜ਼ ਐ ਸੋਫੇ 'ਤੇ ਬੈਠਿਆਂ ਮਿਲ ਜਾਂਦੀ ਆ ਵੀ ਆ ਜਵਾਕ ਆਇਆ, ਕੈਨੇਡਾ ਵਾਲਿਆਂ ਨੇ ਸੋਫਾ ਲਾਇਆ, ਨਾਲ ਸਾਹਮਣੇ ਰੁੱਖ ਦਿਖਾਇਆ, ਵੀਰ ਉੱਤੋਂ ਤੂੰ ਡਾਲਰ ਤੋੜ ਲੈਣਾ, ਇੱਥੇ ਤੂੰ ਸੋਫੇ 'ਤੇ ਬਹਿ ਜਾਣਾ, ਕਾਪੀ ਪੈਨ ਅਸੀਂ ਤੈਨੂੰ ਦੇ ਦੇਣੀ, ਬਸ ਤੂੰ ਬਹਿ ਕੇ ਪੜ੍ਹਨਾ। ਇੱਦਾਂ ਤਾਂ ਹੈ ਨਹੀਂ, ਮਿਹਨਤਾਂ ਦੇ ਹਰ ਥਾਂ 'ਤੇ ਹੈਗੀਆਂ। ਇਹੀ ਮਿਹਨਤ ਤੂੰ ਆਪਣੇ ਮੁਲਕ 'ਚ ਵੀ ਤੇ ਕਰ ਹੀ ਸਕਦੇ ਜੇ ਹਾਲਾਤ ਦਿੱਤੇ ਜਾਂਦੇ। ਇਹ ਤੁਹਾਡੀ ਗੱਲ ਸੰਧਾਲੀਆ ਸਾਹਿਬ ਠੀਕ ਹੈ। ਤੇ ਬਾਕੀ ਅਸੀਂ ਇੱਕ ਜ਼ਰੂਰ ਬੇਨਤੀ ਕਰਨੀ ਹੈ ਸਾਰਿਆਂ ਨੂੰ ਕਿ ਇੱਕ ਹਫ਼ਤਾ ਪਹਿਲਾਂ ਨਾ ਪੰਜਾਬ ਦੇ ਵਿੱਚ ਹਰ ਇੱਕ ਵਿਧਾਨ ਸਭਾ ਹਲਕੇ 'ਚ 7-7 8-8 ਬੰਦੇ ਤੁਹਾਡੀ ਜਿਹੜੀ ਹੈ ਉਹ ਸੀਮਾ ਰੇਖਾ ਦੇ ਅੰਦਰ ਸੀ। ਉਹ ਦਿਨੇ ਰਾਤ ਭੱਜੇ ਫਿਰਦੇ ਸੀ, ਤੁਹਾਡੇ ਕੁੰਡੇ ਖੜਕਾਉਂਦੇ ਸੀ, ਟੈਲੀਫੋਨ ਨੰਬਰ ਦਿੰਦੇ ਸੀ, ਟੈਲੀਫੋਨ ਚੁੱਕਦੇ ਸੀ, ਕਹਿੰਦੇ ਸੀ ਜੀ ਤੁਹਾਡੇ ਹਰ ਦੁੱਖ ਤੇ ਹਰ ਸੁੱਖ ਦੇ ਵਿੱਚ ਸ਼ਾਮਿਲ ਹੋਵਾਂਗੇ। ਹੁਣ ਕਿੰਨੇ ਕੁ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਆਪੋ ਆਪਣਾ ਕੋਈ ਹੈਲਪਲਾਈਨ ਨੰਬਰ ਦਿੱਤਾ, ਜਿੰਨੇ MP ਸਾਹਿਬਾਨ ਨੇ ਦਿੱਤਾ, MLA ਸਾਹਿਬਾਨ ਨੇ ਦਿੱਤਾ, ਪਾਰਟੀਆਂ ਦਿੱਤਾ, ਵੱਖਰੀ ਗੱਲ ਹੈ। ਤੁਹਾਡੇ ਹਲਕੇ 'ਚ 1.5 ਲੱਖ 2 ਲੱਖ 2.25 ਲੱਖ ਵੋਟਰ ਹੈ। ਅਜੇ ਤਾਂ ਰਿਜ਼ਲਟ ਆਉਣੇ ਆ 20 ਤਰੀਕ ਤੋਂ ਪਹਿਲਾਂ ਵੋਟਾਂ ਤੁਹਾਡੇ ਤੋਂ ਜਿਹੜੇ ਬੰਦੇ ਮੰਗਦੇ ਸੀ, ਕਿਸੇ ਨੇ ਕਿਹਾ ਕਿ ਭਾਈ ਜੇ ਤੁਹਾਡਾ ਨਿੱਕਾ ਨਿਆਣਾ ਕੋ ਮੁੰਡਾ ਕੋ ਕੁੜੀ ਉੱਥੇ ਫਸਿਆ ਤੇ ਮੇਰੇ ਕੋਲੇ ਆਓ, ਮੈਂ ਤੁਹਾਨੂੰ ਦਿੱਲੀ ਲੈ ਕੇ ਚੱਲਦਾ। ਨਹੀਂ ਸੰਪਰਕ ਸਥਾਪਿਤ ਹੁੰਦਾ, ਮੈਂ ਤੁਹਾਨੂੰ ਵਿਦੇਸ਼ ਮੰਤਰਾਲੇ ਤੱਕ ਲੈ ਕੇ ਚੱਲਦਾ। ਕਿੰਨੇ ਕੁ ਬੰਦੇ ਨੇ, ਜੇ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਬਾਹਰ ਨਹੀਂ ਨਿਕਲੇ ਤਾਂ 5 ਸਾਲ ਫਿਰ ਤੁਸੀਂ ਬਾਹਾਂ ਟੰਗ ਲਓ ਭਾਈ।
ਆਹ ਉਹ ਟੰਗਣੀਆਂ ਚਾਹੀਦੀਆਂ, ਪਰ ਵੱਧ ਤੋਂ ਵੱਧ ਬਾਹਾਂ ਹੀ ਟੰਗੀਆਂ ਜਾਂਦੇ ਹੁਣ ਤੇ ਇਹਦੇ ਆਪਾਂ ਪਹਿਲਾਂ ਵੀ ਕਹਿੰਦੇ ਸੀਗੇ ਵੀ ਉਹ ਇੱਕੋ ਪੀ ਕਰਾਉਣ ਦੀ ਲੋੜ ਹੈ। ਜੇ ਸਹੀ ਹੋ ਗਈ ਤੇ ਹੋ ਸਕਦਾ ਵੀ ਟੀ ਪੀ 27 ਤੱਕ ਹੋਵੇ, ਤੇ ਜੇਕਰ ਆਪਾਂ ਟੀ ਗਲਤ ਕਰਾ ਲਈ ਤੇ ਫਿਰ ਕੰਨਾਂ 'ਚ ਪੂਰੀ ਤਰ੍ਹਾਂ ਨਾਲ ਟੀ ਹੋਣੀ ਆ 27 ਤੱਕ। ਬਾਕੀ ਚਲੋ ਆਪਾਂ ਇਹੀ ਆਸ ਉਮੀਦ ਕਰਦੇ ਹਾਂ ਵੀ ਇਸ ਵਕਤ ਜਿਹੜੀ ਚੀਜ਼ ਸਭ ਤੋਂ ਪਹਿਲਾਂ ਕਰਨ ਦੀ ਲੋੜ ਆ ਜਾਂ ਹੋਣ ਦੀ ਲੋੜ ਆ ਉਹ ਆ ਵੀ ਉਹ ਜਿਹੜਾ ਇਸ ਵਕਤ ਟਕਰਾਅ ਆ ਉਹ ਰੁਕੇ ਕਿਸੇ ਨਾ ਕਿਸੇ ਤਰ੍ਹਾਂ, ਕਿਉਂਕਿ ਜੇ ਉਹ ਰੁਕੂਗਾ ਤੇ ਰੈਸਕਿਊ ਤੋਂ ਬਾਅਦ ਸ਼ੁਰੂ ਹੋਣਾ। ਕਿਉਂਕਿ ਜਿੱਦਾਂ ਹੁਣ ਆਪਾਂ ਸਟਾਰਟਿੰਗ ਦੇ ਵਿੱਚ ਤੁਸੀਂ ਸਮਝਾਈ ਗੱਲਬਾਤ ਵੀ ਇੱਧਰੋਂ ਫੌਜਾਂ ਇੱਧਰ ਨੂੰ ਜਾਂਦੀਆਂ ਨੇ ਤੇ ਉਹ ਤੇ ਆਪਣਾ ਰਾਹ ਲੱਭਦੀਆਂ ਫਿਰਦੀਆਂ ਨੇ, ਉਹਦੇ ਤੁਸੀਂ ਆਪ ਇਮੈਜਿਨ ਕਰਕੇ ਦੇਖੋ ਵੀ ਘੇਰੇ ਘੇਰੇ ਟੈਂਕ ਹੋਣ, ਗੱਡੀਆਂ ਹੋਣ, ਬੰਬ ਡਿੱਗਦੇ ਹੋਣ, ਗੋਲੀਆਂ ਚੱਲਦੀਆਂ ਹੋਣ, ਤੇ ਕਿਹਦਾ ਦਿਲ ਕਰੂਗਾ ਵੀ ਮੈਂ ਬੱਸ 'ਚ ਬਹਿ ਕੇ ਤੇ ਬਾਹਰ ਨੂੰ ਨਿਕਲ ਕੇ ਤੇ ਮੈਂ ਵੀ ਰਾਹ ਪੁੱਛਾਂ ਵੀ ਹਾਂ ਹੁਣ ਕਿੱਧਰ ਨੂੰ ਜਾਣਾ। ਨਹੀਂ ਬਿਲਕੁਲ ਠੀਕ ਹੈ, ਔਖੀ ਗੱਲ ਆ ਨਾ, ਹਾਲਾਤ ਨੂੰ ਜੇ ਆਪਾਂ ਮਹਿਸੂਸ ਕਰੀਏ ਤੇ ਬਹੁਤ ਔਖੇ। ਨਹੀਂ ਇੱਕ ਤਾਂ ਵੀਡੀਓ ਇਦਾਂ ਦੀ ਵੀ ਆਈ ਸੀ, ਉਹ ਬੱਚੇ ਕਹਿੰਦੇ ਜੀ ਅਸੀਂ ਜਦੋਂ ਪੈਦਲ ਬਾਹਰ ਨਿਕਲਦੇ ਹਾਂ, ਮੰਨ ਲਓ ਬੱਸ ਦਾ ਪ੍ਰਬੰਧ ਨਹੀਂ ਹੋ ਰਿਹਾ, ਪੈਦਲ ਤੁਰਦੇ ਆ, ਉਹ ਕਹਿੰਦੇ ਉਦੋਂ ਫੌਜ ਮੋੜ ਦਿੰਦੀ ਆ ਕਿ ਪੈਦਲ ਨਾ ਜਾਓ, ਤੁਹਾਨੂੰ ਠੰਡ ਵੀ ਆ, ਨੁਕਸਾਨ ਹੋਊਗਾ, ਆਪਣੇ ਬੰਕਰਾਂ ਦੇ ਵਿੱਚ ਆਪਣੀਆਂ ਸੁਰੰਗਾਂ ਦੇ ਵਿੱਚ ਚਲੇ ਜਾਓ। ਪਰ ਮੈਂ ਇਸ ਗੱਲ ਨੂੰ ਜ਼ਰੂਰ ਹੈਰਾਨ ਆ ਸੰਧਾਰੀਆ ਸਾਹਿਬ ਕਿ ਦੋਨੇ ਫੌਜਾਂ ਬਹੁਤਾ ਕਰਕੇ ਕਿਤੇ ਨਾ ਕਿਤੇ ਇਸ ਪੱਖੋਂ ਜਿਹੜੀਆਂ ਠੀਕ ਨਿਭਾ ਅਜੇ ਤੱਕ ਕਰ ਰਹੀਆਂ ਕਿ ਭਾਈ ਨੁਕਸਾਨ ਨਹੀਂ ਕਰ ਰਹੀਆਂ, ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਦਾ। ਤੇ ਇਹਦੇ ਨਾਲ ਆਪਾਂ ਜੇ ਪੂਰਾ ਅੱਗੇ ਸੰਧਾਲੀਆ ਸਾਹਿਬ ਤੁਰੀਏ, ਕਿਉਂਕਿ ਆਸ ਅਰਦਾਸ ਹੀ ਹੈ ਕਿ ਸਾਰਾ ਕੁਝ ਦਰੁਸਤ ਹੋਵੇ, ਬਿਲਕੁਲ ਠੀਕ, ਥੋੜ੍ਹਾ ਜਿਹਾ ਅੱਗੇ ਤੁਰੀਏ ਤਾਂ ਹੁਣ ਪੰਜਾਬ ਦੇ ਲੀਡਰ ਥੋੜ੍ਹੇ ਰੈਲੇ ਹੋਏ ਇੱਕ ਹੋਰ ਮਸਲੇ ਤੇ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲਾ ਮਸਲਾ ਸੀ ਕਿ ਭਾਈ ਪੰਜਾਬ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ, ਕਿਉਂਕਿ ਬਿਜਲੀ ਸਪਲਾਈ ਤੇ ਸਿੰਚਾਈ, ਪਾਣੀ ਕਿੰਨਾ, ਕਿਹੜੀ ਨਹਿਰ ਛੱਡਣਾ, ਬਹੁਤ ਸਾਰੀਆਂ ਚੀਜ਼ਾਂ ਉਹਦੇ ਤੇ ਨਿਰਭਰ ਕਰਦੀਆਂ। ਹੁਣ ਪਹਿਲਾਂ ਤਾਂ ਬੋਲੇ ਸੀ ਉਸ ਮੁੱਦੇ ਤੇ ਜਾਖੜ ਸਾਹਿਬ, ਫਿਰ ਭਗਵੰਤ ਮਾਨ ਸਾਹਿਬ, ਹੁਣ ਸੁਖਬੀਰ ਸਿੰਘ ਬਾਦਲ ਹੋਰੀ ਵੀ ਕਹਿੰਦੇ ਹੈਰਾਨੀ ਬੜੀ ਹੈ ਆ ਕੇਂਦਰ ਸਰਕਾਰ ਨੇ ਕੀਤਾ ਕੀ। ਇਹਦੇ ਤੋਂ ਬਾਅਦ ਕਿਸਾਨ ਧਿਰਾਂ ਵੀ ਹੁਣ ਬੋਲੀਆਂ, ਉਹ ਕਹਿੰਦੇ ਜੀ ਬਹੁਤ ਮਾੜੀ ਗੱਲ ਆ ਤਾਂ ਨੁਕਸਾਨ ਕਰ ਦਿੱਤਾ ਬਹੁਤ ਜ਼ਿਆਦਾ। ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਇੱਕ ਪੁਰਾਣੇ ਅਧਿਕਾਰੀ ਨੇ ਵੀ ਕਿਹਾ, ਉਹ ਕਹਿੰਦੇ ਜੀ ਦੇਖੋ ਇਹ ਗੱਲ ਬੜੀ ਨੁਕਸਾਨ ਵਾਲੀ ਹੈ, ਜੇ ਤਾਂ ਬੰਦਾ ਪੰਜਾਬ ਤੇ ਹਰਿਆਣੇ 'ਚੋਂ ਲੱਗੂਗਾ ਸਿੰਚਾਈ ਦੇ ਲਈ, ਬਿਜਲੀ ਦੇ ਲਈ ਸੈਕਟਰ ਜਿਹੜਾ ਲੱਗਦਾ, ਉਹਨੂੰ ਪਤਾ ਹੁੰਦਾ ਹੈ ਕਿ ਕਿਹੜੇ ਮਹੀਨੇ ਪੰਜਾਬ ਨੂੰ ਤੇ ਹਰਿਆਣੇ ਨੂੰ ਕਿੰਨੀ ਬਿਜਲੀ ਚਾਹੀਦੀ ਆ, ਉਹ ਜ਼ਮੀਨੀ ਹਕੀਕਤਾਂ ਤੋਂ ਵਾਕਿਫ ਹੁੰਦਾ ਹੈ। ਜੇ ਕੋਈ ਬੰਦਾ ਕਹਿੰਦੇ ਅੰਡੇਮਾਨ ਤੋਂ, ਮੁੰਬਈ ਤੋਂ, ਕਿਸੇ ਹੋਰ ਪਾਸਿਓਂ, ਗੋਆ ਤੋਂ ਲਿਆ ਕੇ ਲੱਗ ਜੂਗਾ, ਮੈਂ ਵੈਸੇ ਹੀ ਵੱਖ-ਵੱਖ ਇਲਾਕਿਆਂ ਦੇ ਨਾਂ ਕੀਤੇ, ਉਹਨੂੰ ਕਹਿੰਦੇ ਪਤਾ ਹੀ ਨਹੀਂ ਕਿ ਨਹਿਰ ਦੇ ਵਿੱਚ ਪਾਣੀ ਕਿਹੜੇ ਮਹੀਨਿਆਂ ਦੇ ਵਿੱਚ ਜ਼ਿਆਦਾ ਛੱਡਣਾ ਪੈਂਦਾ, ਸਿੰਚਾਈ ਦੇ ਲਈ ਕਿੰਨਾ ਪਾਣੀ ਕਦੋਂ ਚਾਹੀਦਾ, ਉਹ ਅਗੇਤਾ ਪ੍ਰਬੰਧ ਕਹਿੰਦੇ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ, ਤੇ ਜਦੋਂ ਤੱਕ ਉਹਨੂੰ ਪਤਾ ਲੱਗਣਾ ਉਦੋਂ ਤੱਕ ਕੰਮ ਖਰਾਬ ਹੋ ਜਾਣਾ। ਇਸ ਕਰਕੇ ਉਹ ਕਹਿੰਦੇ ਕਿ ਇਸ ਫੈਸਲੇ ਦੇ ਉੱਤੇ ਨਜ਼ਰਸਾਨੀ ਦੁਬਾਰਾ ਚਾਹੀਦੀ ਹੈ ਕਿ ਸਥਾਨਕ ਬੰਦਾ ਹੀ ਪ੍ਰਬੰਧਾਂ ਦੇ ਵਿੱਚ ਹਿੱਸੇਦਾਰ ਹੋਵੇ ਤਾਂ ਚੰਗਾ। ਪਰ ਅਜੇ ਗੱਲਾਂ ਹੋ ਰਹੀਆਂ, ਅਜੇ ਇੱਕ ਬੱਸ ਦੇ ਵਿੱਚ ਬੈਠ ਕੇ ਇਕੱਠੇ ਹੋ ਕੇ ਦਿੱਲੀ ਜਾ ਕੇ ਆਪਣਾ ਕੇਸ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਸਾਹਮਣੇ ਪੇਸ਼ ਕਦੋਂ, ਕਿਹਨੇ, ਕਿੱਦਾਂ ਕਰਨਾ ਹੈ, ਉਹਦੇ ਬਾਬਤ ਨਹੀਂ ਕੋਈ ਬੋਲਿਆ। ਨਹੀਂ ਬਿਲਕੁਲ ਨਹੀਂ ਬੋਲਿਆ। ਵੱਡੀ ਗੱਲ ਇਹ ਹੈ ਵੀ ਜਿਹੜੀ ਆਸ ਕੀਤੀ ਜਾਂਦੀ ਪਾਰਟੀ ਤੋਂ, ਕਿਉਂਕਿ ਉਹ ਪਾਰਟੀ ਇੱਧਰੋਂ ਉੱਧਰੋਂ ਜਿਹੜੇ ਵੀ ਲੀਡਰ ਸਾਹਿਬਾਨ ਉਹਨਾਂ ਦੀ ਗੱਲ ਕਰਦੇ ਨੇ, ਉਹ ਇਹੀ ਗੱਲ ਕਰਦੇ ਨੇ ਵੀ ਟੈਨਸ਼ਨ ਨਾ ਲਓ ਜੀ, ਸਰਕਾਰ ਨਹੀਂ ਬਣਨੀ ਕਿਸੇ ਦੀ, ਵੀ ਬਸ ਆਪਾਂ ਹੀ ਬਣਾਉਣੀ ਹੈ। ਉਹਨਾਂ ਦੇ ਵੀ ਪੰਜਾਬ ਦੇ ਵਿੱਚ ਲੀਡਰ ਹੈਗੇ ਨੇ, ਉਹਨਾਂ ਨੂੰ ਵੀ ਮੇਰਾ ਖਿਆਲ ਕੋਈ ਨਾ ਕੋਈ ਆਪਣੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਪਤਾ ਨਹੀਂ ਕਿਉਂ ਜਿੰਨੇ ਦੇਰ ਤੱਕ ਤੇ ਮਸਲਾ ਫਸਿਆ ਹੁੰਦਾ ਉਨੀ ਦੇਰ ਤੱਕ ਉਹ ਵੀ ਚੁੱਪ ਰਹਿੰਦੇ ਆ। ਜਦੋਂ ਹੁਣ ਕਿਸਾਨ ਅੰਦੋਲਨ ਦੀ ਗੱਲ ਕਰੀਏ, ਸਾਲ ਸਵਾ ਸਾਲ ਕੀ ਕੀਤਾ, ਫਸੇ ਸੀ, ਜਦੋਂ ਕੰਮ ਨਿਬੜ ਗਿਆ ਲੈ ਵੇਖਿਆ ਹੀ ਕੀਤਾ ਕਿ ਨਹੀਂ, ਫਿਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ, ਵਧੀਆ ਗੱਲ ਆ, ਪਰ ਜਦੋਂ ਵੇਲਾ ਵਿਹਾ ਗਈ, ਕੋਈ ਚੀਜ਼ ਲੰਘ ਗਈ, ਉਦੋਂ ਬਾਅਦ ਕੋਈ ਫਾਇਦਾ ਨਹੀਂ। ਹੁਣ ਵੀ ਕੁਛ ਲੋਕ ਇਸ ਚੀਜ਼ ਨੂੰ ਇੱਦਾਂ ਵੀ ਜੋੜ ਰਹੇ ਆ, ਉਹ ਜੁੜਦੀ ਨਹੀਂ ਜੁੜਦੀ, ਇਹਦਾ ਜਵਾਬ ਲੀਡਰ ਦੇ ਸਕਦੇ ਆ। ਬੜੀ ਦੇਰ ਦਾ ਉਹ ਮਸਲਾ ਫਸਿਆ ਜੀ ਵੀ ਉਹ ਬਿਜਲੀ ਵਾਲਾ ਜਿਹੜਾ ਜੀ ਆਪਾਂ ਉਹ ਬਣਾਉਣਾ ਜੀ ਕਾਨੂੰਨ ਜਿਹਾ, ਅਤੇ ਉਦੋਂ ਬਾਅਦ ਫਿਰ ਸਾਰੇ ਦੇਸ਼ ਦੀ ਵੀ ਬੱਤੀ ਇੱਕ ਥਾਂ ਇਕੱਠੀ ਕਰਨੀ ਹੈ ਜੀ, ਫਿਰ ਇੱਕੋ ਥਾਂ ਕੇਂਦਰੀਕਰਨ ਕਰਕੇ ਤੇ ਫਿਰ ਆਪਣੇ ਹਿਸਾਬ ਨਾਲ ਦੇਖਿਆ ਵੀ ਕਿਹਨੂੰ ਬੱਤੀ ਦੇਣੀ, ਕਿਹਨੂੰ ਬੱਤੀ ਨਹੀਂ ਦੇਣੀ, ਕਿਤੇ ਫਰੀ ਹੋਊਗੀ, ਕਿਤੇ ਫਰੀ ਨਹੀਂ ਹੋਊਗੀ ਜੀ, ਜੇ ਕੋਈ ਸਟੇਟ ਕਰਦਾ ਤੇ ਉੱਤੇ ਵੀ ਆਪਾਂ ਉਸ ਹਿਸਾਬ ਨਾਲ ਐਕਸ਼ਨ ਲੈ ਸਕਦੇ। ਉਹ ਬੜੀ ਦੇਰ ਦਾ ਫਸਿਆ ਸੀ ਮਸਲਾ। ਈਵਨ ਖੇਤੀ ਅੰਦੋਲਨ ਦੇ ਦੌਰਾਨ ਵੀ ਉਹਦਾ ਵਿਰੋਧ ਹੁੰਦਾ ਰਿਹਾ ਵੀ ਭਾਈ ਸਾਹਿਬ ਇਹ ਤੁਸੀਂ ਕਾਨੂੰਨ ਨਹੀਂ ਲਿਆ ਸਕਦੇ, ਪਰ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਉਹ ਸਾਰਾ ਕੁਝ ਮੁੱਠੀ ਹੈ। ਦੂਜੀ ਚਰਚਾ ਬੜੀ ਦੇਰ ਪਹਿਲਾਂ ਦੀ ਹੁੰਦੀ ਸੀ, ਖਾਸ ਕਰਕੇ ਹਰਿਆਣੇ ਵਾਲੀਆਂ ਲੰਘੀਆਂ ਇਲੈਕਸ਼ਨਾਂ ਦੇ ਵਿੱਚ, ਚਿੰਤਾ ਨਾ ਕਰੋ ਤੁਸੀਂ, ਬਸ ਜਿਹੜਾ ਪਾਣੀ ਇੱਧਰ ਉੱਧਰ ਜਾਂਦਾ ਸਾਰਾ ਮੋੜ ਕੇ ਲਿਆਂਦਾ ਜਾਊਗਾ, ਡੱਕ ਦੇਾਂਗੇ, ਹੈ ਨਾ। ਉਹਦੇ ਵਿੱਚ ਇਹ ਵੀ ਚਰਚਾ ਚੱਲੀ ਵੀ ਜਿਹੜਾ ਪਾਕਿਸਤਾਨ ਨੂੰ ਪਾਣੀ ਆਉਂਦਾ ਉੱਧਰੋਂ ਵੀ ਆਪਾਂ ਮੋੜ ਲੈਣਾ, ਤੇ ਬਸ ਹੋ ਸਕਦਾ ਆਉਣ ਵਾਲੇ ਟਾਈਮ ਤੁਹਾਨੂੰ ਨਵੀਆਂ ਨਹਿਰਾਂ, ਨਵੇਂ ਰਸਤੇ ਨਜ਼ਰ ਆਉਣ, ਤੇ ਜਿਹੜਾ ਬੂੰਦ ਬੂੰਦ ਪਾਣੀ ਇਸ ਦੇਸ਼ ਦਾ ਉਹ ਇਸ ਦੇਸ਼ 'ਚ ਹੀ ਰਹੂਗਾ। ਠੀਕ ਹੈ, ਵਧੀਆ ਗੱਲ ਹੈ ਜੇ ਆਪਾਂ ਨੂੰ ਲੱਗਦਾ ਕਿ ਵੀ ਕਿਸੇ ਦੇਸ਼ ਨਾਲ ਆਪਣੀ ਕੋਈ ਸੰਧੀ ਸੀਗੀ ਜਾਂ ਉਹਨੂੰ ਆਪਾਂ ਰੋਕ ਸਕਦੇ ਹਾਂ ਜਾਂ ਮੋੜ ਸਕਦੇ ਹਾਂ ਜਾਂ ਉਹ ਫਾਲਤੂ ਜਾਂਦਾ, ਉਹਨੂੰ ਮੋੜ ਕੇ ਲਿਆਂਦਾ ਜਾਵੇ, ਜੇ ਦੇਸ਼ ਦੇ ਵਿੱਚ ਵਰਤਿਆ ਜਾ ਸਕਦਾ ਬਹੁਤ ਵਧੀਆ ਗੱਲ। ਪਰ ਜੇ ਉਹਨੂੰ ਵੀ ਆਪਾਂ ਵੋਟਾਂ ਦੇ ਹਿਸਾਬ ਨਾਲ ਹੀ ਦੇਖਣਾ ਵੀ ਯਾਰ ਅੱਛਾ ਫਲਾਨਾ ਉੱਥੇ ਬੈਠਾ ਹੈ ਉਹ ਥੋੜ੍ਹਾ ਤੰਗ ਕਰਦਾ, ਕੋਈ ਗੱਲ ਨਹੀਂ, ਫਿਰ ਇਹਦੇ 'ਚ ਕਿਹੜੀ ਗੱਲ, ਉਹ ਪਹਿਲਾਂ ਤਾਂ ਬੰਦਾ ਚੁੱਕੋ, ਕੁਰਸੀ ਚੁੱਕੋ, ਕੁਰਸੀ ਆਪਣੇ ਹਿਸਾਬ ਨਾਲ ਲਾਓ, ਫਿਰ ਆਪਾਂ ਦੇਖਦੇ ਹਾਂ ਵੀ ਕੀ ਬਣਨਾ। ਜੇ ਮੈਂ ਨਹੀਂ ਕਹਿੰਦਾ ਵੀ ਇਹ ਚੀਜ਼ ਇੱਦਾਂ ਜੁੜਦੀ, ਪਰ ਇਹ ਚਰਚਾ ਰਾਜਨੀਤਿਕ ਤੌਰ 'ਤੇ ਵੀ ਸ਼ਾਇਦ ਇਹ ਜਿਹੜੀਆਂ ਤਾਰਾਂ ਨੇ ਇੱਥੇ ਨਹੀਂ ਹੈਗੀਆਂ। ਕਿਸੇ ਵੇਲੇ ਹੁੰਦਾ ਨਾ ਵੀ ਯਾਰ ਬਲਬ ਤਾਂ ਇੱਥੇ ਜਾਦਾ, ਉਹ ਕਹਿੰਦੇ ਬਲਬ ਇੱਥੇ ਜਾਦਾ, ਟਰਾਂਸਫਾਰਮਰ ਕਿਤੇ ਹੋਰ ਪਿਆ ਹੀ,
ਉਹ ਟਰਾਂਸਫਾਰਮਰ ਹੈਗਾ ਕਿ ਨਹੀਂ ਹੈਗਾ, ਇਹ ਜ਼ਰੂਰ ਐਕਸਪਲੇਨ ਕੀਤਾ ਜਾਵੇ, ਖਾਸ ਕਰਕੇ ਪੰਜਾਬ ਦੀ ਜਿਹੜੀ ਬੀਜੇਪੀ ਵਾਲੀ ਲੀਡਰਸ਼ਿਪ ਉਹਨਾਂ ਨੂੰ। ਸੰਧਾਲੀਆ ਸਾਹਿਬ, ਬਾਕੀ ਜਿਹੜੇ ਲੀਡਰ ਨੇ ਨਾ, ਚਾਹੇ ਆਮ ਆਦਮੀ ਪਾਰਟੀ ਦੇ, ਅਕਾਲੀ ਦਲ ਦੇ, ਬਸਪਾ ਦੇ, ਕਾਂਗਰਸ ਦੇ, ਲੋਕ ਇਨਸਾਫ ਪਾਰਟੀ ਦੇ, ਅਕਾਲੀ ਦਲ ਅੰਮ੍ਰਿਤਸਰ ਵਾਲੇ, ਜਿੰਨੀਆਂ ਵੀ ਧਿਰਾਂ ਨੇ, ਸਥਾਨਕ ਧਿਰਾਂ ਜਿਹੜੀਆਂ ਆਪਣੇ ਆਪ ਨੂੰ ਮੰਨਦੀਆਂ, ਖਾਸ ਤੌਰ ਦੇ ਉੱਤੇ ਅਕਾਲੀ ਦਲ, ਕਿਉਂਕਿ ਉਹ ਕਹਿੰਦੇ ਸੀ ਕਿ ਇੱਕੋ ਇੱਕ ਪਾਰਟੀਆਂ ਜਿਹੜੇ ਪੰਜਾਬ ਦੀਆਂ, ਸਾਰੇ ਕਹਿੰਦੇ ਆ ਸਰਕਾਰ ਸਾਡੀ ਬਣਨੀ ਆ। ਜੇ ਅੱਜ ਇਕੱਠੇ ਨਾ ਹੋਏ ਨਾ, ਕਿਉਂਕਿ ਇੱਕ ਇੱਕ ਕਰਕੇ ਸ਼ਕਤੀਆਂ ਜਿਹੜੀਆਂ ਕੇਂਦਰ ਦੇ ਹੱਥ ਜਾ ਰਹੀਆਂ, ਇਹ ਤਾਂ ਸਾਰੇ ਜਾਣਦੇ ਆ, ਫਿਰ ਹਰ ਇੱਕ ਫਾਈਲ ਜਦ ਅਰਵਿੰਦ ਕੇਜਰੀਵਾਲ ਫੈਸਲਾ ਕਰਦਾ ਹੈ, ਮੁੱਖ ਮੰਤਰੀ ਹੈ ਦਿੱਲੀ ਦਾ ਬੰਦਾ, ਸਿੱਧਾ ਉਪ ਰਾਜਪਾਲ ਦੇ ਕੋਲ, ਤੇ ਫਿਰ ਮੁੜ ਕੇ ਬਿਆਨ ਦੇਣਾ ਪੈਂਦਾ, ਅਸੀਂ ਤਾਂ ਜੀ ਕੰਮ ਕਰ ਦਿੱਤਾ, ਉਪ ਰਾਜਪਾਲ ਸਾਹਿਬ ਦਸਖਤ ਨਹੀਂ ਕਰਦੇ। ਜੇ ਤਾਂ ਹਰ ਇੱਕ ਫਾਈਲ ਚੱਕ ਕੇ ਕੇਂਦਰ ਸਰਕਾਰ ਦੇ ਕੋਲੇ ਜਾਣਾ ਹੈ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ, ਫਿਰ ਤਾਂ ਜਿੱਥੇ ਬੈਠੇ ਆ ਬੈਠੇ ਰਹੋ, ਫਿਰ ਤਾਂ ਟੱਬਰ ਦੇ ਵਿੱਚ ਦਿਨ ਬਿਤਾਓ, ਘੁੰਮ ਕੇ ਆਓ, ਪਾਰਟੀ ਪਲੇਟਫਾਰਮ ਮਜ਼ਬੂਤ ਕਿੱਦਾਂ ਕਰਨਾ ਉਹਦੀ ਗੱਲ ਕਰੋ। ਹਾਂ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੁਹਾਡੇ ਐਮਐਲਏ ਫੈਸਲਾ ਕਰਨ ਕਿ ਅਸੀਂ ਪੰਜਾਬ ਦੇ ਲਈ ਕੀ ਕਰਨਾ, ਕਿਵੇਂ ਕਰਨਾ, ਕਦੋਂ ਕਰਨਾ, ਫਿਰ ਤੁਹਾਨੂੰ ਇਕਜੁੱਟ ਹੋਣਾ ਚਾਹੀਦਾ। ਤਾਕਤ ਤਾਂ ਫਿਰ ਵਰਤੋਂਗੇ ਨਾ ਜੇ ਤਾਕਤ ਰਹੂ। ਹੁਣ ਜੀਐਸਟੀ ਦਾ ਮਸਲਾ ਸੀ, ਪਹਿਲਾਂ ਟੈਕਸ ਸੂਬਾ ਇਕੱਠਾ ਕਰਦਾ ਸੀ, ਉਹਦੇ ਵਿੱਚੋਂ ਕੇਂਦਰ ਦਾ ਹਿੱਸਾ ਦਿੰਦਾ ਸੀ, ਜਿਹੜੇ ਆਪਦੇ 40-50 ਰੁਪਏ ਸੀ ਉਹਨੂੰ ਖਰਚ ਲੈਂਦੇ ਸੀ। ਹੁਣ ਟੈਕਸ ਇਕੱਠਾ ਜ਼ਰੂਰ ਹੁੰਦਾ ਪਰ ਦਿੱਲੀ ਜਾਂਦਾ ਹੈ, ਫਿਰ ਮੁੜ ਕੇ ਰੌਲਾ ਪਾਉਂਦੇ ਜੀ ਸਾਨੂੰ ਜੀਐਸਟੀ ਦਾ ਇੰਨਾ ਹਿੱਸਾ ਅਜੇ ਤੱਕ ਦਿੱਤਾ ਨਹੀਂ। ਬਾਰਦਾਨਾ ਦੇਖ ਲਓ, ਜਿਹੜੀ ਜੀਐਸਟੀ ਦਾ ਕੋਈ ਗੱਲ ਨਹੀਂ, ਨਾ ਨਿਕਲਣ ਬਾਹਰ। ਗਰਮੀਆਂ ਦੇ ਵਿੱਚ ਜੂਨ ਮਹੀਨਾ ਆ ਜਾਣਾ, ਉਦੋਂ ਜਿਹੜਾ ਹੁਣ ਤੱਕ ਉਹ ਟੈਕਸ ਦੇ ਵਿੱਚ ਆਪਣੇ ਤੌਰ ਤੇ ਥੋੜੀ ਜਿਹੀ ਛੋਟ ਦਿੰਦੀ ਹੈ ਕੇਂਦਰ ਸਰਕਾਰ ਵੀ, ਚਲੋ ਇੰਨੇ ਕੁ ਪੈਸੇ ਰੱਖ ਲਓ ਯਾਰ, ਤੁਸੀਂ ਕਰ ਲਿਓ, ਕਿਤੇ ਲਾ ਲੂ ਲਿਓ। ਇਹ ਉਦਾਂ ਹੀ ਜਦੋਂ ਨਿੱਕਾ ਨਿਆਣਾ ਨਾਲ ਆਇਆ ਨਾ, ਜਾਣ ਲੱਗੇ ਉਹਨੂੰ 10 ਦਾ ਨੋਟ, ਚੱਲ ਪੁੱਤ ਟਾਫੀ ਖਾ ਲਈ, ਚੀਜ਼ੀ ਖਾ ਲਈ, ਮੇਰਾ ਪੁੱਤ ਨੇ ਫੜ ਲਈ, ਉਹਨੇ ਕਿਹਾ ਮੰਮੀ ਫੜ ਲਓ। ਉਹ ਜੂਨ ਮਹੀਨੇ ਤੋਂ ਵੀ ਬੰਦ ਹੋ ਜਾਣਾ। ਫਿਰ ਉਹ ਤੋਂ ਬਾਅਦ ਜਿਹੜੀ ਵੀ ਸਰਕਾਰ ਬਣਦੀ ਹੈ, ABCDEFG ਜਿਹੜੀ ਵੀ ਪਾਰਟੀ ਦੀ ਬਣਦੀ ਆ, ਉਹ ਜੁਲਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਪਤਾ ਲੱਗਣਾ ਵੀ ਹਾਂ ਭਾਈ ਸਾਹਿਬ ਖਜ਼ਾਨੇ 'ਚ ਪਹਿਲਾਂ ਦੇ ਕਦੀ ਆਵਾਜ਼ ਆਉਂਦੀ ਟੰਗ ਕਰਕੇ, ਕਹਿੰਦਾ ਡਿੱਗਾ ਹੀ, ਇੱਕ ਸਿੱਕਾ ਡਿੱਗਾ ਹੀ ਜੀ, ਹੋ ਸਕਦਾ ਵੀ ਉਹ ਵੀ ਨਾ ਡਿੱਗੇ। ਫਿਰ ਉਦੋਂ ਬਾਅਦ ਜਵਾਬ ਦਿੱਤਾ, ਤੁਸੀਂ ਗੱਲ ਕੀਤੀ ਪਾਰਟੀ ਪਲੇਟਫਾਰਮ ਮਜ਼ਬੂਤ ਕਰਨਾ ਜੀ। ਮੈਂ ਸੋਚਦਾ ਵੀ ਇਹ ਪਾਰਟੀ ਪਲੇਟਫਾਰਮ ਹੋ ਸਕਦਾ, ਪਰ ਜੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਕੱਠਿਆਂ ਰੱਖੀ ਤਾਂ, ਜੇ ਐਡ ਕਰਦੀ ਫਿਰ ਇਹਦੇ ਮਾਇਨੇ ਬੜੇ ਅਜੀਬ ਨਿਕਲਦੇ। ਫਿਰ ਤੁਸੀਂ ਇਹਨੂੰ ਉਲਟਾ ਦੇਖੋ, ਫਾਰਮ, ਪਲੇਟ ਤੇ ਪਾਰਟੀ। ਵਾਹ ਜੀ ਵਾਹ ਜੀ ਵਾਹ ਜੀ, ਆ ਤਾਂ ਕਮਾਲ ਹੋ ਗਿਆ। ਉਹ ਯਾਰ ਮੇਰੇ ਕੋ ਨਹੀਂ ਰਿਹਾ ਜਾਂਦਾ, 10 ਮਹੀਨੇ ਯਾਰ ਰਹਿੰਦੇ ਆ, ਛੱਡ ਕੇ ਪਹਿਲੇ ਨਾ ਭੱਜ ਜਿਓ, ਕਿਉਂਕਿ ਜੋ ਤੈਨੂੰ ਫਾਰਮ, ਪਲੇਟ ਦਾ, ਪਾਰਟੀ, ਤਿੰਨ ਸ਼ਾਇਦ ਸੰਧਾ ਵਾਲੀ ਇੱਥੇ ਨੇ, ਮੈਂ ਕੱਲਾ ਹੀ ਰੌਲਾ ਪਾਈ ਆਵਾਂ ਮੁੜ ਕੇ। ਨਹੀਂ ਇਹ ਵੀ ਦੇਖੋ, ਮੈਂ 10 ਬੈਠਾ ਫਿਰ ਮੈਂ ਦੱਸੋ ਕੀ ਕਰਾਂ, ਇਹ ਦੱਸੋ। ਨਹੀਂ ਗੱਲ ਤਾਂ ਤੁਹਾਡੀ, ਤੁਸੀਂ ਇਹ ਦੇਖੋ ਵੀ ਹੌਲੀ ਹੌਲੀ ਮੈਂ ਲੀਡਰਸ਼ਿਪ ਵਾਲਾ ਕੰਮ ਛੱਡ ਕੇ ਹੌਲੀ ਹੌਲੀ ਮੁੱਖ ਧਾਰਾ ਜਾ ਰਿਹਾ, ਉਹਨਾਂ ਬੰਦਿਆਂ ਗੱਲਾਂ ਦੱਸੀਆਂ ਨਾ ਮੈਂ ਤੁਹਾਨੂੰ। ਚਲੋ ਠੀਕ ਹੈ ਗੱਲ। ਸੰਧਾਲੀਆ ਸਾਹਿਬ, ਥੋੜਾ ਜਿਹਾ ਆਪਾਂ ਨਾ ਇੱਕ ਹੋਰ ਗੱਲ ਜ਼ਰੂਰ ਕਰ ਲਈਏ, ਕਿਉਂਕਿ ਮਾਝੇ ਦੇ ਵਿੱਚ ਪਿਛਲੇ ਸਮੇਂ 'ਚ ਨੁਕਸਾਨ ਬੜਾ ਹੋਇਆ ਸੀ। ਦੇਖੋ, ਦੋ ਮਸਲੇ ਆ, ਦੋਨੇ ਹੀ ਨਹੀਂ ਸਮੇਟੇ ਗਏ। ਜ਼ਹਿਰੀਲੀ ਸ਼ਰਾਬ ਲੋਕਾਂ ਪੀਤੀ, 100 ਤੋਂ ਵੱਧ ਬੰਦਿਆਂ ਦੀ ਮੌਤ ਹੋਈ, ਤੇ ਬਹੁਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਵਿੱਚੋਂ ਸੀ, ਜਿਨ੍ਹਾਂ ਦੇ ਜੀਆਂ ਦੇ ਲਈ ਅੱਗੇ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ। ਬੜਾ ਰੌਲਾ ਪਿਆ ਜੀ ਉਦੋਂ, ਵਿਰੋਧੀ ਪਾਰਟੀਆਂ ਧਰਨਾ ਲਾ, ਮੰਗ ਪੱਤਰ ਦੇ ਚੱਕ ਦਿਆਂਗੇ ਫੱਟੇ, ਸੱਤਾਧਾਰੀ ਧਿਰ ਵੀ ਦੇਖਿਓ ਜੀ ਛੱਡਣੇ ਨਹੀਂ, ਕਮੇਟੀਆਂ ਬਣਾਤੀਆਂ, 5-5 ਲੱਖ ਰੁਪਈਆ ਅਨਾਉਂਸ ਕਰ ਦਿੱਤਾ ਕਿ ਭਾਈ ਜਿਹੜੇ ਪਰਿਵਾਰ ਦੇ ਕੋਈ ਜੀ ਜ਼ਹਿਰੀਲੀ ਸ਼ਰਾਬ ਪੀ ਕੇ ਮਾਰੇ ਗਏ ਆ, ਪਿੱਛੇ ਟੱਬਰ ਦੇ ਲਈ ਔਖਾ, ਉਹਨਾਂ ਨੇ ਤਾਂ ਗਲਤੀ ਕੀਤੀ, 5-5 ਲੱਖ ਦੇਵਾਂਗੇ। ਕਈਆਂ ਨੂੰ ਮਿਲਿਆ, ਕਈਆਂ ਨੂੰ ਧੇਲਾ ਨਹੀਂ ਮਿਲਿਆ। ਕਈ ਐਸੇ ਵੀ ਪਰਿਵਾਰ ਦੇ ਜੀ ਨੇ, ਛੋਟੇ-ਛੋਟੇ 2-2-3 ਬੱਚੇ ਨੇ, ਬੀਬੀਆਂ ਘਰ 'ਚ ਕਮਾਉਣ ਵਾਲੀਆਂ ਰਹਿ ਗਈਆਂ, ਤੇ ਕਿੰਨਾ ਕਿ ਇੱਕ ਔਰਤ ਦੇ ਲਈ ਜਿਹੜੀ ਬਹੁਤੀ ਪੜ੍ਹੀ ਲਿਖੀ ਨਾ ਹੋਵੇ, ਪੰਜਾਬ ਦੇ ਵਿੱਚ ਕੰਮ ਕਰਨ ਦੇ ਚਾਂਸਸ ਨੇ, ਮੌਕੇ ਨੇ, ਆਪਾਂ ਨੂੰ ਪਤਾ ਹੈ। ਇੱਕ ਤਾਂ ਉਹ ਰੌਲਾ, ਤੇ ਦੂਸਰਾ ਤੁਸੀਂ ਇਹ ਦੇਖੋ ਕਿ ਪੰਜਾਬ ਦੀ ਵਿਧਾਨ ਸਭਾ ਚੋਣ ਦੇ ਵਿੱਚ ਵੀ ਰੌਲਾ ਪਿਆ। ਸ਼ਮਸ਼ੇਰ ਸਿੰਘ ਦੂਲੋ ਨੇ ਬੜਾ ਰੌਲਾ ਪਾਇਆ ਜੀ, ਜ਼ਹਿਰੀਲੀ ਸ਼ਰਾਬ ਜਿਨ੍ਹਾਂ ਫੈਕਟਰੀਆਂ ਦੇ ਵਿੱਚੋਂ ਗਈ, ਸਿਆਸਤਦਾਨ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਅੱਜ ਤੱਕ ਕਿਸੇ ਦੇ ਉੱਤੇ ਕਿਸੇ ਨੇ ਉਂਗਲੀ ਤੱਕ ਨਹੀਂ ਕੀਤੀ ਜਾਣੀ। ਜਿਨ੍ਹਾਂ ਬਣਾਈ, ਜਿਨ੍ਹਾਂ ਵੇਚੀ, ਜਿਨ੍ਹਾਂ ਖੀਸੇ ਭਰ ਲੈ, ਜੇਬਾਂ ਭਰ ਲਈਆਂ, ਨਾ ਉਹਨਾਂ ਦੇ ਉੱਤੇ ਬਹੁਤੀ ਕਾਰਵਾਈ, ਤੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ, ਜਿਹੜਾ ਵਾਅਦਾ ਉਹਨਾਂ ਨੇ ਕੀਤਾ ਸੀ ਨਾ ਉਹ ਪੂਰਾ ਹੋਇਆ। ਜੀ, ਇਹਦਾ ਜਵਾਬ ਮੈਂ ਪਹਿਲਾਂ ਦੇ ਚੁੱਕਾ ਤੁਹਾਨੂੰ। ਜਦੋਂ ਤੁਸੀਂ ਗੱਲ ਕਰਦੇ ਸ਼ਰਤਾਂ ਦੀ, 5 ਦੀ, 10 ਦੀ, 15 ਦੀ, 20 ਦੀ, ਮੈਂ ਉਦੋਂ ਕਿਹਾ ਸੀ ਤੁਹਾਨੂੰ ਵੀ ਸ਼ਰਤ ਤਾਂ ਉਹ ਵੀ ਨਹੀਂ ਲਾਉਂਦੇ ਨੇ, ਉਹ ਕਹਿੰਦੇ 75, 23, 25। ਹੁਣ ਦੇਖੋ ਫਰਕ ਸਿਰਫ ਇੰਨਾ ਕਿ ਹੋਣਾ, ਜੇ ਮੰਨ ਲਓ ਅਗਲਾ ਆਖੂਗਾ ਵੀ ਹਾਂਜੀ ਕਾਰਵਾਈ ਕੋਈ ਗੱਲ ਨਹੀਂ, ਡੀਕ ਲਓ 10 ਤਰੀਕ ਨੂੰ, ਕੀ ਬਣਦੀ ਗੱਲ, ਜੇ ਤੇ 75 ਤੇ 25 ਰਿਹਾ ਤਾਂ ਵੀ ਠੀਕ ਆ, ਨਹੀਂ ਤੇ ਫਿਰ 25 ਤੇ 75 ਕਰ ਲਵਾਂਗੇ, ਇਹਦੇ 'ਚ ਕਿਹੜੀ ਗੱਲ ਵੀ ਐਂ ਹੀ ਕਰਨਾ, ਉਹਦੇ ਨਾਲ ਫਰਕ ਕੋਈ ਨਹੀਂ ਪੈਣਾ। ਪਰ ਕਾਰਨ ਇਹ ਆ ਵੀ ਇਹ ਸਾਰੇ ਕੁਛ ਦੇ ਵਿੱਚ ਜੇ ਤਬਦੀਲੀ ਆ ਜਾਵੇ 10 ਤਰੀਕ ਤੋਂ ਬਾਅਦ, ਤੇ ਫਿਰ ਆਪਾਂ ਆਸ ਕਰ ਸਕਦੇ ਹਾਂ ਵੀ ਜਿਹੜਾ ਪੰਜਾਬ ਜਮਾਂ ਨਿੱਘਰਦਾ ਜਾਂਦਾ ਸੀ ਵੀ ਸ਼ਾਇਦ ਕਿਤੇ ਨਾ ਕਿਤੇ ਦੁਬਾਰਾ ਪੈਰਾਂ ਤੇ ਹੋ ਜਾਵੇ। ਤੇ ਜੇ ਆਹੀ ਕੁਛ ਚੱਲਦਾ ਰਿਹਾ ਤੇ ਫਿਰ ਆਪਾਂ ਇਹ ਅੰਦਾਜ਼ਾ ਲਾ ਲਈਏ ਵੀ ਜਦੋਂ ਤੋਂ ਵੀ ਪਿੱਟਦਾ ਆਉਂਦੇ ਆ ਆਪਣੇ ਪੰਜਾਬ ਦੇ ਲੋਕ ਵੀ ਯਾਰ ਮਰ ਗਏ ਹੋਏ, ਲੁੱਟੇ ਗਏ ਹੋਏ, ਕੁਛ ਸਾਨੂੰ ਬਚਾ ਲਓ ਓਏ, ਉਹਦੀ ਵਾਰੀ ਹੁਣ ਦੁਬਾਰਾ 27 'ਚ ਜਾ ਕੇ ਆਉਣੀ ਹੈ।
ਨਹੀਂ 27 ਦੇ ਵਿੱਚ ਹੀ ਆਉਣੀ ਆ ਸੰਧਾਲੀਆ ਸਾਹਿਬ, ਤੇ 27 ਦੇ ਵਿੱਚ ਵੀ ਅਸੀਂ ਸਾਰੇ ਜਣੇ ਬਹੁਤ, ਜਿੱਦਾਂ ਕਿ ਬਹੁਤ ਸਾਰੇ ਲੋਕਾਂ ਨੇ ਅਕਲਮੰਦੀ ਤੋਂ ਕੰਮ ਲਿਆ, ਸਾਰੀ ਸਿਆਣਪ ਤੋਂ ਕੰਮ ਲਈ ਹੈ, ਕਿਉਂਕਿ 5 ਸਾਲ ਝੱਟ ਹੀ ਆ ਜਾਣੇ ਆ। ਝੱਟ ਆ ਜਾਣੇ। ਹਾਂਜੀ, ਆ ਜਦੋਂ ਪਿਛਲੀ ਵਾਰੀ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਆ, ਕਿੰਨਾ ਕੁ ਟਾਈਮ ਲੱਗਾ ਆਉਂਦੇ ਆ। ਆਹੋ, ਉਹਦੇ ਕਿਸ ਵੇਲੇ ਹੁੰਦਾ ਨਾ ਵੀ ਯਾਰ ਬੰਦੇ ਨੇ ਇੰਨਾ ਕੰਮ ਕੀਤਾ, ਇੱਧਰੋਂ ਗਏ ਉੱਧਰ ਗਏ, ਉਹਦੇ ਜੇ ਕਿਤੇ ਘਰੇ ਤਿਆਰ ਤਿਰ ਹੁੰਦੇ ਤੇ ਐ ਲੱਗਾ 450, ਮਤਲਬ ਇਹ ਗੱਲ ਠੀਕ ਹੈ, ਬਹੁਤ ਛੇਤੀ ਹੋ ਗਿਆ। ਕਿਸੇ ਨੂੰ ਟਾਈਮ ਜ਼ਿਆਦਾ ਮਿਲ ਗਿਆ, ਉਹ ਤਿਆਰ ਹੀ ਹੁੰਦੇ ਰਹਿ ਗਏ, ਕਿਸੇ ਨੂੰ ਟਾਈਮ ਘੱਟ ਮਿਲਿਆ, ਆਹੋ ਹਨਾ ਵੀ। ਪਰ ਬਾਕੀ ਪੰਜਾਬ ਦੇ ਲੋਕਾਂ ਦਾ ਪਤਾ ਨਹੀਂ ਕੀ ਹੋਇਆ। ਹਾਂ, ਇੱਕ ਗੱਲ ਆਪਾਂ ਜ਼ਰੂਰ ਕਰ ਲਈਏ ਕਿ ਦੀਪ ਸਿੱਧੂ ਹੋਰਾਂ ਦੀ ਮੌਤ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਚਰਚਾ ਚੱਲੀ ਸੀ, ਜਾਂਚ ਦੀ ਮੰਗ ਕੀਤੀ ਗਈ, ਹੁਣ ਉਹਨਾਂ ਦੀ ਬੇਟੀ ਤੇ ਉਹਨਾਂ ਦੀ ਪਤਨੀ ਜਿਹੜੇ ਉਹ ਦਰਬਾਰ ਸਾਹਿਬ ਗਏ ਮੱਥਾ ਟੇਕਣ, ਤੇ ਉੱਥੇ ਜਾ ਕੇ ਉਹ ਕਹਿੰਦੇ ਜੀ ਅਸੀਂ ਉਹਨਾਂ ਦੇ ਲਈ ਅਰਦਾਸ ਕਰਨ ਆਏ ਹਾਂ। ਪੱਤਰਕਾਰਾਂ ਦੇ ਨਾਲ ਕੁਝ ਗੱਲਾਂ ਬਾਤਾਂ ਵੀ ਕੀਤੀਆਂ, ਬੇਟੀ ਵੀ ਸੀ ਉਹਨਾਂ ਦੀ ਨਾਲ, ਤੇ ਉੱਥੇ ਉਹਨਾਂ ਨੇ ਫਿਰ ਇੱਕ ਵਾਰੀ ਲੋਕਾਂ ਦਾ, ਸੰਗਤ ਸਾਰੀ ਦਾ ਧੰਨਵਾਦ ਕੀਤਾ ਕਿ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਤੁਸੀਂ ਸਾਰੇ ਜਾਣੇ ਉਹਨੂੰ ਯਾਦ ਕਰ ਰਹੇ ਹੋ ਦੀਪ ਸਿੱਧੂ ਨੂੰ, ਤੇ ਕਈ ਗੱਲਾਂ ਬਾਤਾਂ ਉਹਨਾਂ ਨੇ ਉੱਥੇ ਕੀਤੀਆਂ। ਤੇ ਨਾਲ ਦੀ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਰੱਖੇ ਹੋਏ ਨੇ ਦੀਪ ਸਿੱਧੂ ਹੋਰਾਂ ਦੀ ਸ਼ਰਧਾਂਜਲੀ ਦੇ ਲਈ ਜਾਂ ਜਾਂਚ ਦੀ ਮੰਗ ਦੇ ਲਈ, ਉਹਦੇ ਉੱਤੇ ਵੀ ਵੱਖ-ਵੱਖ ਸੰਸਥਾਵਾਂ ਕੰਮ ਕਰ ਰਹੀਆਂ। ਨਹੀਂ, ਬਿਲਕੁਲ ਕਰ ਰਹੀਆਂ। ਚਲੋ ਆਪਾਂ ਇਹ ਵੀ ਆਸ ਉਮੀਦ ਕਰਦੇ ਹਾਂ ਵੀ ਹੁਣ ਜੇ ਉਹਨਾਂ ਦਾ ਪਰਿਵਾਰ ਉੱਥੇ ਹੈਗਾ ਜੀ, ਤੇ ਸ਼ਾਇਦ ਉਹ 10 ਤੋਂ ਬਾਅਦ ਤਾਂ ਇਹ ਵੀ ਕਲੀਅਰ ਹੋ ਜਾਣਾ ਵੀ ਕੌਣ ਸਰਕਾਰ ਹੈ ਕੌਣ ਨਹੀਂ ਸਰਕਾਰ, ਤੇ ਹੋ ਸਕਦਾ ਫਿਰ ਸਰਕਾਰੀ ਦਰਬਾਰੇ ਵੀ ਕੋਈ ਐਪਲੀਕੇਸ਼ਨ ਅਰਜੀ ਦਿੱਤੀ ਜਾਵੇ ਵੀ ਮਹਾਰਾਜ ਜਿਹੜਾ ਮਸਲਾ ਇਹਦੀ ਸਾਨੂੰ ਜਾਂਚ ਕਰਕੇ ਦੇਖੋ। ਹੁਣ ਇਸ ਵਕਤ ਤੇ ਕੋਈ ਵੀ ਨਹੀਂ ਨਾ ਲੱਭਦਾ ਵੀ ਕਿਹਨੂੰ ਆਖੀਏ, ਬਾਅਦ ਦੇ ਵਿੱਚ ਤਾਂ ਇਹ ਕਹਿਣਾ ਸੌਖਾ ਹੋਵੇਗਾ ਵੀ ਹਾਂਜੀ ਫਲਾਣੇ ਨੂੰ ਕਿਹਾ ਜੀ ਇਹਦੀ ਸਰਕਾਰ ਹੈ ਜੀ, ਸਾਨੂੰ ਇਹਦਾ ਹੱਲ ਕਰਕੇ ਦਿਓ। ਦੇਖੋ ਸੰਧਾਲੀਆ ਸਾਹਿਬ, ਜਦੋਂ ਕੋਈ ਜਵਾਨ ਜੀ ਜਾਂਦਾ ਨਾ ਪਰਿਵਾਰ ਦਾ, ਤੇ ਉਹ ਸਦਮਾ ਧੱਕਾ ਬਹੁਤ ਵੱਡਾ ਹੁੰਦਾ, ਦੁੱਖ ਬੜਾ ਡੂੰਘਾ ਹੁੰਦਾ। ਵੈਸੇ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮੇਰੇ ਖਿਆਲ ਇੱਕ ਜੀ ਜਿਹੜੇ ਉਹ ਵਕੀਲ ਨੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਹੀ, ਤੇ ਜਦੋਂ ਸ਼ਾਇਦ ਉਹ ਸਦਮੇ ਦੇ ਵਿੱਚੋਂ ਉੱਭਰਨ, ਤੇ ਉਹਦੇ ਤੋਂ ਬਾਅਦ ਉਹਨਾਂ ਤੋਂ ਚੰਗਾ ਤਾਂ ਕਾਨੂੰਨੀ ਰਾਹ ਕੋਈ ਵੀ ਨਹੀਂ ਜਾਣਦਾ ਹੋਣਾ ਨਾ। ਬਾਕੀ ਤੇ ਹੋ ਸਕਦਾ ਉਦੋਂ ਕਾਨੂੰਨੀ ਸ਼ੇਪ ਜਿਹੜੀ ਉਹ ਸਾਰੇ ਮਸਲੇ ਨੂੰ ਦਿੱਤੀ ਜਾਵੇ। ਚਲੋ ਆਸ ਕਰਦੇ ਹਾਂ ਜੀ ਅਸੀਂ ਵੀ ਜਿਹੜੀ ਮਾੜੀ ਘਟਨਾ ਸੀ ਉਹ ਤਾਂ ਵਾਪਰ ਗਈ, ਹੁਣ ਐਟਲੀਸਟ ਪਤਾ ਜ਼ਰੂਰ ਲੱਗੇ ਵੀ ਹੋਇਆ ਕੀ ਅਸਲ ਦੇ ਵਿੱਚ, ਹੈ ਨਾ। ਕਿਉਂਕਿ ਜਿਹੜਾ ਨੁਕਸਾਨ ਹੋ ਗਿਆ ਉਹਦੀ ਭਰਪਾਈ ਨਹੀਂ ਕੀਤੀ ਜਾ ਸਕਦੀ, ਪਰ ਹਾਂ ਐਟਲੀਸਟ ਉਹ ਪਰਿਵਾਰ ਨੂੰ ਪਤਾ ਤੇ ਲੱਗੇ ਵੀ ਸਾਡੇ ਨਾਲ ਵਾਪਰਿਆ ਜੀ। ਹੁਣ ਚਲੀਏ ਜੀ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਤੁਸੀਂ ਅੱਗੇ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ, ਚੰਗਾ ਲੱਗਦਾ ਤੇ ਲਾਈਕ ਵਾਲਾ ਬਟਨ ਵੀ ਦੱਬਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।